ਸਤਿ ਸ਼੍ਰੀ ਅਕਾਲ। ਲਿਵਿੰਗ ਇੰਡੀਆ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਮੈਂ ਅਮਨ ਮੋਹਨ ਮੋਹਜਾਲ। ਐਨਆਰਆਈ ਦੇ ਨਾਲ ਠੱਗੀਆਂ ਦਾ ਸਿਲਸਿਲਾ ਬੜਾ ਹੀ ਪੁਰਾਣਾ ਚੱਲਦਾ ਆ ਰਿਹਾ ਹੈ। ਹੁਣ ਤੱਕ ਅਸੀਂ ਹਜ਼ਾਰਾਂ ਹੀ ਅਜੇ ਕੇਸ ਦੇਖੇ ਨੇ ਜਦੋਂ ਐਨਆਰਆਈ ਦੀ ਪ੍ਰਾਪਰਟੀ ਦੇ ਉੱਤੇ ਜਾਂ ਤਾਂ ਉਹਨਾਂ ਦੇ ਰਿਸ਼ਤੇਦਾਰਾਂ ਦੀ ਅੱਖ ਹੁੰਦੀ ਹੈ, ਉਹ ਠੱਗ ਲੈਂਦੇ ਨੇ, ਜਾਂ ਯਾਰ ਦੋਸਤ। ਇਹਦੇ ਵਿੱਚ ਪੁਲਿਸ ਪ੍ਰਸ਼ਾਸਨ ਤੋਂ ਲੈ ਕੇ ਸਿਆਸਤਦਾਨਾਂ ਤੱਕ ਦੀ ਸ਼ਮੂਲੀਅਤ ਜਿਹੜੀ ਹੈਗੀ ਹੈ ਉਹ ਵੀ ਨਜ਼ਰ ਆਉਂਦੀ ਰਹੀ ਹੈ। ਅੱਜ ਅਸੀਂ ਤੁਹਾਨੂੰ ਇੱਕ ਅਜੇ ਐਨਆਰਆਈ ਦੀ ਕਹਾਣੀ ਬਾਰੇ ਦੱਸਾਂਗੇ ਜੋ ਇੱਕ ਬੜੀ ਵੱਡੀ ਠੱਗੀ ਦਾ ਸ਼ਿਕਾਰ ਹੋਏ ਨੇ। ਉਹਨਾਂ ਨੂੰ ਜੇਲ੍ਹ ਵੀ ਜਾਣਾ ਪਿਆ, ਕਈ ਉਹਨਾਂ ਦੇ ਉੱਤੇ ਪਰਚੇ ਵੀ ਦਰਜ ਹੋਏ ਨੇ। ਤੇ ਕਿਉਂ ਉਹਨਾਂ ਨੂੰ ਜੇਲ੍ਹ ਜਾਣਾ ਪਿਆ, ਕਿਸ ਤਰ੍ਹਾਂ ਦੀ ਉਹ ਠੱਗੀ ਦਾ ਸ਼ਿਕਾਰ ਹੋਏ, ਵੱਡਾ ਸਸਪੈਂਸ ਇਹ ਹੈ ਕਿ ਜਦੋਂ ਉਹ ਜੇਲ੍ਹ ਦੇ ਵਿੱਚ ਸਨ ਉਸ ਦੌਰਾਨ ਇੱਕ ਵਾਰਦਾਤ ਵਾਪਰਦੀ ਹੈ ਜਿਸ ਵਿੱਚ ਕਤਲ ਹੋ ਜਾਂਦੇ ਨੇ ਤੇ ਇਹ ਇਲਜ਼ਾਮ ਵੀ ਉਹਨਾਂ ਉੱਤੇ ਆ ਲੱਗਦਾ ਹੈ। ਹੁਣ ਕਿਸ ਤਰ੍ਹਾਂ ਦੀਆਂ ਮੁਸੀਬਤਾਂ ਦਾ ਉਹ ਸਾਹਮਣਾ ਕਰ ਰਹੇ ਨੇ ਤੁਹਾਨੂੰ ਇਹ ਜ਼ਰੂਰ ਦੱਸਦਾ ਕਿ ਬਲਵਿੰਦਰ ਸਿੰਘ ਜਰਮਨ ਦੇ ਸਿਟੀਜ਼ਨ ਨੇ ਤੇ ਯੂਕੇ ਦੇ ਪਰਮਾਨੈਂਟ ਰੈਜ਼ੀਡੈਂਸ ਨੇ। ਚੰਗੀ ਮਿਹਨਤਾਂ ਕੀਤੀਆਂ ਉਹਨਾਂ ਨੇ। ਜਦੋਂ ਪੰਜਾਬ ਦੇ ਵਿੱਚੋਂ 1976 ਦੇ ਵਿੱਚ ਬਾਹਰ ਗਏ ਜਰਮਨ ਦੇ ਵਿੱਚ, ਤਾਂ ਉਹਨਾਂ ਨੇ ਉੱਥੇ ਹਰ ਤਰ੍ਹਾਂ ਦੀ ਮਜ਼ਦੂਰੀ ਕੀਤੀ, 24 ਘੰਟੇ ਕੰਮ ਕਰ ਕਰਕੇ ਮਿਹਨਤਾਂ ਕੀਤੀਆਂ। ਪੰਜਾਬ ਦੇ ਵਿੱਚ ਕੁਝ ਜਾਇਦਾਦ ਵੀ ਬਣਾਈ, ਲੇਕਿਨ ਉਸ ਜਾਇਦਾਦ ਦੇ ਉੱਤੇ ਨਜ਼ਰ ਉਹਨਾਂ ਦੇ ਰਿਸ਼ਤੇਦਾਰਾਂ ਦੀ, ਉਹਨਾਂ ਦੇ ਯਾਰਾਂ ਮਿੱਤਰਾਂ ਦੀ। ਪੂਰੀ ਕਹਾਣੀ ਕੀ ਹੈ ਉਹ ਅੱਜ ਤੁਹਾਨੂੰ ਦੱਸਾਂਗੇ। ਸਭ ਤੋਂ ਪਹਿਲਾਂ ਤੁਹਾਨੂੰ ਮੈਂ ਮਿਲਾ ਦੇਣਾ ਚਾਹੁੰਦਾ ਬਲਜਿੰਦਰ ਸਿੰਘ ਜੀ ਨੇ। ਬਲਜਿੰਦਰ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਐਨਆਰਆਈ ਨੇ। ਤੇ ਸੁਨੀਲ ਮੱਲਨ ਜੀ ਐਡਵੋਕੇਟ ਨੇ, ਜੋ ਜ਼ਿਆਦਾਤਰ ਐਨਆਰਆਈ ਦੇ ਜਿਹੜੇ ਕੇਸ ਹੈਗੇ ਨੇ ਉਹਨਾਂ ਨੂੰ ਦੇਖਦੇ ਨੇ, ਉਹਨਾਂ ਨੂੰ ਇਨਸਾਫ ਦਿਵਾਉਂਦੇ ਨੇ, ਕਿਉਂਕਿ ਐਨਆਰਆਈ ਚਾਹੁੰਦੇ ਨੇ ਇੱਕ ਚੰਗਾ ਵਕੀਲ ਉਹਨਾਂ ਨੂੰ ਇੱਥੇ ਭਾਰਤ ਦੇ ਵਿੱਚ ਮਿਲੇ ਜਿਹੜੇ ਉਹਨਾਂ ਦੇ ਕੇਸ ਹੈਂਡਲ ਕਰ ਸਕੇ। ਲਗਾਤਾਰ ਐਨਆਰਆਈ ਦੇ ਜਿਹੜੇ ਜ਼ਮੀਨਾਂ ਜਾਇਦਾਦਾਂ ਦੇ ਕੇਸ ਹੈਗੇ ਨੇ ਉਹ ਸੁਨੀਲ ਮੱਲਨ ਜੀ ਦੇਖ ਰਹੇ ਨੇ। ਸਭ ਤੋਂ ਪਹਿਲਾਂ ਮੈਂ ਬਲਜਿੰਦਰ ਸਿੰਘ ਜੀ ਤੁਹਾਡੇ ਤੇ ਆਉਣਾ। ਮੈਂ ਤੁਹਾਡੇ ਤੋਂ ਜਾਣਨਾ ਚਾਹੁੰਦਾ ਤੁਹਾਡਾ ਇੱਥੇ ਪੰਜਾਬ ਦੇ ਵਿੱਚ ਕਿਹੜਾ ਜੱਦੀ ਪਿੰਡ ਹੈਗਾ, ਕਿਹੜੇ ਜ਼ਿਲ੍ਹੇ ਵਿੱਚ ਪੈਂਦਾ? ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ। ਮੈਂ ਬਲਜਿੰਦਰ ਸਿੰਘ ਜੀ ਸਾਲ 1976 ਦੇ ਵਿੱਚ ਇੱਥੋਂ ਇੰਡੀਆ ਛੱਡ ਕੇ ਬਾਹਰ ਜਰਮਨ ਦੇ ਵਿੱਚ ਗਿਆ ਸੀ। ਠੀਕ ਹੈ ਜੀ। ਮੇਰਾ ਪਿੰਡ ਜਿਹੜਾ ਵਾ ਆਪਣਾ ਪਠਾਨਕੋਟ ਦੇ ਨਜ਼ਦੀਕ ਜੀਟੀ ਰੋਡ ਸਰਨਾ ਦੇ ਉੱਤੇ ਜੀ ਪੈਂਦਾ ਹੈ। ਤੇ ਜਰਮਨ ਦੇ ਵਿੱਚ ਰਹਿੰਦਿਆਂ ਕਮਾਈ ਕਰਕੇ ਸਾਰਾ ਇੱਥੇ ਪ੍ਰਾਪਰਟੀ ਜਿਹੜੀ ਹੈ ਕਾਫੀ ਬਣਾਈ ਸੀਗੀ, ਜਿਹੜੀ ਕਿ ਮਤਲਬ ਭਰਾਵਾਂ ਨੇ ਮਤਲਬ ਮੇਰੇ ਨੇ ਸਾਂਭ ਲਈ। ਈਵਨ ਇੱਥੋਂ ਤੱਕ ਕਿ ਮਤਲਬ ਜਿਹੜਾ ਮੈਂ 2000 ਦੇ ਵਿੱਚ ਆ ਕੇ ਆਪਣਾ ਮਤਲਬ ਜਿਹੜਾ ਆਪਣੇ ਪਰਿਵਾਰ ਵਾਸਤੇ ਅਲੱਗ ਭਰਾਵਾਂ ਤੋਂ ਆਪਣਾ ਮਕਾਨ ਬਣਾਇਆ ਸੀਗਾ। ਉਹ ਉਸ ਮਕਾਨ ਦੇ ਵਿੱਚੋਂ ਵੀ ਮੇਰਾ ਜਿਹੜਾ ਇਹ ਘਰੇਲੂ ਸਮਾਨ, ਸੂਈ ਤੋਂ ਲੈ ਕੇ ਜੋ ਕੁਝ ਵੀ ਮੈਂ ਨਵਾਂ ਘਰ ਵਿੱਚ ਆਪਣੇ ਪਰਿਵਾਰ ਦੇ ਵਿੱਚ ਵਾਸਤੇ ਬਣਾਇਆ ਸੀ, ਉਹ ਸਾਰੇ ਨੂੰ ਉਹਨਾਂ ਨੇ ਮਤਲਬ ਭਰਾਵਾਂ ਨੇ ਕੈਪਚਰ ਕਰਕੇ, ਬਾਕੀ ਦੀ ਪ੍ਰਾਪਰਟੀ ਵੀ ਜਿੱਥੋਂ ਜਿੱਥੇ ਹੈਗੀ ਸੀ ਉਹ ਵੀ ਸਾਰੀ ਕੈਪਚਰ ਕਰ ਲਈ ਭਰਾਵਾਂ ਨੇ। ਸਾਰੀ ਕੈਪਚਰ ਕਰ ਲਈ। ਹਾਂਜੀ। ਤੁਸੀਂ ਦੱਸ ਦਿਓ, ਤੁਸੀਂ 1976 ਦੇ ਵਿੱਚ ਜਰਮਨ ਗਏ ਨਾ? ਹਾਂਜੀ। ਤੇ 1976 ਵਿੱਚ ਕਿੰਨੀ ਉਮਰ ਸੀ ਤੁਹਾਡੀ? 1976 ਦੇ ਵਿੱਚ ਮੇਰੀ 20 ਸਾਲ ਦੀ ਉਮਰ ਸੀਗੀ। 20 ਸਾਲ ਦੀ ਉਮਰ। ਜਦੋਂ ਜਰਮਨ ਤੁਸੀਂ ਗਏ ਤਾਂ ਉੱਥੇ ਕੀ ਕੰਮਕਾਜ ਕੀਤਾ ਤੁਸੀਂ? ਉੱਥੇ ਫੈਕਟਰੀਆਂ ਦੇ ਵਿੱਚ ਕੰਮ ਕੀਤਾ। ਫੈਕਟਰੀਆਂ ਦੇ ਵਿੱਚ ਦੇ ਨਾਲ ਕਰਦਿਆਂ ਪਾਰਟ ਟਾਈਮ ਆਪਣਾ ਸੈਲਫ ਏਮਪਲਾਈ ਦਾ ਵੀ ਕੀਤਾ। ਬਹੁਤ ਮਿਹਨਤ ਕੀਤੀ। ਕਿੰਨਾ ਪੜ੍ਹੇ ਲਿਖੇ ਤੁਸੀਂ? ਮੈਂ ਮੈਟ੍ਰਿਕ ਕੀਤੀ ਹੈ ਜੀ। ਮੈਟ੍ਰਿਕ ਕੀਤੀ ਹੈ। ਹਾਂਜੀ। ਠੀਕ ਹੈ। ਜਰਮਨ ਦੇ ਵਿੱਚ ਫਿਰ ਤੁਹਾਡਾ ਉੱਥੇ ਵਿਆਹ ਹੋਇਆ, ਇੱਥੇ ਵਿਆਹ ਪੰਜਾਬ 'ਚ ਹੋਇਆ ਸੀ? ਮੈਂ ਮਤਲਬ ਜਰਮਨ ਦੇ ਵਿੱਚ ਵੀ ਮੇਰੀ ਸ਼ਾਦੀ ਹੋਈ ਸੀ ਕਿ ਜਰਮਨ ਔਰਤ ਦੇ ਨਾਲ, ਜਿਸ ਦੀ ਕੈਂਸਰ ਦੇ ਨਾਲ ਡੈਥ ਹੋ ਗਈ ਸੀ। ਉਸ ਤੋਂ ਬਾਅਦ ਜਿਹੜਾ ਸੀਗਾ ਮੈਂ 1999 ਦੇ ਵਿੱਚ ਜਿਹੜਾ ਅਸੀਂ ਇੱਥੇ ਪੰਜਾਬ ਦੇ ਵਿੱਚ ਮੈਰਿਜ ਕੀਤੀ। ਅੱਛਾ ਜੀ। ਤੇ ਉਹਦੇ ਵਿੱਚੋਂ ਮੇਰੇ 3 ਬੱਚੇ ਆ। ਉਹ ਸਾਰੇ ਮਤਲਬ ਜਰਮਨ ਦੇ ਵਿੱਚ ਬੋਰਨ ਨੇ। ਅੱਛਾ, ਉਹਨਾਂ ਦਾ ਜਨਮ ਸਾਰਿਆਂ ਦਾ ਜਰਮਨ ਵਿੱਚ? ਸਾਰਿਆਂ ਦਾ ਜਰਮਨ ਦਾ ਬੋਰਨ ਹੈ। ਅੱਛਾ ਜੀ। ਤੇ ਸਾਰੇ ਪਰਿਵਾਰ ਦੇ ਕੋਲ ਮੇਰੇ ਕੋਲ ਮਤਲਬ ਜਿਹੜੀ ਜਰਮਨ ਨੈਸ਼ਨੈਲਿਟੀ ਹੈ ਜੀ। ਅੱਛਾ, ਹੁਣ ਤੁਹਾਡੀ ਧਰਮ ਪਤਨੀ ਉੱਥੇ ਜਰਮਨ ਹੀ ਨਾਲੇ? ਹਾਂਜੀ, ਸਾਰੇ ਮਤਲਬ ਜਰਮਨ ਦੇ ਵਿੱਚ ਅਸੀਂ 2004 ਦੇ ਵਿੱਚ ਰਹੇ ਆ 4 ਤੱਕ। ਅੱਛਾ ਜੀ। ਤੇ 2004 ਜਨਵਰੀ ਦੇ ਵਿੱਚ ਮੈਂ ਜਿਹੜਾ ਸੀਗਾ ਪਰਿਵਾਰ ਦੇ ਸਮੇਤ ਮਤਲਬ ਜਿਹੜਾ ਸੀਗਾ ਯੂਕੇ ਦੇ ਵਿੱਚ ਮੂਵ ਹੋ ਗਿਆ ਸੀਗਾ। ਅੱਛਾ, ਯੂਕੇ ਚ ਮੂਵ ਤੁਸੀਂ ਹੋ ਗਏ? ਹਾਂਜੀ। ਉਸ ਤੋਂ ਬਾਅਦ ਯੂਕੇ ਹੀ ਹੈ? ਉਸ ਤੋਂ ਬਾਅਦ ਮਤਲਬ ਮੇਰਾ ਪਰਿਵਾਰ ਸਾਰਾ ਜਿਹੜਾ ਯੂਕੇ ਦੇ ਵਿੱਚ ਰਹਿ ਰਿਹਾ। ਹੁਣ ਯੂਕੇ ਦੇ ਵਿੱਚ ਕੀ ਕੰਮ ਕਰਦੇ ਤੁਸੀਂ? ਉੱਥੇ ਵੀ ਸੈਲਫ ਏਮਪਲੋਈ ਹੈ ਜੀ ਮੈਂ। ਅੱਛਾ। ਪਹਿਲਾਂ ਤੇ ਮੈਂ ਉੱਥੇ ਜਾ ਕੇ ਮਤਲਬ ਟੈਕਸੀ ਚਲਾਈ ਹੈ। ਟੈਕਸੀ ਮਤਲਬ ਜਿਹੜੀ ਤਕਰੀਬਨ 18 20 ਘੰਟੇ ਚਲਾਉਣੀ ਚਲਾਈ। ਉਹਦੇ ਨਾਲ ਕਰਦਿਆਂ ਫਿਰ ਮੈਂ ਸੈਲਫ ਏਮਪਲਾਈ ਦਾ ਜਿਹੜਾ ਸੀਗਾ ਨਾਲ ਵਿੱਚ ਕੀਤਾ। ਆਪਣਾ ਇੱਕ ਛੋਟੀ ਜੀ ਮਤਲਬ ਜਿਹੜੀ ਸੀਗੀ ਆਪਣਾ ਕਾਰਨਰ ਸ਼ਾਪ ਜਿਹੜੀ ਸੀ ਲਈ ਸੀਗੀ। ਫਿਰ ਉਹ ਮਤਲਬ ਜਿਹੜਾ ਸੀਗਾ 2009 ਦੇ ਵਿੱਚ ਉਸ ਕਾਰਨਰ ਸ਼ਾਪ ਨੂੰ ਮੈਂ ਜਿਹੜਾ ਸੀ ਇੱਕ ਛੋਟੀ ਜੀ ਸੁਪਰ ਮਾਰਕੀਟ ਦੇ ਵਿੱਚ ਜਿਹੜਾ ਸੀ ਮੈਂ ਤਬਦੀਲ ਕੀਤਾ। ਹਾਂਜੀ, ਤਬਦੀਲ ਕਰਕੇ ਜਿਹੜਾ ਕਿ ਮੇਰਾ ਮਤਲਬ ਪਰਿਵਾਰ ਜਿਹੜਾ ਉਹ ਚਲਾ ਰਿਹਾ। ਠੀਕ ਹੈ। ਬੱਚਿਆਂ ਦੇ ਕੀ ਨਾਮ ਤੁਹਾਡੇ? ਮੇਰੇ ਵੱਡੇ ਲੜਕੇ ਦਾ ਨਾਮ ਬਲਹਾਰਜੀਤ ਸਿੰਘ ਬਾਜਵਾ। ਅੱਛਾ ਜੀ। ਬੇਟੀ ਹੈ ਸਿਮਰਜੀਤ ਕੌਰ ਬਾਜਵਾ ਤੇ ਛੋਟਾ ਬੇਟਾ ਅਜੇਪਾਲ ਸਿੰਘ ਬਾਜਵਾ। ਤੇ ਧਰਮ ਪਤਨੀ? ਧਰਮ ਪਤਨੀ ਦਵਿੰਦਰ ਕੌਰ। ਦਵਿੰਦਰ ਕੌਰ। ਹਾਂਜੀ।
ਤੇ ਹੁਣ ਮਤਲਬ ਸਾਰਾ ਪਰਿਵਾਰ ਯੂਕੇ ਦੇ ਵਿੱਚ ਵਧੀਆ ਸੈੱਟ ਹੈਗਾ ਉੱਥੇ? ਹਾਂਜੀ ਯੂਕੇ ਦੇ ਵਿੱਚ ਸੈੱਟ। ਠੀਕ ਹੈ, ਚਲੋ ਬਹੁਤ ਵਧੀਆ। ਤੁਸੀਂ ਦੱਸ ਰਹੇ ਕਿ ਤੁਸੀਂ ਮਿਹਨਤਾਂ ਕੀਤੀਆਂ ਨੇ, ਤੁਸੀਂ ਮਜ਼ਦੂਰੀ ਵੀ ਕੀਤੀ, ਟੈਕਸੀ ਵੀ ਚਲਾਈ, ਉਸ ਤੋਂ ਬਾਅਦ ਆਪਣੇ ਜੋ ਹੋਰ ਕਾਰੋਬਾਰ ਜਿਹੜੇ ਹੈਗੇ ਨੇ ਅੱਗੇ ਵਧਾਏ ਹੈਗੇ ਨਾ? ਬਿਲਕੁਲ ਜੀ, ਮਤਲਬ ਉਹ ਤੇ ਕਰਨਾ ਹੀ ਕਰਨਾ ਸੀ, ਇਹ ਗਏ ਮਿਹਨਤ ਕਰਨ ਸੀਗੇ। ਮਿਹਨਤ ਕਰਨਗੇ, ਪਰ ਪੰਜਾਬ ਦੇ ਵਿੱਚ ਜਿਹੜੇ ਤੁਸੀਂ ਦੱਸ ਰਹੇ ਤੁਹਾਡੇ ਰਿਸ਼ਤੇਦਾਰਾਂ ਨੇ ਤੁਹਾਡੇ ਨਾਲ ਠੱਗੀਆਂ ਮਾਰੀਆਂ। ਹਾਂਜੀ ਹਾਂਜੀ। ਇਹ ਠੱਗੀਆਂ ਦਾ ਸਿਲਸਿਲਾ ਕਿਵੇਂ ਸ਼ੁਰੂ ਹੋਇਆ 1976 ਵਿੱਚ, ਜਿਵੇਂ ਤੁਸੀਂ ਜਾਣਦੇ ਹੋ? ਹਾਂਜੀ ਹਾਂਜੀ। ਉਸ ਤੋਂ ਬਾਅਦ ਤੁਹਾਨੂੰ ਕਿਵੇਂ ਪਤਾ ਲੱਗਦਾ ਕਿ ਇੱਥੇ ਠੱਗੀਆਂ ਦਾ ਸਿਲਸਿਲਾ ਸ਼ੁਰੂ ਹੋ ਚੁੱਕਿਆ ਪੰਜਾਬ ਵਿੱਚ? ਉਹਦੇ ਵਿੱਚ ਮਤਲਬ ਜਿਹੜਾ ਵਾ 1996 ਤੋਂ ਬਾਅਦ ਚ ਮਤਲਬ ਜਿਹੜਾ ਵਾ ਮੈਨੂੰ ਪਤਾ ਲੱਗਦਾ, ਜਦੋਂ ਕਿ ਮਤਲਬ ਆਪਾਂ ਮਤਲਬ ਜਿਹੜਾ ਸੀਗਾ ਛੋਟੇ ਭਰਾ ਨੂੰ ਮਤਲਬ ਜਿਹੜਾ ਅਸੀਂ ਕਾਫੀ ਕੰਮ ਕਾਰੋਬਾਰ ਕਰਵਾਇਆ ਇੱਥੇ। ਲਖਵਿੰਦਰ ਸਿੰਘ ਬਾਜਵਾ ਮਤਲਬ ਜਿਹੜਾ ਸਰਨੇ ਪਿੰਡ ਉੱਥੇ ਰਹਿੰਦਾ ਹੈ। ਲਖਵਿੰਦਰ ਸਿੰਘ ਬਾਜਵਾ ਤੁਹਾਡਾ ਬ੍ਰਦਰ ਹੈ? ਵੱਡਾ ਕਿ ਛੋਟਾ? ਛੋਟਾ ਹੈ ਜੀ। ਅੱਛਾ, ਠੀਕ ਹੈ ਜੀ। ਹਾਂਜੀ। ਵੱਡਾ ਭਰਾ ਸੀਗਾ ਇੱਕ ਗੁਰਮੀਤ ਸਿੰਘ ਸੀਗਾ, ਜਿਹਦੀ ਡੈਥ ਹੋ ਚੁੱਕੀ ਹੈ। ਅੱਛਾ। ਤੇ ਮਤਲਬ ਕਰਦਿਆਂ ਕਰਾਉਂਦਿਆਂ ਜਿਹੜਾ ਸੀਗਾ ਆਪਣਾ ਪਲਾਈ ਦੀ ਫੈਕਟਰੀ ਇੱਕ ਪਹਿਲਾਂ ਕਰਤਾਰ ਬੋਰਡ ਪ੍ਰਾਈਵੇਟ ਲਿਮਟਿਡ ਦੇ ਨਾਂ ਦੇ ਉੱਤੇ ਜਿਹੜੀ ਸੀ, ਠੀਕ ਹੈ, ਉਹ ਲਾ ਕੇ ਦਿੱਤੀ ਸੀ ਛੋਟੇ ਬ੍ਰਦਰ ਨੂੰ ਸਰਨੇ ਦੇ ਵਿੱਚ। ਅੱਛਾ, ਲਖਵਿੰਦਰ ਸਿੰਘ ਨੂੰ? ਹਾਂਜੀ ਹਾਂਜੀ। ਉਸ ਤੋਂ ਬਾਅਦ ਮਤਲਬ ਜਿਹੜਾ ਸੀਗਾ ਇੱਕ ਮਤਲਬ 1991 ਦੇ ਵਿੱਚ ਇਹ ਫੈਕਟਰੀ ਲੱਗੀ। 1996 ਦੇ ਵਿੱਚ ਫਿਰ ਇੱਕ ਹੋਰ ਫੈਕਟਰੀ ਜਿਹੜੀ ਸੀ ਨੰਗਲਪੁਰ ਬਾਜਵਾ ਪਲਾਈਵੁੱਡ ਇੰਡਸਟਰੀਜ਼ ਦੇ ਨਾਂ ਦੇ ਉੱਤੇ ਲਗਾਈ ਸੀਗੀ। ਹਾਂਜੀ, ਠੀਕ ਹੈ ਜੀ। ਇੱਕ ਹਿਮਾਚਲ ਦੇ ਵਿੱਚ ਫਰਮ ਸੀਗੀ ਆਪਣਾ ਜੀ ਫਰਮ ਬਣੀ ਸੀ ਜਿਹਦੀ 65 ਕਿੱਲੇ ਜ਼ਮੀਨ ਸੀਗੀ। ਅੱਛਾ, ਫਰਮ ਦੀ ਉਹ ਵੀ ਖਰੀਦ ਕੇ ਦਿੱਤੀ ਇਹਨਾਂ ਨੂੰ ਨਾਲ। ਹਾਂਜੀ, ਠੀਕ ਹੈ। ਕਰਦਿਆਂ ਕਰਾਉਂਦਿਆਂ ਉਸ ਤੋਂ ਬਾਅਦ ਮੇਰਾ ਦਿਲ ਸੀਗਾ ਕਿ ਮੇਰੇ ਬੱਚੇ ਜਿਹੜੇ ਨੇ ਇੱਥੇ ਪੰਜਾਬ ਦੇ ਵਿੱਚ ਪੜ੍ਹਨ। ਅੱਛਾ ਜੀ। ਹਾਂਜੀ, ਬੱਚਿਆਂ ਨੂੰ ਮੈਂ ਸਾਲ 1998 ਤੋਂ ਮਤਲਬ ਜਿਹੜਾ ਸੀਗਾ ਉਹਨਾਂ ਨੂੰ ਮੈਂ 1996 ਤੋਂ ਕੋਸ਼ਿਸ਼ ਕਰਨ ਲੱਗਾ ਕਿ ਮਤਲਬ ਉਹਨਾਂ ਨੂੰ ਮੈਂ ਇੱਥੇ ਪੜ੍ਹਨ ਪਾਵਾਂ। ਹਾਂਜੀ, ਠੀਕ ਹੈ ਜੀ। ਹਾਂਜੀ, ਇੱਥੇ ਪੰਜਾਬ ਦੇ ਵਿੱਚ ਲਿਆ ਕੇ ਪੜ੍ਹਨੇ ਪਾਏ। ਫਿਰ ਉਹਨਾਂ ਨੂੰ ਮਤਲਬ DPS ਦੇ ਵਿੱਚ ਵੀ ਪਾਇਆ। ਤੇ ਜਿੱਥੋਂ ਮਤਲਬ ਜਿਹੜਾ ਸੀਗਾ ਇਹਨਾਂ ਨੂੰ ਮਤਲਬ ਜਿਹੜਾ ਇਹ ਭਰਾਵਾਂ ਨੂੰ ਹੋਣ ਲੱਗ ਗਿਆ ਕਿ ਮਤਲਬ ਇਹ ਬੱਚੇ ਆਪਣੇ ਇੱਥੇ ਸੈੱਟ ਕਰਨ ਡਿਆ ਤੇ ਮਤਲਬ ਸੈੱਟ ਹੋ ਕੇ ਆ ਕੇ ਤੇ ਮਤਲਬ ਇਹ ਵੀ ਇਸ ਪ੍ਰਾਪਰਟੀ ਦੇ ਵਿੱਚੋਂ ਹਿੱਸਾ ਵੰਡਾਏਗਾ। ਹਾਂਜੀ, ਜਿਹੜੀ ਕਿ ਮਤਲਬ ਮੈਂ ਹੀ ਆਪਣੀ 3 ਪ੍ਰਾਪਰਟੀਆਂ 2 ਫੈਕਟਰੀਆਂ ਤੁਸੀਂ ਦੱਸ ਰਹੇ ਨਾ? ਹਾਂਜੀ, ਤੇ 2 ਫੈਕਟਰੀਆਂ ਹਾਂਜੀ ਹਾਂਜੀ, ਤੇ ਇੱਕ ਫਰਮ ਸੀ ਤੁਹਾਡੀ ਹਿਮਾਚਲ 'ਚ। ਇਹ ਤਿੰਨੇ ਤੁਹਾਡੇ ਨਾਂ ਦੇ ਉੱਤੇ ਸਨ? ਨਹੀਂ ਜੀ, ਸਾਰਿਆਂ ਭਰਾਵਾਂ ਦੇ ਨਾਲ ਸਾਂਝੀ ਮਤਲਬ ਜਿਹੜਾ ਕਰਾਇਆ। ਪੈਸਾ ਤੁਹਾਡਾ ਲੱਗਾ ਸੀ? ਪੈਸਾ ਮੇਰਾ ਲਾਇਆ ਸੀਗਾ। ਅੱਛਾ ਜੀ। ਹਾਂਜੀ, ਠੀਕ ਹੈ। ਜਿਹਦੇ ਵਿੱਚ ਮਤਲਬ ਜਿਹੜਾ ਸੀਗਾ ਇਹਨਾਂ ਨੇ ਮਤਲਬ ਛੋਟੇ ਭਰਾ ਨੇ ਮਤਲਬ ਜਿਹੜਾ ਸੀ ਮੇਰੇ ਕੋਲੋਂ ਮਤਲਬ ਆਪਣਾ ਪਤਾ ਨਹੀਂ ਮੈਨੂੰ ਲੱਗਾ ਕਿ ਮਤਲਬ ਇਹਨੇ ਕਾਹਦੇ ਵਾਸਤੇ ਇਹਨੇ ਮਤਲਬ ਕੋਈ ਪਾਵਰ ਆਫ ਅਟਾਰਨੀ ਜਿਹੜੀ ਮਤਲਬ ਹੁਣ ਪਤਾ ਲੱਗਣ ਡਿਆ ਮੈਨੂੰ ਕਿ ਪਾਵਰ ਆਫ ਅਟਾਰਨੀ ਦੇ ਵਿਆਹ ਦੇ ਉੱਤੇ ਇਹਨੇ ਪ੍ਰਾਪਰਟੀਆਂ ਜਿਹੜੀਆਂ ਸੀਗੀਆਂ ਉਹਨਾਂ ਨੂੰ ਆਪਣਾ। ਅੱਛਾ, ਤੁਸੀਂ ਪਾਵਰ ਆਫ ਅਟਾਰਨੀ ਉਹਨਾਂ ਨੂੰ ਲਿਖ ਕੇ ਦਿੱਤੀ ਹੋਈ ਸੀ? ਮੈਨੂੰ ਪਤਾ ਹੀ ਨਹੀਂ ਦਰਅਸਲ ਦੇ ਵਿੱਚ, ਅਸਲ ਦੇ ਵਿੱਚ। ਨਹੀਂ, ਲਿਖ ਕੇ ਦਿੱਤੀ, ਯਾਦ ਆ ਕੁਝ? ਮੈਨੂੰ ਯਾਦ ਨਹੀਂ। ਅੱਛਾ, ਠੀਕ ਹੈ। ਹਾਂਜੀ, ਜਿਹੜਾ ਹੁਣ ਮੈਨੂੰ ਆ ਕੇ ਪਤਾ ਲੱਗਣ ਡਿਆ ਕਿ ਮਤਲਬ ਜਿਹੜਾ ਇਹਨੇ ਪ੍ਰਾਪਰਟੀ ਤੇ ਉਹ ਮਤਲਬ ਜਿਹੜਾ ਸੀਗਾ ਉਹਨੇ ਕੁਝ ਪ੍ਰਾਪਰਟੀ ਜਿਹੜੀ ਆਪਣੇ ਵਾਈਫ ਦੇ ਨਾਂ ਦੇ ਉੱਤੇ ਟ੍ਰਾਂਸਫਰ ਕਰ ਲਈ। ਹਾਂਜੀ, ਠੀਕ ਹੈ ਜੀ। ਜਿੱਦਾਂ ਕਰਤਾਰ ਬੋਰਡ ਪ੍ਰਾਈਵੇਟ ਲਿਮਟਿਡ ਦੀ ਜਿਹੜੀ ਪ੍ਰਾਪਰਟੀ ਜਿਹੜੀ ਮੈਂ ਖਰੀਦੀ ਸੀਗੀ ਆਪਣੇ ਪੈਸੇ ਦੇ ਨਾਲ, ਉਹਦੇ ਵਿੱਚ ਹੀ ਉਹਨਾਂ ਨੂੰ ਮਤਲਬ ਆਪਣੇ ਕੋਲੋਂ ਪੈਸਾ ਲਾ ਕੇ ਫੈਕਟਰੀ ਲਾ ਕੇ ਦਿੱਤੀ ਸੀ। ਹਾਂਜੀ, ਉਹ ਪ੍ਰਾਪਰਟੀ ਜਿਹੜੀ ਆ ਉਹਨੇ ਜਦੋਂ ਫੈਕਟਰੀ ਜਿਹੜੀ ਆ ਉਹ ਮੈਨੂੰ ਉਹਨੂੰ ਆਪਣਾ ਪ੍ਰਾਈਵੇਟ ਲਿਮਟਿਡ ਦੇ ਨਾਂ ਦੇ ਉੱਤੇ ਮਤਲਬ ਉਹਨੇ ਬਣਾਈ ਸੀ, ਕਰਤਾਰ ਬੋਰਡ ਪ੍ਰਾਈਵੇਟ ਲਿਮਟਿਡ। ਠੀਕ ਹੈ ਜੀ। ਜਿਹਨੂੰ ਉਹਨੇ ਮਤਲਬ ਜਿਹੜਾ ਸੀਗਾ ਉਹ ਫੈਕਟਰੀ ਤਾਂ ਉੱਥੋਂ ਮਤਲਬ ਜਿਹੜੀ ਆ ਬੰਦ ਕਰ ਦਿੱਤੀ, ਲੇਕਿਨ ਉਹਦੀ ਪ੍ਰਾਪਰਟੀ ਜਿਹੜੀ ਆ ਜਿਹੜੀ ਜ਼ਮੀਨ ਸੀਗੀ, ਹਾਂਜੀ, ਬਿਲਡਿੰਗ ਵਗੈਰਾ ਜੋ ਵੀ ਕੁਝ ਹੈ ਸੀ, ਉਹਨੇ ਆਪਣੇ ਮਤਲਬ ਜਿਹੜਾ ਸੀ ਵਾਈਫ ਦੇ ਨਾਂ ਦੇ ਉੱਤੇ ਟ੍ਰਾਂਸਫਰ ਕਰ ਲਈ। ਹਾਂਜੀ, ਜਿਹਦਾ ਮੈਨੂੰ ਪਤਾ ਹੀ ਨਹੀਂ ਵੀ ਮਤਲਬ ਉਹਨੇ ਕੀ ਕੀਤਾ ਹੈ। ਠੀਕ ਹੈ। ਤੇ ਮੈਂ ਤੁਸੀਂ ਦੱਸ ਰਹੇ ਹੋ ਕਿ ਇੱਥੋਂ ਹੀ ਠੱਗੀਆਂ ਦਾ ਸਿਲਸਿਲਾ ਸ਼ੁਰੂ ਹੋ ਗਿਆ? ਸ਼ੁਰੂ ਹੋ ਗਿਆ। ਤੁਸੀਂ ਕਿੱਥੇ, ਜਰਮਨ ਸੀਗੇ? ਜਰਮਨ ਸੀਗਾ। ਅੱਛਾ, ਠੀਕ ਹੈ ਜੀ। ਤੁਹਾਨੂੰ ਕਿਵੇਂ ਪਤਾ ਲੱਗਿਆ ਕਿ ਇੱਥੇ ਠੱਗੀਆਂ ਦਾ ਸਿਲਸਿਲਾ ਸ਼ੁਰੂ ਹੋ ਗਿਆ? ਮਤਲਬ ਉਹਨੇ ਮਤਲਬ ਆ ਕੇ ਮਤਲਬ ਜਿਹੜਾ 2000 ਦੇ ਵਿੱਚ ਉਹਨੇ ਆ ਕੇ ਤੇ ਮਤਲਬ ਜਿਹੜਾ ਮਤਲਬ ਲੜਾਈ ਝਗੜੇ ਮਤਲਬ ਇਵਨ ਇੱਥੋਂ ਤੱਕ ਹੱਥੀਂ ਪੈਣ ਦਾ ਵੀ ਕੋਸ਼ਿਸ਼ ਕੀਤੀ। ਹਾਂਜੀ, ਠੀਕ ਹੈ। ਤੇ ਅਸੀਂ ਮਤਲਬ ਜਿਹੜਾ ਅਸੀਂ ਮੈਂ ਉਸ ਟਾਈਮ ਦੇ ਉੱਤੇ ਮਤਲਬ ਜਿਹੜਾ ਸੋਚਦੇ ਹਾਂ ਮਤਲਬ ਸਮਝਾਉਂਦਾ ਰਿਹਾ ਕਿ ਮਤਲਬ ਨਾ ਭਈ ਇਦਾਂ ਨਾ ਕਰ, ਤੇ ਆਪਾਂ ਮਤਲਬ ਜਿਹੜਾ ਵਾ ਕਿੱਥੋਂ ਉੱਠੇ ਆ ਤੇ ਕਿੱਥੇ ਪਹੁੰਚੇ ਆ। ਤੁਹਾਡੀ ਕਿਹੜੀ ਪ੍ਰਾਪਰਟੀ ਉਹਨਾਂ ਨੇ ਆਪਣੇ ਨਾਮ ਲਵਾ ਲਈ ਸੀ? ਉਹ ਜਿਹੜੀ ਇੱਕ ਤੇ ਕਰਤਾਰ ਬੋਰਡ ਪ੍ਰਾਈਵੇਟ ਲਿਮਟਿਡ ਹੈ, ਉਹ ਕਰਵਾ ਲਈ। ਇਹ ਕਿਹੜੇ ਜ਼ਿਲ੍ਹੇ 'ਚ ਪ੍ਰਾਪਰਟੀ ਤੁਹਾਡੀ? ਇਹ ਆਪਣਾ ਪਠਾਨਕੋਟ ਜ਼ਿਲ੍ਹੇ। ਪਠਾਨਕੋਟ, ਠੀਕ ਹੈ। ਹਾਂਜੀ, ਜਿਹੜੀ ਇੱਕ 65 ਕਿੱਲੇ ਜ਼ਮੀਨ ਸੀਗੀ ਮਤਲਬ ਜਿਹੜੀ ਫਰਮ ਹਿਮਾਚਲ ਦੀ, ਹਾਂਜੀ, ਉਹ ਵੀ ਉਹਨੇ ਮਤਲਬ ਜਿਹੜੀ ਸੀ ਉਹ ਵੀ ਉਹਨੇ ਵੇਚ ਵੱਟ ਲਈ ਆ, ਪਤਾ ਨਹੀਂ ਕੀ ਕੀਤਾ ਹੈ। ਠੀਕ ਹੈ ਜੀ। ਹਾਂਜੀ, ਜਿਹੜੀ ਸੀਗੀ ਆਪਣਾ ਕਰਤਾਰ ਬੋਰਡ ਬਾਜਵਾ ਪਲਾਈਵੁੱਡ ਇੰਡਸਟਰੀ, ਹਾਂਜੀ, ਇਹਦੀ ਸਾਰੀ ਮਸ਼ੀਨਰੀ ਇਹਨਾਂ ਤੇ ਦਿਲਬਾਗ ਰਾਏ ਨੇ
2009 ਦੇ ਵਿੱਚ ਕੱਢ ਕੇ ਤੇ ਉਹ ਵੇਚ ਲਈ। ਹਾਂਜੀ, ਠੀਕ ਹੈ ਜੀ। ਜਿਹਦਾ ਕਿ ਮਤਲਬ ਇੱਕ ਮੇਰੇ ਕੋਲ ਲਿਖਤੀ ਪ੍ਰੂਫ ਹੈਗਾ ਇਹਨਾਂ ਦਾ ਕਿ ਮਤਲਬ ਇਹਨਾਂ ਨੇ ਆਪਸ ਵਿੱਚ ਇੱਕ ਐਗਰੀਮੈਂਟ ਤਿਆਰ ਕੀਤਾ ਸੀਗਾ। ਹਾਂਜੀ, ਉਹ ਜਿੱਦ ਤੋਂ ਸ਼ੋ ਹੁੰਦਾ ਕਿ ਮਤਲਬ ਇਹਨਾਂ ਨੇ ਰਲ ਕੇ ਮਤਲਬ ਇਹ ਕੰਮ ਕੀਤਾ। ਕਹਿਣ ਦਾ ਮਤਲਬ ਕਿ ਤੁਹਾਡੀ 3 ਪ੍ਰਾਪਰਟੀਆਂ ਦੇ ਨਾਲ ਉੱਤੇ ਠੱਗੀਆਂ ਵੱਜੀਆਂ। ਹਾਂਜੀ ਮਤਲਬ ਸਾਹਿਬ ਤੁਸੀਂ ਮੈਂ ਕੁਝ ਕਹਿਣਾ ਚਾਹੁੰਦਾ ਜੀ ਜੀ ਆਪਣੇ ਦਰਸ਼ਕਾਂ ਨੂੰ ਵੀ ਦੱਸਣਾ ਚਾਹੁੰਦਾ। ਪਾਵਰ ਅਟਾਰਨੀ ਇੱਕ ਐਸਾ ਇੰਸਟਰੂਮੈਂਟ ਹੈ ਜਿਹਨੂੰ ਅਸੀਂ ਪਾਵਰ ਤੇ ਦੇ ਦਿੰਦੇ ਆ ਕਿਸੇ ਆਪਣੇ ਭੈਣ ਭਰਾ, ਸੱਜਣ ਮਿੱਤਰ, ਆਂਢੀ ਗੁਆਂਢੀ, ਜਿਹਦੇ ਤੇ ਵੀ ਅਸੀਂ ਵਿਸ਼ਵਾਸ ਕਰਦੇ ਹਾਂ। ਬਟ ਉਹ ਇੱਕ ਇੰਸਟਰੂਮੈਂਟ ਇੰਨਾ ਕੁ ਖਤਰਨਾਕ ਇੰਸਟਰੂਮੈਂਟ ਹੈ ਜਿਹਦੀ ਬਦਨੀਤ ਹੋ ਜੇ ਉਹਨੂੰ ਮਿਸਯੂਜ਼ ਕਰ ਸਕਦਾ, ਜਿਵੇਂ ਭਾਜੀ ਦੇ ਕੇਸ 'ਚ ਹੋਇਆ। ਇੱਥੇ ਮੈਂ ਦਰਸ਼ਕਾਂ ਨੂੰ ਦੱਸਣਾ ਚਾਹੁੰਦਾ ਕਿ ਜਦੋਂ ਵੀ ਤੁਸੀਂ ਪਾਵਰ ਅਟਾਰਨੀ ਦਿੰਦੇ ਹੋ ਉਹਦੇ 'ਚ ਹੱਕ ਦੂਤ ਜਿਹੜੇ ਲਿਖੇ ਜਾਂਦੇ ਨੇ ਕਿ ਜਿਹਨੂੰ ਪਾਵਰ ਅਟਾਰਨੀ ਦਿੱਤੀ ਜਾ ਰਹੀ ਹੈ ਉਹਦੇ ਹੱਕ ਦੂਤ ਲਿਮਿਟਿਡ ਹੋਣ, ਤੇ ਜਿਹੜੀਆਂ ਪਾਵਰਾਂ ਨਹੀਂ ਦਿੱਤੀਆਂ ਉਹਦਾ ਜ਼ਿਕਰ ਕੀਤਾ ਜਾਣਾ ਚਾਹੀਦਾ ਵੀ ਇਹਨੂੰ ਵੇਚਣ ਦਾ ਕੋਈ ਅਧਿਕਾਰ ਨਹੀਂ ਹੋਏਗਾ, ਇਹਨੂੰ ਟ੍ਰਾਂਸਫਰ ਕਰਨ ਦਾ ਅਧਿਕਾਰ ਨਹੀਂ ਹੋਏਗਾ, ਇਹਨੂੰ ਕਿਰਾਏ ਤੇ ਦੇਣ ਦਾ ਅਧਿਕਾਰ ਨਹੀਂ ਹੋਏਗਾ, ਮੌਰਟਗੇਜ ਕਰਨ ਦਾ ਅਧਿਕਾਰ ਨਹੀਂ ਹੋਏਗਾ। ਨਾ ਦੇਣ ਵਾਲੇ ਅਧਿਕਾਰਾਂ ਦਾ ਵੀ ਜ਼ਿਕਰ ਕਰਨ ਮੇਰੇ ਐਨਆਰਆਈ ਭੈਣ ਭਰਾ। ਔਰ ਜਿਹੜੇ ਮੇਰੇ ਐਨਆਰਆਈ ਭੈਣ ਭਰਾ ਇਹ ਗਲਤੀ ਕਰ ਚੁੱਕੇ ਆ ਵੀ ਸਟੀਰੀਓਟਾਈਪ ਪਾਵਰ ਅਟਾਰਨੀ ਦੇ ਚੁੱਕੇ ਨੇ, ਉਹਨੂੰ ਉਹ ਖਾਰਜ ਕਰ ਦੇਣ ਤੇ ਨਵੀਂ ਪਾਵਰ ਅਟਾਰਨੀ ਇਨਫੋਰਸ ਨਵੇਂ ਸਿਰਿਓਂ ਕਰ ਸਕਦੇ ਨੇ। ਮਤਲਬ ਸਾਹਿਬ ਜਿੱਦਾਂ ਭਰਾ ਆ ਗਏ ਸੀ ਨਾ ਲਖਵਿੰਦਰ ਸਿੰਘ ਜੀ, ਤੇ ਭਰਾਵਾਂ ਦੇ ਵਿੱਚ ਤਾਂ ਜਿਹੜੀ ਸ਼ਰਤਾਂ ਤੁਸੀਂ ਲਿਖੀਆਂ ਕਈ ਵਾਰ ਬੰਦਾ ਸੰਗ ਹੀ ਖਾਣ ਲੱਗ ਜਾਂਦਾ ਕਿ ਭਰਾ ਸੋਚੇਗਾ ਪਤਾ ਨਹੀਂ ਬੇਈਮਾਨੀ ਨਾ ਹੋ ਜਾਏ ਨਾ ਜੀ। ਤੇ ਅਜੇ ਕੇਸਾਂ ਦੇ ਵਿੱਚ ਫਿਰ ਕਿਵੇਂ ਮਸਲਾ ਹੱਲ? ਅਜੀ ਜਦੋਂ ਸ਼ਰ੍ਹਾ ਕਰਨੀ ਹੈ ਤੇ ਸ਼ਰਮ ਨਹੀਂ ਕਰਨੀ। ਜੇ ਆਪਾਂ ਵਪਾਰ ਕਰਨ ਬਹਿ ਗਏ ਜਾਂ ਰਿਸ਼ਤਾ ਨਿਭਾਓ ਜਾਂ ਵਪਾਰ ਕਰ ਲਓ, ਇਹਨਾਂ ਗਲਤੀਆਂ ਕਰਕੇ ਹੀ ਇਹਨਾਂ ਗਲਤੀਆਂ ਉਹਨਾਂ ਨੂੰ ਕੀ ਦਿਖਦਾ? ਇੰਡੀਅਨ ਮੇਰੇ ਕੋਲ ਇੰਨੇ ਕੇਸ ਨੇ, ਉਹਦੇ ਵਿੱਚ ਮੈਨੂੰ ਆਬਜ਼ਰਵੇਸ਼ਨ ਮੇਰੀ ਕੀ ਹੈ, ਇੰਡੀਅਨ ਬੰਦਾ ਸੋਚਦਾ ਅਸੀਂ 2 ਸਕੇ ਭਰਾ ਸੀ ਵੀ ਇਹ ਭਰਾ ਜਾ ਕੇ ਤੇ ਜਰਮਨੀ ਐਸ਼ਾ ਕਰਨ ਦੇ ਆ, ਪੌਂਡ ਕਮਾਉਂਦੇ ਆ, ਮੈਂ ਇੱਥੇ ਦਿਹਾੜੀ ਵੀ ਨਹੀਂ ਮੈਨੂੰ ਪੂਰੀ ਪੈਂਦੀ। ਪਰ ਇਹ ਨਹੀਂ ਪਤਾ ਇਹ ਭਰਾ 20 ਘੰਟੇ ਟੈਕਸੀ ਚਲਾ ਰਿਹਾ, ਉੱਥੇ ਲੇਬਰ ਜੌਬ ਕਰ ਰਿਹਾ, ਤੇ ਆਪ ਸ਼ਾਇਦ ਇੱਕ ਕਮਰੇ ਦੇ ਇੱਕ ਬੈੱਡ ਤੇ ਸੌਂ ਕੇ ਪੈਸੇ ਜੋੜ ਕੇ ਸੋਚ ਰਿਹਾ ਕਿ ਮੇਰਾ ਪਿੱਛਾ ਵੀ ਸੁਧਰ ਜੇ, ਮੇਰੇ ਨਾਲ ਜਿਹੜੇ ਜੰਮੇ ਸੀ ਉਹ ਵੀ ਵੱਧ ਜਾਣ ਅੱਗੇ। ਉਹ ਜਦੋਂ ਇੱਕ ਤੇ ਇਹ ਕੰਮ ਹੋ ਜਾਂਦਾ ਜੀ ਜੀ ਜੀ, ਸੈਕਿੰਡ ਜਦੋਂ ਉਹ ਪੈਸਾ ਹੁਣ ਮੈਨੂੰ ਮਿਲਣਾ ਸ਼ੁਰੂ ਹੋ ਗਿਆ ਸੌਖਾ, ਜਿਹਦਾ ਕੋਈ ਹਿਸਾਬ ਪੁੱਛਣ ਵਾਲਾ ਹੀ ਨਹੀਂ। ਅਗਲੀ ਗਲਤੀ ਮੇਰੇ ਐਨਆਰਆਈ ਭੈਣ ਭਰਾ ਕੀ ਕਰਦੇ ਆ, ਵਿਸ਼ਵਾਸ 'ਚ ਹਿਸਾਬ ਨਹੀਂ ਪੁੱਛਦੇ। ਇਹੋ ਜਿਹੇ ਵੇਲੇ ਕਿਸੇ ਖਰਾਂਟ ਜੇ ਵਕੀਲ ਨੂੰ ਨਾਲ ਰੱਖੋ ਜਿਹੜਾ ਘੱਟੋ ਘੱਟ ਟੇਬਲ ਤੇ ਬਹਿ ਕੇ ਸ਼ਰ੍ਹਾ ਵਿੱਚ ਸ਼ਰਮ ਨਾ ਹੋਣ ਦੇਵੇ, ਔਰ ਬੜੇ ਕਲੀਅਰ ਟਰਮਸ ਕਰੋ। ਜਦੋਂ ਤੁਸੀਂ ਅੱਜ ਵੇਖੋ ਭਾਜੀ ਆਪਣੀ ਜ਼ਿੰਦਗੀ ਇਹਨਾਂ ਦਾ ਟਰਨਿੰਗ ਪੁਆਇੰਟ ਆ ਗਿਆ। ਜਿੱਦਾਂ ਦੱਸਦੇ ਕਿ 10ਵੀਂ ਪਾਸ ਕਰਕੇ 76 'ਚ ਮੈਂ ਗਿਆ, ਇਹੋ ਜਿਹੇ ਬੰਦੇ ਨੂੰ ਹੋਰ ਮੌਕਾ ਦਿੱਤਾ ਜਾਂਦਾ ਅੱਗੇ ਵਧਣ ਦਾ, ਸ਼ਾਇਦ ਇਹ ਹੋਰ 5-10 ਸੱਜਣਾ ਮਿੱਤਰਾਂ ਨੂੰ ਤਾਰ ਦਿੰਦੇ ਬਿਲਕੁਲ, ਔਰ ਵਧੀਆ ਕਰ ਦਿੰਦੇ। ਸੋ ਯਾਦ ਫੇਰ ਕਰਾ ਰਿਹਾ ਕਿ ਪਾਵਰ ਅਟਾਰਨੀ ਜੇ ਤੁਸੀਂ ਦੇ ਚੁੱਕੇ ਹੋ ਉਹਨੂੰ ਬਦਲ ਦਿਓ, ਔਰ ਅੱਗੋਂ ਦੇਣ ਤੋਂ ਪਹਿਲਾਂ ਸੋਚ ਸਮਝ ਕੇ ਦੇਣੀ ਜੀ। ਬਿਲਕੁਲ। ਸੋ ਬਲਵਿੰਦਰ ਜੀ, ਸਾਰੀ ਗੱਲ ਪਾਵਰ ਆਫ ਅਟਾਰਨੀ ਤੋਂ ਸ਼ੁਰੂ ਹੁੰਦੀ ਹੈ, ਮਤਲਬ ਕਿ ਇੱਥੋਂ ਹੀ ਕੱਪੜੇ ਹੋਣੇ ਸ਼ੁਰੂ ਹੋ ਜਾਂਦੇ ਨੇ। ਤੁਸੀਂ ਉਹਨਾਂ ਨੂੰ ਲਿਖ ਕੇ ਦਿੱਤੀ ਹੋਣੀ ਜਾਂ ਹੁਣ ਤੁਹਾਡੇ ਯਾਦ ਨਹੀਂ ਹੈ, ਜਾਂ ਉਹਨਾਂ ਨੇ ਬਣਵਾ ਲਈ ਹੋਣੀ ਹੈ। ਇਸ ਪਾਵਰ ਆਫ ਅਟਾਰਨੀ ਦਾ ਇਹ ਵੀ ਸਸਪੈਂਸ ਹੈ ਕਿ ਮਤਲਬ ਸ਼ਾਇਦ ਉਹਨੇ ਮਤਲਬ ਜਿਹੜੀ ਹੈ ਬਣਾ ਲਈ ਆ, ਜਾਲੀ ਬਣਾ ਲਈ ਹੋਵੇ, ਕਿਉਂਕਿ ਉਸ ਟਾਈਮ ਦੀ ਨਾ ਤੇ ਕੋਈ ਫੋਟੋ ਲੱਗੀ ਹੈ ਤੇ ਉਹ ਸਾਈਨ ਜਿਹੜੇ ਨੇ ਲੱਗਦੇ ਤੇ ਮੇਰੇ ਵਰਗੇ ਹੀ ਨੇ, ਪਰ ਮੈਂ ਮਤਲਬ ਮੈਨੂੰ ਇੰਨਾ ਕਹਿ ਕੇ ਮਤਲਬ ਮੈਂ ਕੋਈ ਇਹੋ ਜੀ ਉਹਨਾਂ ਨੂੰ ਦਿੱਤੀ ਨਹੀਂ ਸੀ। ਇਸ ਤੋਂ ਬਾਅਦ ਤੁਸੀਂ ਆ ਕੇ ਸ਼ਿਕਾਇਤ ਕੀਤੀ ਥਾਣੇ ਦੇ ਵਿੱਚ ਆਪਣੇ ਭਰਾ ਦੇ ਵਿਰੁੱਧ? ਨਹੀਂ, ਉਹ ਹੁਣ ਆ ਕੇ ਤੇ ਮਤਲਬ ਜਿਹੜਾ ਸਾਨੂੰ ਉਹਦਾ ਮਤਲਬ ਪਤਾ ਲੱਗਾ ਕੋਈ ਟ੍ਰਾਂਸਫਰ ਹੋ ਗਈ ਹੈ। ਅੱਛਾ, ਤੁਸੀਂ ਇੱਕ ਨਾਮ ਲਿਆ ਇਹਦੇ ਵਿੱਚ ਦਿਲਬਾਗ ਰਾਏ ਦਾ। ਹਾਂਜੀ। ਦਿਲਬਾਗ ਰਾਏ ਕੌਣ ਸ਼ਖਸ ਹੈ? ਦਿਲਬਾਗ ਰਾਏ ਵੀ ਜੀ ਇਸ ਤਰ੍ਹਾਂ ਹੀ ਮਤਲਬ ਜਿਹੜਾ ਸਾਡਾ ਘਰੇਲੂ ਝਗੜੇ ਨੂੰ ਦੇਖਦੇ ਆ, ਉਹ ਮਤਲਬ ਸਾਡੇ ਵਿੱਚ ਮਤਲਬ ਜਿਹੜਾ ਅਸੀਂ ਐਂਟਰ ਕੀਤਾ ਉਹਨੇ, ਔਰ ਮਤਲਬ ਕਿ ਤੁਹਾਡਾ ਰਿਸ਼ਤੇਦਾਰ ਨਹੀਂ ਹੈਗਾ? ਕੋਈ ਰਿਸ਼ਤੇਦਾਰ ਨਹੀਂ ਸੀ, ਮੈਂ ਉਹਨੂੰ ਜਾਣਦਾ ਨਹੀਂ ਸੀਗਾ। ਸਾਲ 2000 ਦੇ ਵਿੱਚ ਮੇਰੇ ਕੋਈ ਸੱਜਣ ਮਿੱਤਰ ਸੀਗੇ ਅੰਮ੍ਰਿਤਸਰ ਤੋਂ, ਉਹ ਕਿਤੇ ਉਹਨਾਂ ਦੇ ਕੋਲ ਉੱਥੇ ਢਾਬੇ ਦੇ ਉੱਤੇ ਬੈਠੇ ਸੀਗੇ। ਅੱਛਾ ਜੀ। ਉੱਥੇ ਉਹਨਾਂ ਨੇ ਖਾਧੀ ਪੀਤੀ, ਕਿਉਂਕਿ ਮੈਂ ਤਾਂ ਖਾਂਦਾ ਪੀਂਦਾ ਨਹੀਂ ਸੀਗਾ। ਹਾਂਜੀ, ਠੀਕ ਹੈ। ਤੇ ਉੱਥੇ ਉਹਨਾਂ ਨੇ ਖਾਧਿਆਂ ਪੀਤਿਆਂ ਮਤਲਬ ਉੱਥੇ ਉਹਨਾਂ ਦੇ ਕੋਲ ਨਾਈਟ ਸਟੇ ਵੀ ਉੱਥੇ ਹੀ ਕਰ ਲਿਆ। ਤੇ ਸਵੇਰ ਨੂੰ ਉੱਠ ਕੇ ਮੈਨੂੰ ਟੈਲੀਫੋਨ ਕੀਤਾ ਕਿ ਅਸੀਂ ਇੱਥੇ ਬੈਠੇ ਆ, ਤੇ ਉਹਨਾਂ ਮੈਨੂੰ ਵੀ ਉੱਥੇ ਸੱਦ ਲਿਆ। ਉੱਥੋਂ ਮੇਰੀ ਵਾਕਫੀਅਤ ਹੋਈ। ਉੱਥੋਂ ਵਾਕਫੀਅਤ ਕਰਦਿਆਂ ਉਹ ਬੰਦਾ ਜਿਹੜਾ ਸੀ ਉਹ ਚਿੱਚੜ ਵਾਂਗੂ ਚੰਬੜ ਗਿਆ। ਮੈਨੂੰ ਕੀ ਸ਼ਮੂਲੀਅਤ ਰਹੀ ਕਿ ਇਹਨਾਂ ਕੇਸਾਂ ਦੇ ਵਿੱਚ ਦਿਲਬਾਗ ਰਾਏ ਦੀ? ਦਿਲਬਾਗ ਰਾਏ ਦੀ ਮਤਲਬ ਜਿਹੜਾ ਸੀ ਉਹ ਮਤਲਬ ਉਹ ਇੱਕ ਕਿਸਮ ਦੀ ਉਹਨੇ ਮੇਰੇ ਨਾਲ ਗਾਂ ਅੱਗੇ ਆਪ ਫਰੈਂਡਸ਼ਿਪ ਕਰਦਿਆਂ ਪਰਿਵਾਰਕ ਫਰੈਂਡਸ਼ਿਪ ਵੀ ਬਣਾ ਲਈ। ਹਾਂਜੀ, ਠੀਕ ਹੈ, ਦੋਸਤੀ ਵੱਧ ਗਈ ਮਤਲਬ। ਹਾਂਜੀ। ਮੈਨੂੰ ਨਹੀਂ ਸੀ ਪਤਾ ਕਿ ਮਤਲਬ ਬੰਦਾ ਮਤਲਬ ਉਹਦੀ ਬੈਕਗ੍ਰਾਉਂਡ ਕੀ ਹੈ। ਨਹੀਂ, ਤੁਹਾਡੇ ਨਾਲ ਧੋਖਾ ਕੀ ਕਰ ਗਿਆ? ਮੇਰੇ ਨਾਲ ਧੋਖਾ ਇਹ ਹੋ ਗਿਆ ਕਿ ਮਤਲਬ ਕਰਦਿਆਂ ਜਦੋਂ ਕਿ ਮਤਲਬ ਉਸ ਟਾਈਮ ਤੇ ਮੇਰੇ ਭਰਾਵਾਂ ਦੇ ਨਾਲ ਚੱਲ ਰਿਹਾ ਸੀਗਾ,
2003 ਦੇ ਵਿੱਚ ਈਵਨ ਇੱਥੋਂ ਤੱਕ ਕਿ ਮਤਲਬ ਉਹਨਾਂ ਨੇ ਮੈਨੂੰ ਮਾਰ ਕੇ ਸੁੱਟ ਗਏ ਸੀਗੇ ਮੇਰੇ ਘਰ ਦੇ ਵਿੱਚ ਹੀ। ਕੁੱਟਮਾਰ ਕੀਤੀ ਤੁਹਾਡੇ ਨਾਲ? ਹਾਂਜੀ ਹਾਂਜੀ, ਕੁੱਟਮਾਰ ਕਰਕੇ ਮੇਰੀਆਂ ਲੱਤਾਂ ਤੋੜ ਕੇ ਮਤਲਬ ਜਿਹੜੇ ਇੱਕ ਕਿਸਮ ਨਾਲ ਮਾਰ ਕੇ ਸੁੱਟ ਗਏ ਸੀ। ਆਪਣੇ ਵੱਲੋਂ ਡੈੱਡ ਬੋਡੀ ਸਮਝ ਕੇ ਹਾਂਜੀ ਹਾਂਜੀ, ਨਹੀਂ ਤੁਸੀਂ ਮੇਰੇ ਘਰੇ ਹੀ। ਅੱਛਾ 2003 ਦੀ ਗੱਲ ਹੈ। ਹਾਂਜੀ ਹਾਂਜੀ, ਉਸ ਟਾਈਮ ਦੇ ਉੱਤੇ ਉਹਦੀ ਮਤਲਬ ਜਿਹੜੀ ਸੀ ਉਲਟਾ ਪਰਚਾ ਜਿਹੜਾ ਸੀ ਉਹਨਾਂ ਨੇ ਮੇਰੇ ਤੇ ਕਰਵਾਤਾ ਪੁਲਿਸ ਦੇ ਨਾਲ ਮਿਲ ਕੇ। ਉਸ ਟਾਈਮ ਦੇ ਉੱਤੇ ਨੇ ਦਿਲਬਾਗ ਰਾਏ ਨੇ ਮਤਲਬ ਮੈਨੂੰ ਮਤਲਬ ਹਸਪੀਟਲ ਦੇ ਵਿੱਚ ਆ ਕੇ ਤੇ ਮਤਲਬ ਜਿਹੜਾ ਸੀ ਮਿਲਦਾ ਗਿਲਦਾ ਰਿਹਾ, ਉੱਥੇ ਮਤਲਬ ਮੇਰੀ ਦੇਖਭਾਲ ਉਹਨਾਂ ਨੇ ਕੀਤੀ। ਉਹ ਪਰਿਵਾਰਕ ਮਤਲਬ ਜਿਹੜੇ ਹਨ ਸੰਬੰਧ ਸਾਡੇ ਗਾਂ ਅੱਗੇ। ਠੀਕ ਹੈ ਜੀ। ਮੈਂ ਫਿਰ ਉਸ ਟਾਈਮ ਤੋਂ ਬਾਅਦ ਮਤਲਬ ਕਿ ਮੇਰੇ ਭਰਾ ਨੇ ਹੀ ਮੈਨੂੰ ਮਤਲਬ ਜਿਹੜਾ ਸੀਗਾ ਅਕਤੂਬਰ ਮਹੀਨੇ 2003 ਦੇ ਵਿੱਚ ਐਕਸੀਡੈਂਟ ਕਰਵਾ ਕੇ ਮਤਲਬ ਮੈਨੂੰ ਮਰਵਾਉਣ ਦੀ ਕੋਸ਼ਿਸ਼ ਕੀਤੀ। 2003 ਵਿੱਚ? 2003 ਦੇ ਵਿੱਚ। ਠੀਕ ਹੈ। ਜਿੱਥੋਂ ਮੈਂ ਤਰੱਠ ਗਿਆ ਕਿ ਮਤਲਬ ਮੈਂ ਜੇ ਇੱਥੇ ਮੈਨੂੰ ਧੋਖੇ ਨਾਲ ਕਿਤੇ ਮਾਰ ਦਿੱਤਾ ਗਿਆ ਤੇ ਮਤਲਬ ਜਿਹੜਾ ਮੇਰੇ ਬੱਚੇ ਰੁੱਲ ਜਾਣਗੇ। ਮੈਂ ਬੱਚਿਆਂ ਨੂੰ ਹਟਾ ਕੇ ਸਕੂਲਾਂ ਦੇ ਵਿੱਚੋਂ ਤੇ ਮੈਂ ਜਿਹੜਾ ਉਹਨਾਂ ਨੂੰ ਵਾਪਸ ਭੇਜਣ ਦੀ ਕੋਸ਼ਿਸ਼ ਮਤਲਬ ਜਿਹੜਾ ਸੋਚ ਲਈ। ਅੱਛਾ ਜੀ, ਠੀਕ ਕਿ ਹੈ। ਵਾਪਸ ਚਲੇ ਜਾਣਾ ਤੇ ਜਾਣ ਲੱਗਿਆ ਅਸੀਂ ਮਤਲਬ ਜਿਹੜੀ ਸੀ ਪਾਵਰ ਆਫ ਅਟਾਰਨੀ ਜਿਹੜੀ ਸੀ ਨਾ, ਉਹ ਫੈਕਟਰੀ ਜਿਹੜੀ ਬਾਜਵਾ ਪਲਾਈਵੁੱਡ ਇੰਡਸਟਰੀ ਬੰਦ ਕਰਕੇ ਬਿਲਕੁਲ ਬੈਂਕ ਦਾ ਹਿਸਾਬ ਕਿਤਾਬ ਕਰਕੇ ਤੇ ਮਤਲਬ ਜਿਹੜਾ ਸੀ ਇਹ ਪਾਵਰ ਆਫ ਅਟਾਰਨੀ ਉਹਦੀ ਦੇਖਭਾਲ ਵਾਸਤੇ ਦਿਲਬਾਗ ਨੂੰ ਦੇ ਦਿੱਤੀ। ਕਿਸ ਚੀਜ਼ ਦੀ? ਫੈਕਟਰੀ ਦੀ। ਫੈਕਟਰੀ ਬਾਜਵਾ ਪਲਾਈਵੁੱਡ ਇੰਡਸਟਰੀ। ਅੱਛਾ ਠੀਕ ਹੈ ਜੀ। ਨੰਗਲਪੁਰ, ਜਿਹੜੀ ਕਿ ਇਹਦੇ ਮਤਲਬ ਢਾਬੇ ਤੋਂ ਤਕਰੀਬਨ 3 ਕਿਲੋਮੀਟਰ ਦੇ ਉੱਤੇ ਸੀ। ਅੱਛਾ ਜੀ। ਪਾਵਰ ਆਫ ਅਟਾਰਨੀ ਅਸੀਂ ਜਿਹੜੀ ਦਿੱਤੀ ਹੈ ਜਿੱਦਣ ਨਹੀਂ, ਤੇ ਇਸ ਫੈਕਟਰੀ ਨੂੰ ਪਹਿਲਾਂ ਆਪਣੇ ਨਾਮ ਨਹੀਂ ਲਗਵਾ ਇਹ ਫੈਕਟਰੀ ਜਿਹੜੀ ਸੀਗੀ ਮੇਰੀ ਵਾਈਫ ਦੇ ਨਾਂ ਦੇ ਉੱਤੇ ਸੀਗੀ। ਅੱਛਾ, ਇਸ ਤੇ ਠੱਗੀ ਨਹੀਂ ਵੱਜੀ ਸੀ ਹਾਲੇ? ਇਹਦੇ ਵਿੱਚ ਉਸ ਟਾਈਮ ਦੇ ਉੱਤੇ ਅਜੇ ਠੱਗੀ ਨਹੀਂ ਸੀ ਵੱਜੀ। 2003 ਤੱਕ ਨਹੀਂ। ਅੱਛਾ ਹਾਂਜੀ ਠੀਕ ਹੈ। ਹਾਂਜੀ। ਅੱਛਾ, ਤੁਸੀਂ ਇਹਦੀ ਪਾਵਰ ਆਫ ਅਟਾਰਨੀ ਦਿਲਬਾਗ ਸਿੰਘ ਨੂੰ ਲਿਖ ਕੇ ਦਿਲਬਾਗ ਰਾਏ ਨੂੰ ਮਤਲਬ ਜਿਹੜੀ ਸੀ ਉਹਦੇ ਨਾਂ ਤੇ ਕਰਵਾ ਦਿੱਤੀ। ਜਰਮਨ ਚਲੇ ਗਏ? ਜਰਮਨ ਚ ਮਤਲਬ ਜਿਹੜਾ ਜਾਣ ਵਾਸਤੇ ਅਸੀਂ ਦੇਤੀ। ਠੀਕ ਹੈ। ਤੇ ਮਤਲਬ ਅਸੀਂ ਚਲੇ ਜਾਣਾ ਵਾਪਸ। ਸਕੂਲੋਂ ਫ੍ਰੀ ਕਰਾ ਲਿਆ ਤੇ ਹਿਸਾਬ ਕਲੀਅਰ ਕਰਤਾ ਤੇ ਵੀ ਮੂਵ ਕਰ ਜਾਈਏ ਵਾਪਸ। ਉਹ ਕੀ ਕੀਤਾ ਕਿ ਮਤਲਬ ਜਿਸ ਦਿਨ ਉਹ ਪਾਵਰ ਆਫ ਅਟਾਰਨੀ ਅਸਾਂ ਬਟਾਲੇ ਦੇ ਵਿੱਚ ਬਣਾਈ ਤਹਿਸੀਲ ਦੇ ਵਿੱਚ, ਪਾਵਰ ਆਫ ਅਟਾਰਨੀ ਬਣਾ ਕੇ ਅਸੀਂ ਦੋਨੇ ਹਸਬੈਂਡ ਵਾਈਫ ਅਸੀਂ ਚਲੇ ਗਏ ਆ। ਤੇ ਇਹਨੇ ਦਿਲਬਾਗ ਰਾਏ ਨੇ ਉਸੇ ਦਿਨ ਹੀ ਇੱਕ ਤੇ ਉਹ ਪਾਵਰ ਆਫ ਅਟਾਰਨੀ ਬਣੀ ਸੀਗੀ, ਉਹ ਤੇ ਹਾਂ ਬਣਾ ਕੇ ਦਿੱਤੀ ਸੀਗੀ, ਵਾਈਫ ਦੇ ਸਾਈਨ ਮੈਂ ਕਰਵਾਏ ਆ। ਲੇਕਿਨ ਇਸ ਨੇ ਕੀ ਕੀਤਾ ਕਿ ਮਤਲਬ ਉਸੇ ਦਿਨ ਹੀ ਸਾਡੇ ਜਾਣ ਤੋਂ ਬਾਅਦ ਵਿੱਚ ਬਟਾਲਾ ਦੇ ਵਿੱਚ ਹੀ ਤਹਿਸੀਲ ਦੇ ਵਿੱਚ ਇੱਕ ਇਹਨੇ ਆਪਣੀ ਲੜਕੀ ਦੇ ਨਾਂ ਦੇ ਉੱਤੇ ਇਸੇ ਪ੍ਰਾਪਰਟੀ ਦਾ ਜਿਹੜਾ ਸੀਗਾ ਰੈਂਟ ਐਗਰੀਮੈਂਟ ਕਰ ਲਿਆ। ਲੀਜ਼ ਮਤਲਬ 40 ਆਪਣਾ ਉਹਦੇ ਮਤਲਬ ਕੋਈ ਲੀਜ਼ ਰੱਖ ਕੇ ਮਤਲਬ ਜਿਹੜਾ ਸੀ ਨਾ ਕੋਈ ਮੇਰਾ ਖਿਆਲ 30 ਸਾਲਾ ਸੀ ਜਾਂ 40 ਸਾਲਾ ਸੀਗੀ, ਉਹ ਐਗਰੀਮੈਂਟ ਕਰ ਲਿਆ। ਉਹਦੇ ਤੁਹਾਡੇ ਸਾਈਨ ਹੋ ਗਏ? ਨਾ ਨਾ, ਹੁਣ ਪਾਵਰ ਅਟਾਰਨੀ ਉਹਨੇ ਦਿਲਬਾਗ ਰਾਏ। ਅੱਛਾ, ਦਿਲਬਾਗ ਰਾਏ ਨੇ ਆਪਣੀ ਕੁੜੀ ਨੂੰ ਕਿਰਾਇਆਨਾਮਾ ਬਣਾ ਦਿੱਤਾ ਇਹਨਾਂ ਦੀ ਪ੍ਰਾਪਰਟੀ ਦਾ। ਹਾਂਜੀ, ਸਾਈਨ ਉਹਨਾਂ ਦੇ ਚੱਲੇ ਉੱਥੇ। ਸਾਈਨ ਉਹਦੇ ਚੱਲੇ ਸੀ, ਪਾਵਰ ਅਟਾਰਨੀ ਹੋਲਡਰ ਸੀ। ਅੱਛਾ, ਇੱਕ ਤੇ ਉਹ ਕਰ ਲਿਆ। ਦੂਸਰਾ ਉਸਨੇ ਮਤਲਬ ਇੱਕ ਜਿਹੜਾ ਸੀ ਸੇਲ ਐਗਰੀਮੈਂਟ ਮੇਰੀ ਵਾਈਫ ਵੱਲੋਂ ਉਹਨੇ ਕੀ ਕੀਤਾ ਕਿ ਮਤਲਬ ਜਿਹੜਾ ਵਾ ਜਿਹੜੇ ਪੇਪਰ ਖਰੀਦੇ ਉਹਦੇ ਵਾਸਤੇ ਆਪਣਾ ਪਾਵਰ ਆਫ ਅਟਾਰਨੀ ਵਾਸਤੇ, ਉਸ ਟਾਈਮ ਦੇ ਉੱਤੇ ਉਹਨੇ 2 ਅਲੱਗ-ਅਲੱਗ ਮਤਲਬ ਜਿਹੜੇ ਹਨ ਸਟਾਂਪ ਖਰੀਦ ਲਏ। ਹਾਂਜੀ, ਇੱਕ ਦੇ ਉੱਤੇ ਤੇ ਮਤਲਬ ਜਿਹੜਾ ਸੀ ਪਾਵਰ ਆਫ ਅਟਾਰਨੀ ਤੇ ਮੇਰੀ ਵਾਈਫ ਦੇ ਓਰੀਜਨਲ ਸਾਈਨ ਹੋ ਗਏ। ਦੂਸਰਾ ਜਿਹੜਾ ਸੀ ਲਿਆ ਸੀਗਾ ਉਹਨੇ, ਉਹਦੇ ਉੱਤੇ ਮਤਲਬ ਜਿਹੜਾ ਸੀ ਉਹਨੇ ਇੱਕ ਸੇਲ ਐਗਰੀਮੈਂਟ ਲਿਖ ਕੇ, ਜਿਹਨੂੰ ਬਿਆਨਾ ਕਹਿੰਦੇ ਆ। ਹਾਂਜੀ, ਬਿਆਨਾ ਇੱਕ ਝੂਠਾ ਬਿਆਨਾ ਹੀ ਤਿਆਰ ਕਰਕੇ ਤੇ ਉਹ ਮਤਲਬ ਤਿਆਰ ਕਰ ਲਿਆ। ਉਹਦੇ ਉੱਤੇ ਸਾਈਨ ਮੇਰੀ ਵਾਈਫ ਦੇ ਨਹੀਂ ਸੀਗੇ। ਉਸ ਜਾਲੀ ਸਾਈਨ ਮਾਰ ਲਏ ਉੱਥੇ। ਹਾਂਜੀ, ਉੱਥੇ ਵੀ ਉਹ ਜਾਲੀ ਸਾਈਨ ਨਹੀਂ ਉਹਨੇ ਕੀਤੇ। ਉੱਥੇ ਵੀ ਉਹਨਾਂ ਨੇ ਕੋਈ ਮਤਲਬ ਜਿਹੜੇ ਸੀਗੇ ਪਾਵਰ ਆਫ ਅਟਾਰਨੀ ਦੇ ਸਾਈਨ ਹੋਏ ਹਨ, ਉਹਨਾਂ ਦੀ ਸਕੈਨ ਵਗੈਰਾ ਕਰਕੇ ਉਹਨਾਂ ਨੇ ਮਤਲਬ ਜਿਹੜਾ ਉੱਤੇ ਉਹ ਕਰ ਲਿਆ। ਹਾਂਜੀ, ਉਹ 2 ਪੇਪਰ ਉਹਨੇ ਉਦਣ ਹੀ ਤਿਆਰ ਕਰ ਲਏ, ਜਿਹੜੇ ਸਾਨੂੰ ਬਾਅਦ ਚ ਪਤਾ ਲੱਗਾ 2000। ਹੁਣ ਕੀ ਹੁੰਦਾ ਹੈ ਕਿ ਮਤਲਬ ਜਿਹੜਾ ਵਾ ਅਸੀਂ ਚਲੇ ਜਾਂਦੇ ਆ ਤੇ ਫਰਵਰੀ 2003 ਦੀ ਗੱਲ ਹੈ। ਬੱਚੇ ਭੇਜ ਦੇਣਾ, ਮੈਂ ਜੇ ਇੱਥੇ ਹੀ ਸੀਗਾ। ਅੱਛਾ ਜੀ। ਹਾਂਜੀ, ਬੱਚੇ ਤੁਸੀਂ ਜਰਮਨ ਭੇਜ ਦਿਓ? ਬੱਚੇ ਮੈਂ ਜਰਮਨ ਭੇਜ ਦਿੱਤੇ ਕਿਉਂਕਿ ਮੇਰੀ ਪ੍ਰਾਪਰਟੀ ਉੱਥੇ ਹੈਗੀ ਸੀ, ਉੱਥੇ ਵੀ ਖਰੀਦੀ ਹੈ ਮੇਰੀ ਆਪਣੀ। ਹਾਂਜੀ, ਤੇ ਇੱਥੇ ਫਰਵਰੀ ਮਹੀਨੇ ਦੇ ਵਿੱਚ ਜਿਹੜੀ ਹੈ ਨਾ ਮੇਰੀ ਮਤਲਬ ਚੈੱਕ ਬੁੱਕ ਜਿਹੜੀ ਆ ਉਹ ਗੁੰਮ ਹੋ ਜਾਂਦੀ ਹੈ। ਅੱਛਾ, ਚੈੱਕ ਬੁੱਕ ਤੇ ਸਾਈਨ ਕੀਤੇ ਸੀ ਵਿਦਆਊਟ ਸਾਈਨ? ਚੈੱਕ ਬੁੱਕ ਦੇ ਉੱਤੇ ਸਾਈਨ ਜਿਹੜੇ ਮੇਰੇ ਹੋਏ ਸੀਗੇ। ਨਹੀਂ, ਸਾਈਨ ਤੁਸੀਂ ਕਿਉਂ ਕਰਕੇ ਰੱਖੇ? ਸਾਈਨ ਮੇਰਾ ਇਸ ਕਰਕੇ ਰੱਖੇ ਸੀ ਜਦੋਂ ਮਤਲਬ ਜਿਹੜੀ ਆਪਣਾ ਫੈਕਟਰੀ ਸੀਗੀ ਨਾ, ਜਦੋਂ ਮੈਂ ਕਿਤੇ ਇੱਥੇ ਨਹੀਂ ਸੀ ਹੁੰਦਾ। ਹਾਂਜੀ, ਤੇ ਉਹ ਮੈਂ ਵਾਈਫ ਵਾਸਤੇ ਕਰਕੇ ਰੱਖੇ ਸੀ ਕਿ ਮੇਰੀ ਗੈਰ ਹਾਜ਼ਰੀ ਦੇ ਵਿੱਚ
ਬਾਜਵਾ ਪਲਾਈਵੁੱਡ ਇੰਡਸਟਰੀ ਵਾਸਤੇ ਜੇ ਕੋਈ ਮਤਲਬ ਪੈਸੇ ਦੀ ਥੋੜੇ ਬਹੁਤੇ ਦੀ ਜ਼ਰੂਰਤ ਪਏ ਤੇ ਆ ਚੈੱਕ ਭਰ ਕੇ ਤੇ ਮਤਲਬ ਜਿਹੜਾ ਦੇ ਦੇਣਾ। ਕੱਢ ਦੋ, ਠੀਕ। ਹਾਂਜੀ। ਹੁਣ ਬੱਚੇ ਜਾਣ ਕਰਕੇ ਜਿਹੜਾ ਸੀ ਉਹ ਚੈੱਕ ਬੁੱਕ ਤੇ ਮੇਰੀ ਗੱਡੀ ਦੇ ਵਿੱਚ ਹੀ ਪਈ ਤੇ ਮੈਂ ਠਹਿਰਦਾ ਸੀਗਾ ਇਸੇ ਦਿਲਬਾਗ ਰਾਏ ਦੇ ਘਰ, ਠੀਕ ਹੈ ਜੀ। ਬਟਾਲਾ ਵਿਖੇ। ਜਦੋਂ ਵੀ ਕਿਤੇ ਅਸੀਂ ਇਕੱਠੇ ਜਾਂਦੇ ਆ ਤੇ ਉਹਦੇ ਘਰੇ ਉੱਥੇ ਮਤਲਬ ਜਿਹੜਾ ਸੀ ਇਹਦੇ ਕਿਰਾਏ ਦਾ ਮਕਾਨ ਸੀਗਾ, ਗਵਰਨਮੈਂਟ ਦਾ ਕੁਆਟਰ ਸੀਗਾ, ਠੀਕ ਹੈ ਜੀ। ਉੱਥੇ ਜਿਹੜੀ ਆ ਉਹ ਮਤਲਬ ਜਿਹੜੀ ਆ ਉਹ ਚੈੱਕ ਬੁੱਕ ਜਿਹੜੀ ਆ ਮੇਰੀ ਫਰਵਰੀ ਮਹੀਨੇ ਦੇ ਵਿੱਚ ਗੁੰਮ ਹੋ ਜਾਂਦੀ ਹੈ, ਜਿਹਦੀ ਮੈਂ ਰਿਪੋਰਟ ਜਿਹੜੀ ਆ ਆਪਣੇ ਬੈਂਕ ਦੇ ਵਿੱਚ ਦੇ ਦੇਣਾ ਫਰਵਰੀ ਮਹੀਨੇ ਦੇ ਵਿੱਚ। ਹਾਂਜੀ, ਠੀਕ ਹੈ। ਹੁਣ ਜਾ ਕੇ ਨਵੰਬਰ ਮਹੀਨੇ ਦੇ ਵਿੱਚ ਜਿਹੜੇ ਨੇ ਅਸੀਂ ਚਲੇ ਜਾਂਦੇ ਆ ਉਧਰ, ਨਵੰਬਰ ਮਹੀਨੇ ਦੇ ਵਿੱਚ 2 ਚੈੱਕ ਜਿਹੜੇ ਨੇ ਮੇਰੇ ਬੈਂਕ ਦੇ ਵਿੱਚ ਆ ਜਾਂਦੇ ਨੇ। ਅੱਛਾ, ਨਵੰਬਰ ਮਹੀਨੇ ਦੇ ਵਿੱਚ। ਤੁਸੀਂ ਜਰਮਨ ਹੁੰਦੇ ਉਸ ਸਮੇਂ? ਉਸ ਟਾਈਮ ਦੇ ਉੱਤੇ ਮਤਲਬ ਜਿਹੜਾ ਸੀਗਾ, ਹਾਂ ਜਰਮਨ ਸੀਗਾ। ਹਾਂਜੀ। ਹੁਣ ਉੱਥੇ ਜਿਹੜਾ ਵਾ ਆਪਣਾ ਜਦੋਂ ਬੈਂਕ ਦੇ ਵਿੱਚ ਆਉਂਦੇ ਨੇ ਚੈੱਕ, 2 ਚੈੱਕ ਆਉਂਦੇ ਨੇ। ਇੱਕ ਜਿਹੜਾ ਵਾ ਦਿਲਬਾਗ ਰਾਏ ਦੇ ਨਾਲ ਜਿਹੜੀ ਔਰਤ ਰਹਿੰਦੀ ਸੀ, ਅਵਿਨਾਸ਼। ਅੱਛਾ, ਦਿਲਬਾਗ ਰਾਏ ਦੇ ਨਾਲ ਔਰਤ ਪਤਨੀ ਸੀ ਇਹਦੀ? ਪਤਨੀ ਨਹੀਂ ਸੀਗੀ ਇਹਦੀ ਪਤਨੀ, ਮਤਲਬ ਹੁਣ ਮੈਨੂੰ ਪਤਾ ਬਾਅਦ ਚ ਲੱਗਾ ਕਿ ਮਤਲਬ ਉਹ ਪਤਨੀ ਨਹੀਂ ਸੀ। ਇਹਦੀ ਪਤਨੀ ਜਿਹੜੀ ਆ ਉਹ ਸ਼ਸ਼ੀਕਾਂਤ ਹੈ, ਜਿਹੜੀ ਕਿ ਦੀਨਾ ਨਗਰ ਰਹਿੰਦੀ ਹੈ। ਅੱਛਾ ਜੀ। ਹਾਂਜੀ। ਅੱਛਾ, ਤੁਹਾਨੂੰ ਕੀ ਪਤਾ ਲੱਗਾ? ਇਹ ਆ ਕੇ ਮਤਲਬ ਹੁਣ ਮਤਲਬ ਬਾਅਦ ਚ ਪਤਾ ਅੱਛਾ, ਲੱਗਿਆ। ਤੁਸੀਂ ਪਹਿਲਾਂ ਉਹਨੂੰ ਪਤਨੀ ਸਮਝਦੇ ਸੀ? ਮੈਂ ਉਹਨੂੰ ਹੀ ਪਤਨੀ ਸਮਝਦਾ ਸੀਗਾ ਪਹਿਲਾਂ, ਅਵਿਨਾਸ਼ ਨੂੰ। ਅੱਛਾ ਅੱਛਾ ਜੀ। ਹਾਂਜੀ। ਇਹਨੇ ਕੀਤਾ ਕਿ ਇੱਕ ਚੈੱਕ ਜਿਹੜਾ ਵਾ ਅਵਿਨਾਸ਼ ਦੇ ਨਾਂ ਤੇ ਭਰ ਕੇ ਇੱਕ ਉੱਥੇ ਬਟਾਲੇ PNB ਬੈਂਕ ਦੇ ਵਿੱਚ ਲਾਤਾ। ਅਮਾਉਂਟ ਵੀ ਦੱਸ ਦਿਓ। ਅਮਾਉਂਟ ਜਿਹੜੀ ਸੀ ਮੇਰਾ 21.5 ਲੱਖ ਸੀਗੀ। ਹਾਂਜੀ। ਤੇ ਦੂਸਰਾ ਚੈੱਕ ਇਹਨੇ ਮਤਲਬ ਜਿਹੜਾ ਸੀਗਾ ਸਾਡੀ ਜਿਹੜੀ ਬਾਜਵਾ ਪਲਾਈਵੁੱਡ ਇੰਡਸਟਰੀ ਸੀਗੀ, ਉਸ ਬਾਜਵਾ ਪਲਾਈਵੁੱਡ ਇੰਡਸਟਰੀ ਦੇ ਇਹਨਾਂ ਨੇ ਦੋਨਾਂ ਨੇ ਰਾਜ ਵਿਕਰਮ ਰਾਏ। ਰਾਜ ਵਿਕਰਮ ਰਾਏ ਕੌਣ? ਰਾਜ ਵਿਕਰਮ ਰਾਏ ਜਿਹੜਾ ਸੀ ਅਵਿਨਾਸ਼ ਦਾ ਲੜਕਾ ਹੈ। ਅੱਛਾ, ਅਵਿਨਾਸ਼ ਔਰਤ ਦਾ ਲੜਕਾ ਸੀ? ਹਾਂਜੀ ਹਾਂਜੀ। ਅੱਛਾ ਜੀ। ਲੇਕਿਨ ਉਹ ਲਿਖਦੇ ਮਤਲਬ ਸਨ ਆਫ ਦਿਲਬਾਗ ਰਾਏ ਸੀਗੇ। ਅੱਛਾ ਜੀ। ਹਾਂਜੀ। ਹੈਗਾ ਅਸਲ ਦੇ ਵਿੱਚ ਉਹ ਅਵਿਨਾਸ਼ ਦਾ ਲੜਕਾ ਸੀਗਾ। ਅੱਛਾ ਅੱਛਾ। ਰਾਜ ਵਿਕਰਮ ਰਾਏ ਔਰ ਦਿਲਬਾਗ ਰਾਏ ਨੇ ਇਹਨਾਂ ਨੇ ਬਾਜਵਾ ਪਲਾਈਵੁੱਡ ਇੰਡਸਟਰੀ ਦੇ ਮਾਲਕ ਬਣ ਕੇ PNB ਬੈਂਕ ਡਮਟਾਲ ਦੇ ਵਿੱਚ ਇੱਕ ਅਕਾਊਂਟ ਖੋਲਦੇ ਆ। ਅੱਛਾ ਜੀ। ਇੱਕ ਬਾਜਵਾ ਪਲਾਈਵੁੱਡ ਇੰਡਸਟਰੀ ਦੇ ਨਾਂ ਦਾ ਚੈੱਕ ਜਿਹੜਾ ਕੱਟ ਕੇ ਤੇ ਥਰੂ PNB ਬੈਂਕ ਡਮਟਾਲ ਉਹ ਭੇਜ ਦਿੰਦੇ ਨੇ ਮੇਰੇ ਬੈਂਕ 'ਚ। ਇਹ ਦੋਨੋਂ ਚੈੱਕ ਆ ਜਾਂਦੇ ਨੇ। ਇੱਥੇ ਮੈਂ ਫਿਰ ਇੱਕ ਸ਼ੱਕ ਜ਼ਾਹਰ ਕਰਦਾ, ਪਰ 2 ਗੱਲਾਂ ਦਰਸ਼ਕਾਂ ਨੂੰ ਦੱਸਦਾ। ਜੀ ਜੀ। ਪ੍ਰੋਬੇਬਿਲਿਟੀ ਹੈ ਕਿ ਜਿਹੜੀ ਉਹ ਪਾਵਰ ਅਟਾਰਨੀ ਭਾਜੀ ਨੇ ਬਣਾਈ ਸੀ, ਉਹ ਵਰਤ ਕੇ ਬਾਜਵਾ ਪਲਾਈਵੁੱਡ ਦਾ ਖਾਤਾ ਖੁੱਲਿਆ ਹੋਵੇ ਜਾਂ ਜਾਲੀ ਦਸਤਾਵੇਜ਼ ਤਿਆਰ ਕੀਤੇ ਹੋਣ। ਠੀਕ ਹੈ ਜੀ। ਦੂਜੀ ਗੱਲ ਇੱਥੇ ਮੈਂ ਇਹਨਾਂ ਦਾ ਹੀ ਭੈਣ ਭਰਾਵਾਂ ਨੂੰ ਦੱਸਣਾ ਚਾਹੁੰਦਾ, ਜਦੋਂ ਵੀ ਕਿਸੇ ਨੂੰ ਬਲੈਂਕ ਚੈੱਕ ਦਿਓ, ਸਾਈਨ ਕਰਕੇ ਚੈੱਕ ਦੇ ਦਿਓ ਜਾਂ ਚੈੱਕ ਬੁੱਕ ਕੋਲ ਰੱਖੋ, ਉਸ ਚੈੱਕ ਦੇ ਥੱਲੇ ਇੱਕ ਉੱਤੇ ਲਿਖਿਆ ਹੁੰਦਾ ਪੇ ਟੂ, ਅੱਗੇ ਅਮਾਉਂਟ ਦੇ ਵਾਸਤੇ ਰੁਪਈਸ ਦਾ ਖਾਨਾ, ਅੱਗੇ ਰੁਪਈਆਂ ਦਾ ਖਾਨਾ ਹੁੰਦਾ। ਉਹਦੇ ਥੱਲੇ ਖਾਲੀ ਥਾਂ ਹੁੰਦੀ ਹੈ, ਇੱਕ ਤੇ ਕ੍ਰੋਸਿੰਗ ਉਹਦੇ ਤੇ ਕਰਨੀ ਹੈ, ਸੈਕਿੰਡ ਉਹਦੇ ਵਿੱਚ ਲਿਖੋ ਲੈਸ ਦੈਨ ਰੁਪੀਸ 1 ਲੱਖ। ਉਹ ਚੈੱਕ ਗਵਾਚ ਜੇ, ਚੋਰੀ ਹੋ ਜੇ, ਕੁਝ ਵੀ ਹੋ ਜੇ, 1 ਲੱਖ ਰੁਪਏ ਦਾ ਵੀ ਹੋਏਗਾ ਤੇ ਕੈਸ਼ ਨਹੀਂ ਹੋਏਗਾ, 99,999 ਦਾ ਕੈਸ਼ ਹੋ ਸਕਦਾ ਹੈ। ਸੋ ਲਾਇਬਿਲਿਟੀ ਜਿਵੇਂ ਇਹਨਾਂ ਤੇ 23 ਲੱਖ ਦੀ ਬਣ ਗਈ, 21 ਲੱਖ ਦੀ ਬਣ ਗਈ, ਦੂਜੇ ਪਾਸੇ 43 ਲੱਖ ਦੀ, ਦੂਸਰੇ ਪਾਸੇ ਜਿਹੜੀ ਆ ਉਹ ਡਮਟਾਲ ਵਾਲੇ ਪਾਸੇ 22 ਲੱਖ ਦੀ। 22 ਲੱਖ ਦੀ 22 ਲੱਖ ਦੀ। 22 ਲੱਖ ਦਾ ਉਧਰ ਚੈੱਕ ਕਰ ਲਿਆ, ਇੱਕ ਉਧਰ ਕਰ ਲਿਆ। ਤੀਸਰੀ ਗੱਲ ਸੋਚਣ ਵਾਲੀ ਕੀ ਹੈ, ਇੱਕ ਪਾਸੇ ਤੇ ਇਹਨਾਂ ਵੱਲੋਂ ਸੇਲ ਲੈਟਰ ਲਿਖੀ ਜਾਂਦੀ ਹੈ ਉਹਦੀ ਬੇਟੀ ਦੇ ਨਾਂ ਤੇ, ਉਹਦੇ ਕੋਲੋਂ ਇਹਨਾਂ ਨੇ ਪੈਸਾ ਲੈਣਾ ਸੀ ਕਿ ਉਹਨੂੰ ਦੇਣਾ ਸੀ। ਪੁਆਇੰਟਸ ਕਈ ਸਾਰੇ ਨਿਕਲਦੇ ਨੇ। ਸੋ ਪੈਸਾ ਤੇ ਦਿਲਬਾਗ ਰਾਏ ਕੋਲ ਲੈਣਾ ਬਣਦਾ, ਚਾਹੇ ਪਾਵਰ ਅਟਾਰਨੀ ਹੋਲਡਰ ਸੀ, ਇਹਨਾਂ ਦੇ ਖਾਤੇ ਜਮਾ ਹੁੰਦਾ। ਜੇ ਇਹਨਾਂ ਨੇ ਵੇਚੀ ਸੀ, ਮੰਨ ਲੈਂਦੇ ਆ, ਠੀਕ ਹੈ ਜੀ, ਚਾਹੇ ਪਾਵਰ ਅਟਾਰਨੀ ਹੋਲਡਰ ਨੇ ਵੇਚੀ ਸੀ, ਪੇਮੈਂਟ ਤੇ ਇਹਨਾਂ ਦੀ ਬਣਦੀ ਸੀ। ਸੋ ਇਹ ਚੀਜ਼ਾਂ ਜਿਹੜੀਆਂ ਨੇ ਛੋਟੀਆਂ ਛੋਟੀਆਂ ਨੇ, ਜਿਹੜੀਆਂ ਸਾਨੂੰ ਅੱਜ ਪਤਾ ਲੱਗਦੀਆਂ ਜਾਂ ਅੱਜ ਤੋਂ 2-4 ਸਾਲ ਪਹਿਲਾਂ ਪਤਾ ਲੱਗਦੀਆਂ ਕਿ ਫਰਾਡ ਮਿੰਟ ਤੇ ਕਿਵੇਂ ਹੋ ਰਿਹਾ, ਕਿਵੇਂ ਹੋ ਰਹੇ ਨੇ। ਬਿਲਕੁਲ ਕਿਵੇਂ ਹੋ ਰਿਹਾ। ਮਤਲਬ ਤੁਹਾਡੇ ਨਾਲ 33.5 ਲੱਖ ਦੀ ਠੱਗੀ ਹੋਈ ਜੀ ਚੈੱਕਾਂ ਦੇ ਰਾਹੀਂ, ਸਿਰਫ ਇਸ ਕਰਕੇ ਕਿ ਇਹ ਵਿਚਾਰਾ NRI ਹੈ ਔਰ ਜ਼ਿਆਦਾ ਮੋਨੀਟਰਿੰਗ ਨਹੀਂ ਕਰ ਸਕਦਾ, ਤੇ ਸਭ ਤੋਂ ਵੱਡੀ ਗਲਤੀ ਵੀ ਵਿਸ਼ਵਾਸ ਕਰ ਲੈ। ਬਿਲਕੁਲ। ਅੱਛਾ, ਉਹ ਠੱਗੀ ਜਿਹੜੀ ਆ ਉਹ ਹੁਣ ਤੋਂ ਬਚ ਤੇ ਗਿਆ। ਮੈਂ ਬੈਂਕ ਮੈਨੇਜਰ ਨੂੰ ਪਤਾ ਸੀਗਾ, ਕਿਉਂਕਿ ਮੈਨੂੰ ਦੱਸ ਕੇ ਗਿਆ ਸੀਗਾ ਕਿ ਫੈਕਟਰੀ ਆਪਾਂ ਬੰਦ ਕਰਤੀ ਹੈ, ਤੇ ਚੈੱਕ ਲੋਸਟ ਦੀ ਉਹਨੂੰ ਖਬਰ ਦੇ ਗਏ, ਖਬਰ ਵੀ ਦਿੱਤੀ ਸੀਗੀ। ਹਾਂਜੀ, ਅੱਛਾ, ਬੈਂਕ ਵਿੱਚ ਤੁਸੀਂ ਦੱਸ ਕੇ? ਬੈਂਕ ਨੂੰ ਪਹਿਲਾਂ ਦੱਸਿਆ। ਬੈਂਕ ਕਿੱਥੇ ਸੀਗਾ ਜੀ? ਇਹ ਆਪਣਾ ਸਰਨਾ ਸੀਗਾ, ਬੈਂਕ ਆਫ ਇੰਡੀਆ, ਪਠਾਨਕੋਟ ਜੀ। ਹਾਂਜੀ ਹਾਂਜੀ। ਅੱਛਾ ਜੀ। ਉਹਨਾਂ ਦੇ ਕੋਲ ਲੈਟਰ ਵੀ, ਐਪਲੀਕੇਸ਼ਨ ਵੀ ਦੇ ਚੁੱਕਾ ਸੀਗਾ ਮੈਂ। ਹਾਂਜੀ। ਉਹਨਾਂ ਨੇ ਮਤਲਬ ਜਿਹੜਾ ਮੈਨੂੰ ਇਨਫੋਰਮ ਕਰਤਾ ਵੀ ਆ 2 ਚੈੱਕ ਆ ਗਏ ਨੇ, ਇਹ ਕਿੱਧਰੋਂ ਆਏ ਨੇ। ਠੀਕ ਹੈ। ਹਾਂਜੀ।
ਉਹ ਜੋ ਉਹਨਾਂ ਮੈਂ ਫਿਰ ਉੱਥੋਂ ਆਇਆ, ਆ ਕੇ ਪਤਾ ਕੀਤਾ ਤੇ ਮਤਲਬ ਜਿਹੜੇ ਉਹ ਇਹਨਾਂ ਦੇ ਮਤਲਬ ਕੋਲੋਂ ਨਿਕਲੇ। ਤੇ ਜਿਹੜੀ ਚੈੱਕ ਬੁੱਕ ਤੇ ਉਹ ਲਾਸਟ ਆਪਣਾ ਗਵਾ ਚੁੱਕੀ ਸੀ, ਜਿਹਦੀ ਮੈਂ ਰਿਪੋਰਟ ਦੇ ਚੁੱਕਾ ਸੀ। ਅੱਛਾ, ਬੈਂਕ ਵਾਲਿਆਂ ਨੇ ਤੁਹਾਨੂੰ ਇਨਫੋਰਮੇਸ਼ਨ ਦੇ ਦਿੱਤੀ ਕਿ ਭਾਈ ਆ 2 ਚੈੱਕ ਤੁਹਾਡੇ ਲੱਗੇ ਹੋਏ ਨੇ, ਤੁਸੀਂ ਸਾਨੂੰ ਇਨਫੋਰਮੇਸ਼ਨ ਦੇ ਕੇ ਚੈੱਕ ਗਵਾ। ਹਾਂਜੀ ਹਾਂਜੀ ਹਾਂਜੀ। ਠੀਕ ਹੈ। ਦੂਜੀ ਗੱਲ, ਇਹੋ ਜਿਹੇ ਵੇਲੇ ਜਦੋਂ ਕੋਈ ਮੌਕਾ ਆਵੇ ਤੇ ਪੁਲਿਸ ਕੋਲ ਜਾਓ, ਖਾਸ ਕਰਕੇ ਚੈੱਕ ਬੁੱਕ ਗਵਾਚਣ ਤੇ ਕਦੀ ਪੁਲਿਸ ਰਿਪੋਰਟ ਨਹੀਂ ਲਿਖਦੀ। ਉਸ ਵੇਲੇ ਮੇਰੇ ਜਿੰਨੇ ਵੀ NRI ਭੈਣ ਭਰਾ ਜਾਂ ਇੰਡੀਅਨ ਭੈਣ ਭਰਾ ਜਿਹੜੇ ਵੀ ਪ੍ਰੋਗਰਾਮ ਨੂੰ ਵੇਖਦੇ ਆ, ਉਹ ਇੱਕ ਇਨਲੈਂਡ ਲੈਟਰ ਲੈਣ, ਇੱਕ ਪਲੇਨ ਚਿੱਟਾ ਵਰਕਾ ਲੈਣ, ਇਹੋ ਜਿਹਾ ਲੈ ਕੇ ਉਹਦੇ ਤੇ ਲਿਖਣ ਕਿ ਮੇਰੀ ਚੈੱਕ ਬੁੱਕ ਨੰਬਰ ਇੰਨੇ ਤੋਂ ਇੰਨੇ, ਇੰਨੇ ਤੋਂ ਇੰਨੇ ਗਵਾਚ ਗਈ ਹੈ, ਔਰ ਇਸ ਵਰਕੇ ਨੂੰ ਲਿਫਾਫੇ 'ਚ ਨਹੀਂ ਪਾਉਣਾ, ਇਸੇ ਨੂੰ ਫੋਲਡ ਕਰਕੇ ਥਾਣੇ ਦਾ ਐਡਰੈਸ ਲਿਖ ਕੇ ਜਾਂ SSP ਦਾ ਐਡਰੈਸ ਲਿਖ ਕੇ ਇਹਦੀ ਰਜਿਸਟਰੀ ਕਰਾਉਣੀ ਹੈ, ਫੋਟੋਕਾਪੀ ਕੋਲ ਰੱਖਣੀ ਹੈ ਤੇ ਇਹਦੀ ਫੋਟੋਕਾਪੀ ਤੇ ਰਸੀਦ ਚਿਪਕਾਉਣੀ ਹੈ, ਤੇ ਤੁਹਾਡੀ ਇੰਟੀਮੇਸ਼ਨ ਕਲੀਅਰ ਹੋਏਗੀ ਕਿ ਮੇਰੀ ਆ ਚੈੱਕ ਬੁੱਕ ਗਵਾਚ ਗਈ ਹੈ। ਪਰ ਕੁਝ ਲੋਕ ਇਹ ਸ਼ਰਾਰਤ ਕਰਦੇ ਆ, ਚੈੱਕ ਵੰਡੇ ਹੁੰਦੇ ਆ, ਜਾਣ ਕੇ ਰਿਪੋਰਟ ਲਿਖਾ ਦਿੰਦੇ ਆ ਆਪ ਹੀ। ਤੋ ਜਿਹੜੇ ਬੰਦੇ ਚੈੱਕ ਲੈਣ, ਉਹ ਚੈੱਕ ਦੇ ਪਿੱਛੇ ਵੀ ਲਿਖਤ ਕਰਾਉਣ, ਐਸ ਪੇਮੈਂਟ ਦੇ ਬਦਲੇ ਚੈੱਕ ਲਿੱਤਾ ਗਿਆ ਔਰ ਇਹਦੀ ਕੋਈ ਲੌਸਟ ਰਿਪੋਰਟ ਨਹੀਂ ਹੈ ਜਦੋਂ ਵੀ ਤੁਸੀਂ PDC ਚੈੱਕ ਲੈਂਦੇ ਹੋ। ਠੀਕ ਹੈ ਜੀ। ਅੱਛਾ ਜੀ। ਉਹ ਹੁਣ ਉਹ ਤੇ ਬਚਾਅ ਹੋ ਗਿਆ, ਬੈਂਕ ਨੇ ਮਤਲਬ ਜਿਹੜਾ ਇਹ ਨੋਟਿਸ ਵਿੱਚ ਲੈ ਕੇ ਤੇ ਮਤਲਬ ਜਿਹੜਾ ਸੀ ਮਤਲਬ ਉਹਨਾਂ ਨੇ ਮੈਨੂੰ ਲੈਟਰ ਕੱਢ ਦਿੱਤਾ ਕਿ ਮਤਲਬ ਜਿਹੜੀ ਤੁਸੀਂ ਰਿਪੋਰਟ ਦਿੱਤੀ ਸੀਗੀ ਉਹਦੇ ਮੁਤਾਬਕ ਜਿਹੜੇ ਆ ਚੈੱਕ ਲਾਸਟ ਹੋਈ ਚੈੱਕ ਬੁੱਕ ਦੇ ਵਿੱਚੋਂ 2 ਚੈੱਕ ਆਏ ਆ 21 ਲੱਖ ਤੇ 22 ਲੱਖ। ਹਾਂਜੀ, ਜਿਨ੍ਹਾਂ ਨੂੰ ਮਤਲਬ ਜਿਹੜਾ ਵਾ ਪੇਮੈਂਟ ਸਟਾਪਡ ਬਾਈ ਦਾ ਡਰਾਇਰ ਐਂਡ ਡਿਫਰੈਂਟ ਆਪਣਾ ਸਿਗਨੇਚਰ। ਠੀਕ ਹੈ ਜੀ। ਹਾਂਜੀ। ਉਹ ਜਿਹੜਾ ਸੀ ਉਹਨਾਂ ਜਦੋਂ ਦਿੱਤੀ ਤਾਂ ਉਹ ਰਿਪੋਰਟ ਮੈਂ ਜਿਹੜੀ ਸੀ ਮੈਂ ਬਟਾਲੇ ਪੁਲਿਸ ਨੂੰ ਦੇ ਦਿੱਤੀ। ਅੱਛਾ ਜੀ। ਹਾਂਜੀ। ਫਿਰ ਉਹਨਾਂ ਤੇ ਮਾਮਲਾ ਦਰਜ ਉਹ ਤੇ ਉਹਨਾਂ ਦੇ ਉੱਤੇ ਮਤਲਬ ਜਿਹੜੀ FIR ਦਰਜ ਹੋਈ, FIR ਦਰਜ ਕਰਵਾ ਕੇ ਮੈਂ ਚਲਾ ਗਿਆ ਜਰਮਨ ਦੁਆਰਾ। ਹਾਂਜੀ। ਠੀਕ ਹੈ। ਲੇਕਿਨ ਮਤਲਬ ਇਹਨਾਂ ਦਾ ਪੁਲਿਸ ਦੇ ਵਿੱਚ ਹੋਲਡ ਬਹੁਤ ਸੀਗਾ ਦਿਲਬਾਗ ਰਾਏ ਦਾ। ਅੱਛਾ ਜੀ। ਈਵਨ ਇੱਥੋਂ ਤੱਕ ਮਤਲਬ ਵੱਡੇ ਵੱਡੇ ਅਫਸਰਾਂ ਨੂੰ ਜਿਨ੍ਹਾਂ ਨੂੰ ਮਤਲਬ ਜਿਹੜਾ ਸੀਗਾ ਕਿ ਮਤਲਬ ਔਰਤਾਂ ਸਪਲਾਈ ਕਰਦਾ ਸੀਗਾ ਤੇ ਮਤਲਬ ਜਿਹੜਾ ਮਿਨਿਸਟਰਾਂ ਤੱਕ ਵੀ ਉਹਦੀ ਪਹੁੰਚ ਸੀ, ਉਹਨੇ ਮਤਲਬ ਜਿਹੜੀ ਸੀ ਆਪਣੀ ਮਤਲਬ FIR ਕੈਂਸਲ ਕਰਵਾ ਲਈ। ਹੁਣ FIR ਕੈਂਸਲੇਸ਼ਨ ਵੇਲੇ ਵੀ ਕੰਪਲੇਨੈਂਟ ਦੀ ਗਵਾਹੀ ਹੁੰਦੀ ਹੈ। ਜਦੋਂ FIR ਕੈਂਸਲ ਹੁੰਦੀ ਉਹਦੇ ਚ ਉਹਦੇ ਬਿਆਨ ਲਿਖੇ ਜਾਂਦੇ ਜਾਂ ਕੋਰਟ ਚ ਪੇਸ਼ ਹੁੰਦੀ ਹੈ, ਕੋਰਟ ਚ ਇਹਨਾਂ ਦੀ ਕੰਸੈਂਟ ਲਿੱਤੀ ਜਾਂਦੀ ਹੈ ਕਿ ਆਮ ਸੈਟੀਸਫਾਈਡ ਵਿਦ ਦਾ ਇਨਵੈਸਟੀਗੇਸ਼ਨ ਔਰ ਰੀ-ਇਨਵੈਸਟੀਗੇਸ਼ਨ ਇਜ਼ ਵਾਂਟਡ। ਉਹ ਜਿਹਾ ਕੁਝ ਹੋਇਆ ਹੀ ਨਹੀਂ। ਅੱਛਾ, ਫਿਰ FIR ਕਿਸ ਵਿਦਆਊਟ ਮਾਈ ਕੰਸੈਂਟ ਜਿਹੜੀ ਸੀਗੀ, ਮੇਰੀ ਵਿਦਆਊਟ ਮੇਰੀ ਪ੍ਰੈਜ਼ੈਂਸ ਜਿਹੜੀ ਸੀ ਕੋਰਟ ਨੇ ਉਹ ਮਤਲਬ ਜਿਹੜੀ ਮਨਜ਼ੂਰ ਕਰ ਛੱਡੀ। ਹਾਂਜੀ। ਠੀਕ ਹੈ ਜੀ। ਇਹਨਾਂ ਨੇ ਮਤਲਬ ਜਿਹੜਾ ਅਸੀਂ ਚੈੱਕਾਂ ਦੇ 2 ਕੇਸ ਲਾ ਕੇ ਜਿਨ੍ਹਾਂ ਦਾ ਮੈਨੂੰ ਕੋਈ ਪਤਾ ਹੀ ਨਹੀਂ ਸੀਗਾ ਤੇ ਮੈਨੂੰ ਇਹਨਾਂ ਨੇ ਭਗੌੜਿਆਂ ਕਰਵਾ ਛੱਡਿਆ। ਅੱਛਾ, ਉਸੇ ਤੇ ਜਿਹੜੀ FIR ਤੁਸੀਂ ਕਰਾ ਕੇ ਗਏ ਉਹ ਰੱਦ ਕਰਵਾ ਕੇ ਤੁਹਾਡੇ ਉੱਤੇ ਉਹਨਾਂ ਕੇਸਾਂ ਦੇ ਉਲਟਾ ਮੈਨੂੰ ਜਿਹੜਾ ਇਹ ਕੋਰਟ ਦੇ ਥਰੂ ਜਿਹੜਾ ਸੀ ਮੈਨੂੰ ਭਗੌੜਿਆਂ ਕਰਵਾ ਛੱਡਿਆ। ਅੱਛਾ, ਕਿਹੜੇ ਸੰਨ ਦੀ ਗੱਲ ਹੈ ਇਹ? ਸੰਨ ਦਾ ਮੈਨੂੰ ਯਾਦ ਨਹੀਂ ਮਤਲਬ ਕਿਹੜੇ ਸੰਨ ਚ, ਪਰ ਮੈਨੂੰ ਮਤਲਬ ਜਿਹੜਾ ਪਤਾ ਜਾ ਕੇ 2009-10 ਦੇ ਵਿੱਚ ਲੱਗਦਾ। ਠੀਕ ਹੈ ਜੀ। ਤੇ ਮੈਨੂੰ ਭਗੌੜਿਆਂ ਕਰਾਇਆ। ਹਾਂਜੀ। ਅੱਛਾ, ਤੁਸੀਂ ਇੰਡੀਆ ਹੁੰਦੇ ਹੋ? ਹਾਂਜੀ ਹਾਂਜੀ। ਠੀਕ ਹੈ। ਉਸ ਤੋਂ ਬਾਅਦ ਜਿਹੜਾ ਵਾ 2009 ਤੱਕ ਮਤਲਬ ਜਿਹੜਾ ਮੈਂ ਮਤਲਬ ਉੱਥੇ ਆਪਣਾ ਕੰਮ ਕਰਦੇ ਵਿੱਚ ਬਿਜੀ ਰਿਹਾ ਦਿਨ ਰਾਤ, ਕਿਉਂਕਿ ਮਤਲਬ ਮੈਂ ਜਿਹੜਾ ਇਹ ਬਹੁਤ ਕੁਝ ਗਵਾ ਚੁੱਕਾ ਸੀ ਇੱਥੇ, ਜਿਹਨੂੰ ਮੈਂ ਜਾ ਕੇ ਦਿਨ ਰਾਤ ਫਿਰ 20 ਘੰਟੇ ਟੈਕਸੀ ਚਲਾ ਕੇ ਮੈਂ ਉਹਨੂੰ ਆਪਣਾ ਰਿਕਵਰ ਕਰ ਰਿਹਾ ਸੀਗਾ ਆਪਣੇ ਜੀ ਏਜੰਟ ਵਾਸਤੇ। ਹਾਂਜੀ। ਮੈਂ ਉੱਥੇ ਬਿਜੀ 2009 ਦੇ ਵਿੱਚ ਮੈਨੂੰ ਪਤਾ ਲੱਗਦਾ ਕਿ ਮਤਲਬ ਇਹਨਾਂ ਨੇ ਦਿਲਬਾਗ ਰਾਏ ਔਰ ਮੇਰਾ ਭਰਾ ਲਖਵਿੰਦਰ ਸਿੰਘ ਇਹਨਾਂ ਨੇ ਮਤਲਬ ਆਪਸ ਵਿੱਚ ਮਿਲੀ ਭੁਗਤ ਕਰਕੇ ਤੇ ਇਹ ਜਿਹੜੀ ਬਾਜਵਾ ਪਲਾਈਵੁੱਡ ਇੰਡਸਟਰੀ ਹੈ ਇਹਨੂੰ ਅੱਧੀ ਵੰਡ ਕੇ ਤੇ ਮਤਲਬ ਇਹਦੀ ਮਸ਼ੀਨਰੀ ਜਿਹੜੀ ਹੈ ਕੱਢ ਕੇ ਵੇਚ ਲਈ ਹੈ। ਅੱਛਾ ਜੀ। 2009 ਦੇ ਵਿੱਚ ਬਾਜਵਾ ਪਲਾਈਵੁੱਡ। ਹਾਂਜੀ ਹਾਂਜੀ, ਬਾਜਵਾ ਪਲਾਈਵੁੱਡ ਇੰਡਸਟਰੀ। ਮੈਂ ਫਿਰ 2009 ਜੁਲਾਈ ਦੇ ਵਿੱਚ ਮਿਲਾਉਣਾ ਤੇ ਆ ਕੇ ਫਿਰ ਇਹਨਾਂ ਦੇ ਮਤਲਬ ਉੱਤੇ ਦਿਲਬਾਗ ਰਾਏ ਦੇ ਉੱਤੇ, ਲਖਵਿੰਦਰ ਸਿੰਘ ਭਰਾ ਆਪਣੇ ਉੱਤੇ, ਭਤੀਜੇ ਆਪਣੇ ਬਲਬੀਰ ਸਿੰਘ ਦੇ ਉੱਤੇ ਜਿਹੜਾ ਵਾ FIR ਦਰਜ ਕਰਾਉਣਾ ਪਠਾਨਕੋਟ ਸਦਰ ਦੇ ਵਿੱਚ। ਠੀਕ ਹੈ। FIR ਕਰਵਾ ਕੇ ਫਿਰ ਚਲਾ ਜਾਣਾ। ਇਹਨਾਂ ਦੀ ਫਿਰ ਪਹੁੰਚ ਸੀਗੀ, ਲਖਵਿੰਦਰ ਸਿੰਘ ਦੀ ਪੂਰੀ ਦੇ ਨਾਲ ਸੀਗੀ। ਦੂਸਰਾ ਦਿਲਬਾਗ ਰਾਏ ਦੀ ਜਿਹੜੀ ਆਪਣਾ ਮਿਨਿਸਟਰਾਂ ਨਾਲ ਵੀ ਤੇ ਪੁਲਿਸ ਨਾਲ ਵੀ ਜਿਹੜੀ ਬਹੁਤ ਜ਼ਿਆਦਾ ਸੀ। ਇਹਨਾਂ ਨੇ ਫਿਰ ਮੇਰੀ ਉਹ ਐਪਲੀਕੇਸ਼ਨ ਜਿਹੜੀ FIR ਜਿਹੜੀ ਹੈ ਕੈਂਸਲ ਕਰਵਾ ਦਿੰਦੇ ਨੇ। ਠੀਕ ਹੈ। ਹਾਂਜੀ। ਫਿਰ ਉਸ ਤੋਂ ਬਾਅਦ ਆ ਜਾਂਦਾ ਜੀ 2011। 2011 ਦੇ ਵਿੱਚ ਜਾ ਕੇ ਮੈਂ ਇੱਕ ਪ੍ਰਾਪਰਟੀ ਖਰੀਦੀ ਸੀਗੀ 25 ਲੱਖ ਰੁਪਏ ਦੀ, ਮਤਲਬ ਇਹਦੇ ਕੋਲੋਂ। ਇੱਕ 2011 ਤੋਂ ਬਾਅਦ ਜਾਣਾ ਵੇਲੇ ਇੱਕ ਤੇ ਸਵਾਲ ਇੱਕ ਜ਼ਰੂਰ ਖੜਾ ਹੁੰਦਾ। ਤੁਸੀਂ ਦੱਸ ਰਹੇ ਹੋ ਕਿ ਜਿਹੜੇ 2 ਚੈੱਕ ਹੈਗੇ ਸੀ ਜਿਨ੍ਹਾਂ ਦੇ ਆਧਾਰ ਤੇ ਤੁਸੀਂ ਆਪਣੇ ਰਿਸ਼ਤੇਦਾਰਾਂ ਦੇ ਉੱਤੇ, ਭਰਾ ਦੇ ਉੱਤੇ FIR ਕਰਾਉਂਦੇ ਹੋ ਨਾ? ਹਾਂਜੀ ਹਾਂਜੀ। ਫਿਰ ਉਹ ਰੱਦ ਕਰਵਾਉਂਦੇ ਨੇ FIR ਨੂੰ, ਉਸ ਆਧਾਰ ਤੇ ਤੁਹਾਡੇ ਉੱਤੇ
ਐਫਆਈਆਰ ਕਰਾਉਂਦੇ ਤੁਹਾਨੂੰ ਭਗੌੜਾ ਕਰਾਰ ਦੇ ਦਿੰਦੇ ਨਾ। ਭਗੌੜਾ ਕਰਾ ਦੇ ਚੈੱਕ ਬਾਉਂਸਿੰਗ ਦੇ ਕੇਸ 'ਚ ਹਾਂਜੀ। ਉਹ ਚੈੱਕ ਬਾਉਂਸਿੰਗ ਦਾ ਕੇਸ ਚਾਲੂ ਰੱਖਦੇ, ਇੱਕ ਤੇ ਬੰਦ ਹੋ ਜਾਂਦਾ ਡਮਟਾਲ ਵਾਲਾ, ਜਿਹੜਾ ਦੂਜਾ ਨਾ ਦੋਵੇਂ ਚੱਲਦੇ ਰਹਿੰਦੇ। ਦੋਵੇਂ ਚੱਲਦੇ। ਹਾਂ, ਉਹਦੇ ਤੁਸੀਂ ਉਹ ਸਵਾਲ ਇਹ ਹੈ ਕਿ ਤੁਸੀਂ ਜੋ ਭਗੌੜੇ ਕਰਾਰ ਸੀ, ਜਦੋਂ ਤੁਸੀਂ ਇੰਡੀਆ ਆਏ ਤੇ ਤੁਹਾਨੂੰ ਅਰੈਸਟ ਕਿਉਂ ਨਹੀਂ ਕੀਤਾ ਗਿਆ? ਉਹ ਮੈਨੂੰ ਨਹੀਂ ਸੀ ਪਤਾ ਬਿਲਕੁਲ ਕਿ ਮੈਨੂੰ ਕੋਈ ਭਗੌੜਾ ਹੋ ਚੁੱਕਾ। ਏਜੰਸੀਆਂ ਨੂੰ ਤਾਂ ਪਤਾ ਹੀ ਹੁੰਦਾ ਨਾ ਤੁਹਾਨੂੰ। ਏਜੰਸੀਆਂ ਨੂੰ ਪਤਾ ਹੋਏਗਾ, ਏਜੰਸੀਆਂ ਦੇ ਕੋਲ ਕੋਈ ਕਾਗਜ਼ ਪੱਤਰ ਹੋਏਗਾ ਤਾਂ। ਜਦੋਂ ਭਗੌੜਾ ਕਰਾਰ ਦਿੰਦੀ ਹੈ ਕੋਰਟ, ਉਹਦੇ ਤੇ ਸੈਕਸ਼ਨ 92 ਦੀ ਕਾਰਵਾਈ ਕਰਕੇ ਪ੍ਰੋਪਰ ਨੋਟਿਸ ਨਿਕਲਦਾ। ਕਿਸੇ ਵੇਲੇ ਹੋ ਸਕਦਾ ਹੈ ਕਿ ਉਸ ਵੇਲੇ ਨੋਟਿਸ ਨਾ ਨਿਕਲਿਆ ਹੋਵੇ, ਭਗੌੜੇ ਦੀ ਡਿਮਾਂਡ ਪੁਲਿਸ ਨੇ ਜ਼ਰੂਰ ਕੀਤੀ ਹੋਵੇ, ਪਰ ਉਹਨਾਂ ਦੇ ਅਰੈਸਟ ਵਾਰੰਟ ਨਾ ਹੋਣ ਪੀਓ ਦੇ, ਤਾਂ ਹੋ ਸਕਦਾ ਉਹ ਵਾਲਾ ਪੀਰੀਅਡ ਹੋਵੇ। ਇਸ ਕਰਕੇ ਸ਼ਾਇਦ ਇਹਨਾਂ ਨੂੰ ਪੁਲਿਸ ਨੇ ਉਦੋਂ ਅਰੈਸਟ ਨਹੀਂ ਕੀਤਾ, ਜਾਂ ਪੁਲਿਸ ਕੋਲੋਂ ਹੋਣ ਤੇ ਉਹਨਾਂ ਨੂੰ ਚੇਤਾ ਭੁੱਲ ਗਿਆ ਹੋਵੇ। ਚੇਤਾ ਭੁੱਲ ਗਿਆ, ਠੀਕ ਹੈ ਜੀ, ਕੁਝ ਵੀ ਹੋ ਸਕਦਾ। ਹਾਂਜੀ, ਉਹ ਮੈਂ ਆ ਕੇ ਮਤਲਬ ਜਿਹੜਾ ਗੁਰਦਾਸਪੁਰ ਡਿਸਟ੍ਰਿਕਟ ਸੀ ਉਦੋਂ ਪਠਾਨਕੋਟ ਡਿਸਟ੍ਰਿਕਟ ਨਹੀਂ ਸੀ ਬਣਿਆ, ਗੁਰਦਾਸਪੁਰ ਡਿਸਟ੍ਰਿਕਟ ਸੀਗਾ। ਠੀਕ ਹੈ ਜੀ। ਉਹ ਮੈਂ ਆ ਕੇ ਐਫਆਈਆਰ ਇਹਨਾਂ ਦੇ ਉੱਤੇ ਜੁਲਾਈ 2009 ਦੇ ਵਿੱਚ ਕਰਾਉਂਦਾ। ਅੱਛਾ ਜੀ। ਕਰਵਾ ਕੇ ਤੇ ਮੈਂ ਚਲਾ ਜਾਂਦਾ, ਜਿਹਦੇ ਵਿੱਚ ਮੇਰੇ ਭਰਾ ਦੀ ਜਿਹੜੀ ਹੈ ਅਰੈਸਟ ਪੈ ਜਾਂਦੀ ਹੈ, ਉਹਦਾ ਲੜਕਾ ਜਿਹੜਾ ਉਹ ਭੱਜ ਜਾਂਦਾ ਹੈ, ਅੱਛਾ ਔਰ ਦਿਲਬਾਗ ਰਾਏ ਹੋਰੀ ਜਿਹੜੇ ਨੇ ਵੀ ਭੱਜ ਜਾਂਦੇ ਆ। ਅੱਛਾ ਜੀ। ਇਹ ਜਾ ਕੇ ਤੇ ਮਤਲਬ ਜਿਹੜਾ ਵਾ ਆਪਣਾ ਪੁਲਿਸ ਦੇ ਨਾਲ ਮਿਲ ਕੇ ਉਹਨਾਂ ਨੂੰ ਮਤਲਬ ਜਿਹੜੇ ਕਰਦੇ ਨੇ ਵੀ ਮਤਲਬ ਬੰਦਾ ਭਗੌੜਾ ਸੀ ਜਾਂ ਕਿੱਦਾਂ ਵੀ, ਤੇ ਉਹ ਮਤਲਬ ਸਾਡੇ ਤੇ ਐਫਆਈਆਰ ਕਰਵਾ ਕੇ ਚਲਾ ਗਿਆ। ਅੱਛਾ, ਜਿਹਦਾ ਮੈਨੂੰ ਕੋਈ ਪਤਾ ਨਹੀਂ ਹੁੰਦਾ, ਮੈਨੂੰ ਤੇ ਬਾਅਦ ਚ ਪਤਾ ਫਿਰ ਲੱਗਦਾ ਉਤੋਂ। 2011 ਤੇ ਆਈ ਦੀ ਗੱਲ ਫਿਰ। ਹਾਂਜੀ, 2011 ਦਾ। ਹੁਣ 2011 ਦੇ ਵਿੱਚ ਜਾ ਕੇ ਉਦੋਂ ਫਿਰ ਮੈਨੂੰ ਕੀ ਪਤਾ ਲੱਗਦਾ ਹੈ ਕਿ ਮੇਰੀ ਜਿਹੜੀ ਪ੍ਰਾਪਰਟੀ ਮੈਂ ਬਟਾਲੇ ਦੇ ਵਿੱਚ ਦਿਲਬਾਗ ਰਾਏ ਦੀ ਵਾਈਫ ਦੇ ਆਪਣਾ ਅਵਿਨਾਸ਼ ਦੇ ਕੋਲੋਂ ਖਰੀਦੀ ਸੀਗੀ। ਹਾਂਜੀ, ਉਸ ਪ੍ਰਾਪਰਟੀ ਨੂੰ ਜਿਹੜਾ ਵਾ ਜਿਸ ਮਹਿਕਮੇ ਦੇ ਵਿੱਚ ਦਿਲਬਾਗ ਰਾਏ ਜੌਬ ਕਰਦਾ ਸੀਗਾ, CDTC ਮਹਿਕਮਾ, ਕਮਿਊਨਿਟੀ ਡਿਵੈਲਪਮੈਂਟ ਐਂਡ ਟ੍ਰੇਨਿੰਗ ਸੈਂਟਰ। ਠੀਕ ਹੈ ਜੀ। ਹਾਂਜੀ, ਉਸ ਮਹਿਕਮੇ ਦੇ ਨਾਂ ਦੇ ਉੱਤੇ ਮੇਰੀ ਉਸ ਪ੍ਰਾਪਰਟੀ ਦਾ ਜਿਹੜਾ ਵਾ ਇੰਤਕਾਲ ਚੇਂਜ ਹੋ ਚੁੱਕਾ ਹੈ। ਉਹ ਕਿੱਦਾਂ ਹੋ ਗਿਆ ਤੁਹਾਡੇ ਸਾਈਨ ਤੋਂ ਬਿਨਾ? ਹਾਂਜੀ, ਉਹ ਇਹਨੇ ਦਿਲਬਾਗ ਰਾਏ ਜਿਹੜਾ ਮਾਸਟਰਮਾਈਂਡ ਸੀਗਾ ਪੂਰਾ, ਇਹਨੇ ਮਤਲਬ ਜਿਹੜਾ ਹੀ ਸਰਕਾਰੀ ਮੁਲਾਜ਼ਮਾਂ ਦੇ ਨਾਲ ਮਿਲ ਕੇ ਪ੍ਰਿੰਸੀਪਲ CDTC ਦੇ ਨਾਲ ਇਹਨਾਂ ਦੇ ਨਾਲ ਮਿਲੀ ਭੁਗਤ ਕਰਕੇ ਸਾਰਾ ਕੁਝ, ਜਿਹਦੇ ਵਿੱਚ ਜਿਹੜਾ ਸੀਗਾ ਕਿ ਮਤਲਬ ਜਿਹੜਾ ਸੀਗਾ ਈਵਨ ਪੁਲਿਸ ਮਹਿਕਮਾ ਵੀ ਇਨਵੋਲਵ ਸੀਗਾ। ਠੀਕ ਹੈ। ਆਫੀਸਰ ਪੈਸੇ ਉੱਪਰ ਤੱਕ ਗਏ ਸੀ। ਹਾਂਜੀ, ਪੁਲਿਸ ਮਹਿਕਮਾ ਵੀ ਇਨਵੋਲਵ ਸੀਗਾ, ਜਿਹੜੇ ਕਿ ਪਿੱਛੋਂ ਉਹਨਾਂ ਦੀ ਸਪੋਰਟ ਕਰ ਰਹੇ ਸੀਗੇ। ਉਸ ਪ੍ਰਾਪਰਟੀ ਨੂੰ ਮੇਰੀ ਨੂੰ ਮਤਲਬ ਜਿਹੜਾ ਹੈ ਉਸ ਮਹਿਕਮੇ ਦੇ ਨਾਂ ਉੱਤੇ ਨਾਂ ਤੇ ਟ੍ਰਾਂਸਫਰ ਕਰਵਾ ਕੇ FCR ਦੇ ਥਰੂ। ਕਿੰਨੀ ਪ੍ਰਾਪਰਟੀ ਸੀ ਉਹ ਪ੍ਰਾਪਰਟੀ ਸੀਗੀ 81 ਮਰਲੇ ਸ਼ਹਿਰ ਦੇ ਵਿੱਚ। ਕਿੰਨੇ ਲੱਖਾਂ ਜਾਂ ਕਰੋੜਾਂ ਦੀ? ਮਤਲਬ ਘੱਟੋ ਘੱਟ ਵੀ ਹੋਏਗੀ 1.5-2 ਕਰੋੜ ਦੀ। 1.5-2 ਕਰੋੜ ਦੀ। ਹਾਂਜੀ। ਅੱਛਾ ਜੀ। ਲੇਕਿਨ ਇਸ ਪ੍ਰਾਪਰਟੀ ਦੇ ਤਬਾਦਲੇ ਦੇ ਵਿੱਚ ਇਹਨਾਂ ਨੇ ਉਹ ਗਵਰਨਮੈਂਟ ਦੇ ਮਹਿਕਮੇ ਨੂੰ ਟ੍ਰਾਂਸਫਰ ਕਰਵਾ ਕੇ ਉਸ ਦੇ ਤਬਾਦਲੇ ਵਿੱਚ ਇੱਕ ਆਲਟਰਨੇਟਿਵ ਅਲਾਟਮੈਂਟ ਦੇ ਆਰਡਰ ਹਾਈ ਕੋਰਟ ਤੱਕ ਜਾ ਕਰਵਾਏ। ਹਾਈ ਕੋਰਟ ਨੇ ਆਰਡਰ ਕਰ ਦਿੱਤੇ ਗੁਰਦਾਸਪੁਰ ਡਿਸਟ੍ਰਿਕਟ ਨੂੰ, DC ਨੂੰ। ਹਾਈ ਕੋਰਟ ਨੇ ਕਿਸ ਆਧਾਰ ਤੇ ਕਰ ਦਿੱਤਾ ਆਰਡਰ? ਉਹਨਾਂ ਨੇ ਦੇਖਿਆ ਜਿਹੜਾ FCR ਨੇ ਜਿਹੜਾ ਲਿਖਿਆ ਸੀਗਾ ਆਰਡਰ, FCR ਨੇ ਆਰਡਰ ਲਿਖਿਆ ਸੀਗਾ ਜਿਹਦੇ ਵਿੱਚ ਇਸ ਪ੍ਰਾਪਰਟੀ ਦਾ ਜਿਹੜਾ ਸੀ 1996 ਦੇ ਵਿੱਚ ਮਾਲਕ ਰਹਿ ਚੁੱਕਾ ਸੁੱਚਾ ਸਿੰਘ, ਮਹਿਕਮੇ CDTC ਨੇ ਉਹਦੇ ਉੱਤੇ ਕੇਸ ਕੀਤਾ ਸੀ ਕਿ ਇਹ ਜਗ੍ਹਾ ਜਿਹੜੀ ਹੈ ਮਹਿਕਮੇ ਦੀ ਹੈ ਤੇ ਮਹਿਕਮੇ ਨੂੰ ਦਵਾਈ ਜਾਏ। ਮੈਂ ਹੋਰ ਕਲੈਰਿਟੀ ਕਰ ਦਿੰਦਾ। ਇੱਕ ਮਿੰਟ। ਹਾਂਜੀ ਜੀ, ਤੁਸੀਂ ਕਰੋ ਪਹਿਲਾਂ। ਉਹ ਸੁੱਚਾ ਸਿੰਘ ਜਿਹੜਾ ਸੀ ਉਹਦੀ ਉਹ ਪ੍ਰਾਪਰਟੀ ਸੀ। ਉਹਦੇ ਕੋਲੋਂ ਮਤਲਬ ਇਹਨਾਂ ਨੇ ਮਤਲਬ ਦਿਲਬਾਗ ਰਾਏ ਨੇ ਮਿਲ ਕੇ ਉਹਨੂੰ, ਉਹ ਕੰਟੈਕਟ ਦੇ ਵਿੱਚ ਸੀ, ਉਹਦੇ ਕੋਲੋਂ ਉਹਨਾਂ ਪਾਵਰ ਆਫ ਅਟਾਰਨੀ ਲਈ ਸੀਗੀ ਅੰਦਰ ਖਾਤੇ ਮਿਲ ਕੇ, ਤੇ ਮਤਲਬ ਉਹਦੇ ਕੋਲੋਂ ਮਤਲਬ ਜਿਹੜੇ ਸੀਗਾ ਇੱਧਰ ਐਪਲੀਕੇਸ਼ਨ ਦੇਤੀ ਆਪਣਾ FCR ਦੇ ਕਿ ਮੈਂ ਇਹ ਪ੍ਰਾਪਰਟੀ ਜਿਹੜੀ ਹੈ ਇਸ ਗਵਰਨਮੈਂਟ ਦੇ ਮਹਿਕਮੇ ਨੂੰ ਛੱਡਣ ਨੂੰ ਤਿਆਰ ਹਾਂ ਜੇਕਰ ਮੈਨੂੰ ਇਹਦੇ ਤਬਾਦਲੇ ਦੇ ਵਿੱਚ ਕੋਈ ਆਲਟਰਨੇਟਿਵ ਅਲਾਟਮੈਂਟ ਪੰਜਾਬ ਦੇ ਵਿੱਚ ਕੋਈ ਹੋਰ ਕਰ ਦਿੱਤੀ ਜਾਏ। ਹੁਣ ਉੱਥੇ FCR ਮੈਂ ਇੱਥੇ ਥੋੜੀ ਜਿਹੀ ਕਲੈਰਿਟੀ ਕਰਦਾ ਦਰਸ਼ਕਾਂ ਨੂੰ ਵੀ। ਜਿਹੜੀ ਇਹ ਭਾਜੀ ਪ੍ਰਾਪਰਟੀ ਦੀ ਗੱਲ ਕਰਦੇ ਬਟਾਲੇ, ਜਿਹੜੀ ਇਹਨਾਂ ਨੇ CTDC ਮਹਿਕਮੇ ਦੇ ਨਾਲ ਜੁੜਵੀਂ, ਜੋ ਜਿਹੜੀ ਕਿ 4 ਦੀਵਾਰੀ ਚ ਸੀ, ਓਪਨ ਲੈਂਡ ਨਹੀਂ ਸੀ, 4 ਦੀਵਾਰੀ ਵਾਲੀ ਲੈਂਡ ਸੀ। ਉਹ ਦਿਲ ਅੰਦਰ ਬਾਗ ਸੀ, ਪਲੱਸ ਪੂਰਾ ਫਾਰਮ ਹਾਊਸ ਬਣਿਆ ਸੀ, ਲੋਕ ਸੀ, ਨੌਕਰ ਰੱਖਿਆ ਸੀ ਅੰਦਰ ਜਿਹੜਾ ਅਮਰੂਦ ਵਗੈਰਾ ਵੇਚ ਕੇ ਕਰਦਾ ਸੀ। ਉਹ ਦਿਲਬਾਗ ਰਾਏ ਕੋਲੋਂ ਇਹਨਾਂ ਨੇ ਲਈ ਸੀ। ਅੱਛਾ ਜੀ। ਪਰ ਦਿਲਬਾਗ ਰਾਏ ਨੇ ਉਹ 1996 ਸੁੱਚਾ ਸਿੰਘ ਕੋਲ ਲਈ ਸੀ। ਉਹਦੇ ਦਿਮਾਗ 'ਚ ਤੁਸੀਂ ਦਿਲਬਾਗ ਰਾਏ ਤੋਂ ਲਈ ਸੀ ਪ੍ਰਾਪਰਟੀ? ਦਿਲਬਾਗ ਰਾਏ ਦੀ ਵਾਈਫ ਅਵਿਨਾਸ਼ ਦੇ ਨਾਲ, ਅਵਿਨਾਸ਼ ਜਿਹੜੀ ਵਾਈਫ ਜਾਂ ਵਾਟਐਵਰ। ਹੁਣ ਇਹਨਾਂ ਨੇ ਕੀ ਕੀਤਾ, ਦਿਲਬਾਗ ਰਾਏ ਨੇ ਅਵਿਨਾਸ਼ ਦਾ ਵਿੱਚ ਜ਼ਿਕਰ ਨਹੀਂ ਕੀਤਾ, ਸੁੱਚਾ ਸਿੰਘ ਨੂੰ ਅੱਗੇ ਖੜਾ ਕਰਕੇ ਸੁੱਚਾ ਸਿੰਘ ਕੋਲੋਂ ਕੇਸ ਕਰਾ ਕੇ ਆਪਸ ਚ ਮਿਲੀ CTC ਤੋਂ ਸੁੱਚਾ ਸਿੰਘ ਆਪਸ ਉਹੀ ਕਹਿੰਦੇ ਆ, CTC ਤੋਂ ਸੁੱਚਾ ਸਿੰਘ ਨਾਲ ਆਪਸ ਚ ਕੇਸ ਕਰਾ ਕੇ ਇਹਨਾਂ ਦਾ ਜ਼ਿਕਰ ਨਾ ਕਰਦੇ ਹੋਏ
ਉਹ ਸਾਰਾ ਖੇਲ ਰਚ ਲਿਆ, ਪ੍ਰਿੰਸੀਪਲ ਵੀ ਰਲ ਗਿਆ, ਕੁਝ ਪੁਲਿਸ ਅਧਿਕਾਰੀ ਰਲ ਗਏ, ਕਰਦੇ ਕਰਾਂਦੇ ਹਾਈ ਕੋਰਟ ਪਹੁੰਚ ਕੇ ਉੱਥੋਂ ਆਰਡਰ ਲੈ ਕਿ ਇਹਨੂੰ ਕਰ ਦਿੱਤਾ, ਆਲਟਰਨੇਟ ਲੈਂਡ ਇਹਨਾਂ ਨੂੰ ਦੇ ਦਿੱਤੀ ਜਦੋਂ ਜਾਵੇ। ਕਰੋੜਾਂ ਦੀ ਡੀਲ ਹੁੰਦੀ ਹੋਵੇ, ਜਿਹੜਾ ਸਰਕਾਰੀ ਮਹਿਕਮਾ ਹੋਵੇ, ਤੇ ਉਹ ਚੈੱਕ ਨਹੀਂ ਕਰਦੇ ਕਿ ਇਸ ਟਾਈਮ ਪ੍ਰਾਪਰਟੀ ਕਿਹਦੇ ਨਾਮ ਤੇ ਹੈਗੀ। ਉਹ ਉਸੇ ਕਰਕੇ ਬਚੇ ਭਾਜੀ, ਉਹ ਹਾਂਜੀ ਦੱਸਦੇ ਨੇ ਉਹਦੇ ਕਰਕੇ ਬਚੇ ਨਾ। ਹੂੰ ਉਹ ਕੀ ਕੀਤਾ ਕਿ ਐਫਸੀਆਰ ਨੂੰ ਉਹਨਾਂ ਨੇ ਮਤਲਬ ਜਿਹੜਾ ਸੀਗਾ ਸੁੱਚਾ ਸਿੰਘ ਦੇ ਵਕੀਲ ਵੱਲੋਂ ਐਪਲੀਕੇਸ਼ਨ ਐਫਸੀਆਰ ਨੂੰ ਦੇ ਦਿੱਤੀ ਕਿ ਮਤਲਬ ਮੈਂ ਇਹ ਜਿਹੜੀ ਲੈਂਡ ਹੈ ਇਹ ਮੈਂ ਇਸ ਮਹਿਕਮੇ ਨੂੰ ਛੱਡਣ ਨੂੰ ਤਿਆਰ ਹਾਂ, ਜੇਕਰ ਇਸ ਦੇ ਤਬਾਦਲੇ ਦੇ ਵਿੱਚ ਮੈਨੂੰ ਕੋਈ ਆਲਟਰਨੇਟਿਵ ਅਲਾਟਮੈਂਟ ਕੋਈ ਹੋਰ ਪ੍ਰਾਪਰਟੀ ਦਿੱਤੀ ਜਾਏ। ਹੂੰ ਜਿੱਥੇ ਜਾ ਕੇ ਐਫਸੀਆਰ ਨੇ ਕਿਹਾ ਕਿ ਜੇ ਤੁਸੀਂ ਆਪਸ ਵਿੱਚ ਰਾਜੀ ਹੋ ਤੇ ਫਿਰ ਇੱਥੇ ਝਗੜਾ ਕਾਹਦਾ, ਫੈਸਲਾ ਕਰੋ, ਹੂੰ ਦਿਓ ਇਹ ਜ਼ਮੀਨ ਜਿਹੜੀ ਹੈ ਮਹਿਕਮੇ ਨੂੰ, ਤੇ ਤੁਹਾਨੂੰ ਆਲਟਰਨੇਟਿਵ ਅਲਾਟਮੈਂਟ ਦੇ ਆਰਡਰ ਜਿਹੜੇ ਨੇ ਹੂੰ ਆ ਲਓ। ਉਹਦੀ ਡੇਟ ਫਿਕਸ ਹੋ ਗਈ। ਠੀਕ ਹੈ ਜੀ। ਜਦੋਂ ਡੇਟ ਫਿਕਸ ਹੁੰਦੀ ਹੈ ਤੇ ਜਿਹੜੇ ਪਠਾਨਕੋਟ ਦੇ ਡੀਸੀ ਸਾਹਿਬ ਨੇ ਹੂੰ ਉਹ ਬਟਾਲੇ ਦੇ ਤਹਿਸੀਲਦਾਰ ਦੀ ਡਿਊਟੀ ਲਾਉਂਦੇ ਕਿ ਫਿਜ਼ੀਕਲ ਵੈਰੀਫਿਕੇਸ਼ਨ ਕਰਾਓ ਪ੍ਰਾਪਰਟੀ ਦੀ। ਅੱਛਾ, ਉਹ ਹੁਣ ਕਿਉਂ ਕਰਾਉਂਦੇ ਨੇ? ਜਿਹੜੀ ਹੈ ਮਤਲਬ ਐਫਸੀਆਰ ਦੇ ਆਰਡਰ ਜਿਹੜੇ ਹਨ, ਉਹਨਾਂ ਦੇ ਆਰਡਰਾਂ ਦੇ ਨਾਲ ਤੇ ਜਿਹੜਾ ਸੀ ਮੇਰੀ ਪ੍ਰਾਪਰਟੀ ਦਾ ਇੰਤਕਾਲ ਚੇਂਜ ਹੋ ਗਿਆ ਮਹਿਕਮੇ ਦੇ ਨਾਂ ਤੇ, ਹੂੰ ਤੇ ਇਹ ਚੁੱਪ ਮਸਤ ਰਹੇ। ਠੀਕ ਹੈ ਜੀ। ਉਹਦੇ ਨਾਲ ਕੁਝ ਸਾਲ 6 ਮਹੀਨੇ ਠਹਿਰ ਕੇ ਮੁੜ ਕੇ ਇਹਨਾਂ ਨੇ ਹਾਈ ਕੋਰਟ ਦੇ ਵਿੱਚ ਕੇਸ ਪਾ ਦਿੱਤਾ ਕਿ ਸੁੱਚਾ ਸਿੰਘ ਵੱਲੋਂ ਹੂੰ ਪਾਵਰ ਆਫ ਟਾਰਨੀ ਹੋਲਡਰ ਜਿਹੜਾ ਸੀ ਡੀਜੀਪੀ ਸਮੇਤ ਸਿੰਘ ਸੈਣੀ ਦਾ ਸਾਂਢੂ ਹੂੰ ਉਸ ਵੇਲੇ ਪਠਾਨਕੋਟ ਦੇ ਵਿੱਚ, ਉਸ ਵੇਲੇ ਡੀਜੀਪੀ ਸੀ ਆਈ ਉਹ ਜੀ ਉਦੋਂ ਉਸ ਟਾਈਮ ਦੇ ਉੱਤੇ ਮਤਲਬ ਜਿਹੜਾ ਆਈਜੀ ਹੋਏਗਾ ਜਾਂ ਕਿੱਦਾਂ ਵੀ, ਹਾਂਜੀ, ਉਹਦੇ ਸਾਂਢੂ ਦੇ ਨਾਂ ਦੇ ਉੱਤੇ ਪਾਵਰ ਆਫ ਟਾਰਨੀ ਸੁੱਚਾ ਸਿੰਘ ਦੇ ਕੋਲ ਲਈ ਜਾਂਦੀ ਹੈ। ਹੂੰ ਹਾਂਜੀ, ਉਹਦੇ ਕੋਲੋਂ ਕੇਸ ਜਿਹੜਾ ਪਵਾਇਆ ਜਾਂਦਾ ਹਾਈ ਕੋਰਟ ਦੇ ਵਿੱਚ ਕਿ ਅਸੀਂ ਜਿਹੜੀ ਆ ਲੈਂਡ ਜਿਹੜੀ ਆ ਗਵਰਨਮੈਂਟ ਨੂੰ ਦੇ ਚੁੱਕੇ ਆ, ਉਹਦੇ ਵਿੱਚ ਕੁਆਟਰ ਬਣ ਚੁੱਕੇ ਨੇ, ਉਹਦੇ ਵਿੱਚ ਜੋ ਵੀ ਆ ਉਹ ਯੂਜ਼ ਕਰ ਰਹੀ ਹੈ ਸੀਡੀਟੀਸੀ ਮਹਿਕਮਾ, ਸਾਨੂੰ ਅਜੇ ਤੱਕ ਉਹਦੇ ਆਲਟਰਨੇਟਿਵ ਅਲਾਟਮੈਂਟ ਜਿਹੜੀ ਨਹੀਂ ਕੋਈ ਹੋਈ। ਹੂੰ ਐਸੇ ਤੇ ਇਸ ਕਰਕੇ ਮਤਲਬ ਇਸ ਤਰ੍ਹਾਂ ਮਤਲਬ ਜਿਹੜੀ ਹੈ ਪਠਾਨਕੋਟ ਦੇ ਵਿੱਚ ਇੱਕ ਪ੍ਰਾਪਰਟੀ ਸੀਗੀ ਹੂੰ ਜਿਹੜੀ ਕਿ ਤਕਰੀਬਨ ਕੋਈ 50-55 ਕਰੋੜ ਦੀ ਪ੍ਰਾਪਰਟੀ ਸੀਗੀ। ਹੂੰ ਉਸ ਪ੍ਰਾਪਰਟੀ ਦੇ ਉੱਤੇ ਨਜ਼ਰ ਸੀਗੀ ਇਹਨਾਂ ਦੀ। ਹੂੰ ਉਸ ਪ੍ਰਾਪਰਟੀ ਦਾ ਵਿੱਚ ਜ਼ਿਕਰ ਕਰਕੇ ਇਹਨਾਂ ਨੇ ਹਾਈ ਕੋਰਟ ਨੂੰ ਮਤਲਬ ਜਿਹੜੀ ਆ ਆਹ ਪ੍ਰਾਪਰਟੀ ਜਿਹੜੀ ਆ ਸ਼ੂਟੇਬਲ ਹੈ। ਹੁਣ ਉਹ ਪ੍ਰਾਪਰਟੀ ਜਿਸ ਟਾਈਮ ਦੇ ਉੱਤੇ ਉਹ ਮਤਲਬ ਉਹ ਪੁਰਾਣੇ ਟਾਈਮਾਂ ਦੇ ਵਿੱਚ ਉੱਥੇ ਉਹ ਪਿੰਡ ਸੀਗਾ, ਹੂੰ ਇਸ ਟਾਈਮ ਉਹ ਪਠਾਨਕੋਟ ਦਾ ਇੱਕ ਸਿਟੀ ਸੈਂਟਰ ਬਣਿਆ ਹੈ। ਹੂੰ ਹਾਂਜੀ, ਠੀਕ ਹੈ ਜੀ। ਜਿਹੜੀ ਕਿ 50-55 ਕਰੋੜ ਦੀ ਅੱਜ ਉਹ ਅਰਬ ਦੇ ਬਦਲੇ 50 ਕਰੋੜ ਦੀ ਲੈਣਾ ਚਾਹ ਰਹੇ ਸੀ। ਹਾਂਜੀ, ਹੂੰ ਉਹ ਕੀ ਹੁੰਦਾ ਕਿ ਮਤਲਬ ਜਦੋਂ ਉਹ ਪ੍ਰਾਪਰਟੀ ਦਾ ਮਤਲਬ ਜਿਹੜੇ ਆ ਨਾ ਸਾਰਾ ਕੁਝ ਉੱਥੇ ਆਪਣਾ ਜਿਹੜਾ ਕੋਈ ਚੇਅਰਮੈਨ ਆਪਣਾ ਹੋਏਗਾ ਇਹਨਾਂ ਦਾ ਮਿਊਨਿਸਪਲ ਕਮੇਟੀ ਦਾ, ਉਸ ਟਾਈਮ ਦੇ ਉੱਤੇ ਕੋਈ ਐਸਡੀਐਮ ਸੀਗਾ। ਹਾਂਜੀ, ਉਹਦੇ ਨਾਲ ਉਹਨਾਂ ਨੇ ਮਿਲੀ ਭੁਗਤ ਕਰਕੇ ਉਹਦੇ ਕੋਲੋਂ ਵੀ ਇੱਕ ਮਤਲਬ ਜਿਹੜਾ ਸੀਗਾ ਰეკਮੈਂਡੇਸ਼ਨ ਲੈਟਰ ਜਿਹੜਾ ਬਣਾ ਕੇ ਹਾਈ ਕੋਰਟ ਦੇ ਵਿੱਚ ਪੇਸ਼ ਕਰਵਾ ਦਿੱਤਾ। ਅੱਛਾ, ਉਹਦੇ ਵਿੱਚ ਵੀ ਕਾਫੀ ਘਪਲਾ ਹੋਇਆ। ਮੇਰਾ ਮੈਂ ਸੁਣਿਆ ਜਿਹੜੀ 25 ਲੱਖ ਰੁਪਏ ਦੀ ਡੀਲ ਹੋਈ ਸੀ ਕਹਿੰਦੇ ਨੇ। ਅੱਛਾ ਜੀ। ਵੀ ਉਹ ਮਤਲਬ ਉਹਨੂੰ ਮਤਲਬ ਜਿਹੜਾ ਵਾ ਪੈਸਾ ਇੰਨਾ ਦੇ ਕੇ ਤੇ ਉਹਦੇ ਕੋਲੋਂ ਰეკਮੈਂਡੇਸ਼ਨ ਲੈਟਰ ਜਿਹੜਾ ਉਹ ਉਸ ਪ੍ਰਾਪਰਟੀ ਦਾ ਲਿਆ ਗਿਆ। ਠੀਕ ਹੈ। ਹਾਂਜੀ, ਹਾਈ ਕੋਰਟ ਦੇ ਵਿੱਚ ਉਹਦਾ ਰეკਮੈਂਡੇਸ਼ਨ ਲੈਟਰ ਆ ਜਾਂਦਾ ਜੀ, ਆਹ ਪ੍ਰਾਪਰਟੀ ਠੀਕ ਹੈ ਜੀ, ਇਹ ਮਤਲਬ ਜਿਹੜੀ ਆ ਅਵੇਲੇਬਲ ਹੈ। ਹਾਂਜੀ, ਹਾਈ ਕੋਰਟ ਆਰਡਰ ਕਰ ਦਿੰਦੀ ਹੈ ਗੁਰਦਾਸਪੁਰ ਦੇ ਡੀਸੀ ਨੂੰ ਕਿ ਮਤਲਬ ਆਹ ਪਠਾਨਕੋਟ ਦੇ ਵਿੱਚ ਆ ਜਿਹੜੀ ਪ੍ਰਾਪਰਟੀ ਹੈ ਜਿਹੜੀ ਹੈ ਇਹਨਾਂ ਬੰਦਿਆਂ ਨੂੰ ਅਲਾਟ ਕੀਤੀ ਹੈ। ਹੁਣ ਜਦੋਂ ਹਾਈ ਕੋਰਟ ਦੇ ਆਰਡਰ ਆਉਂਦੇ ਨੇ ਡੀਸੀ ਦੇ ਕੋਲ ਤੇ ਡੀਸੀ ਨੇ ਤਾਂ ਉਹ ਮੰਨਣੇ ਨੇ। ਡੀਸੀ ਤਹਿਸੀਲਦਾਰ ਨੂੰ ਭੇਜਦਾ। ਡੀਸੀ ਜਿਹੜਾ ਵਾ ਉਹ ਤਹਿਸੀਲਦਾਰ ਨੂੰ ਕੋਲੋਂ ਇਨਫੋਰਮੇਸ਼ਨ ਲੈਂਦਾ ਕਿ ਮਤਲਬ ਪ੍ਰਾਪਰਟੀ ਜਿਹੜੀ ਹੈ ਇਸ ਪ੍ਰਾਪਰਟੀ ਦੇ ਤਬਾਦਲੇ ਵਿੱਚ ਬਟਾਲੇ ਵਾਲੀ ਦੇ ਵਿੱਚ ਇੱਥੇ ਆ ਪ੍ਰਾਪਰਟੀ ਦਿੱਤੀ ਜਾ ਰਹੀ ਹੈ। ਉਸ ਪ੍ਰਾਪਰਟੀ ਦਾ ਜਾ ਕੇ ਚੈੱਕ ਕਰੋ ਕਿ ਮਤਲਬ ਕਿਸ ਹਾਲਤ ਵਿੱਚ ਹੈ, ਕਿਹਦੇ ਅੰਡਰ ਹੈ, ਕਿਉਂਕਿ ਕਲੇਮ ਕਰ ਚੁੱਕੇ ਨੇ ਕਿ ਉਹ ਸੀਟੀਡੀਸੀ ਲੈ ਚੁੱਕੇ ਤੇ ਉੱਥੇ ਕਮਰੇ ਪੈ ਚੁੱਕੇ ਨੇ। ਹਾਂਜੀ, ਠੀਕ ਹੈ। ਹੁਣ ਉੱਥੇ ਜਦੋਂ ਤਹਿਸੀਲਦਾਰ ਸੀਗੇ ਆਪਣਾ ਉਸ ਟਾਈਮ ਤੇ ਤੇਜਿੰਦਰਪਾਲ ਸਿੰਘ ਮੇਰਾ ਖਿਆਲ ਬਟਾਲੇ ਤੋਂ, ਉਹ ਜਦੋਂ ਉਸ ਪ੍ਰਾਪਰਟੀ ਦੇ ਵਿੱਚ ਜਾ ਕੇ ਮਤਲਬ ਚੈੱਕ ਕਰਨ ਜਾਂਦੇ ਆ ਤੇ ਉੱਥੇ ਮੇਰੇ ਨੌਕਰ ਮਤਲਬ ਜਿਹੜਾ ਉੱਥੇ ਮੇਰੇ ਮਕਾਨ ਦੇ ਵਿੱਚ ਰਹਿ ਰਿਹਾ ਸੀਗਾ, ਉਹਨੂੰ ਪੁੱਛਦੇ ਆ, ਉਹਨੂੰ ਜਦੋਂ ਦੇਖਦੇ ਆ ਵਿੱਚ ਬਾਗ ਲੱਗਾ, 4 ਦੀਵਾਰੀ ਬਣੀ ਹੈ, ਬਣਿਆ ਸਾਰਾ ਕੁਝ। ਹਾਂਜੀ, ਬਿਲਕੁਲ ਬਿਲਕੁਲ। ਤੇ ਪੁੱਛਦੇ ਆ ਵੀ ਇਹ ਕਿਹਦੀ ਹੈ, ਉਹਨੂੰ ਦੱਸਦਾ ਕਿ ਮਤਲਬ ਇਸ ਤਰ੍ਹਾਂ ਵੀ ਉਹ ਇੰਗਲੈਂਡ ਦੇ ਵਿੱਚ ਰਹਿੰਦੇ ਨੇ। ਤੇ ਉਹ ਫਿਰ ਮਤਲਬ ਉੱਥੋਂ ਜਿਹੜੀ ਆ ਗੱਲ ਜਿਹੜੀ ਆ ਉਹ ਅੱਗੇ ਉਹਨੂੰ ਕਹਿੰਦੇ ਨੇ ਵੀ ਉਹਨਾਂ ਦਾ ਕੋਈ ਵਾਲੀ ਵਾਰਸ ਇੱਥੇ ਕੋਈ ਹੈਗਾ ਕੋਈ। ਉਹ ਮੇਰਾ ਦੋਸਤ ਹੀ ਇੱਕ ਮਨਜੀਤ ਸਿੰਘ, ਜਿਹਨੂੰ 25 ਦਸੰਬਰ ਨੂੰ ਅਰੈਸਟ ਕੀਤਾ ਗਿਆ ਮਰਡਰ ਕੇਸ ਦੇ ਵਿੱਚ। ਹਾਂਜੀ, ਉਹ ਉਸ ਟਾਈਮ ਤੇ ਮਤਲਬ ਉਸ ਨੌਕਰ ਨੂੰ ਮਤਲਬ ਜਿਹੜਾ ਸੀਗਾ ਉਹ ਉਹਦੇ ਉੱਤੇ ਕੰਟਰੋਲ ਕਰਕੇ ਉਹਦੀ ਦੇਖਭਾਲ ਕਰ ਰਿਹਾ ਸੀਗਾ ਪ੍ਰਾਪਰਟੀ ਦੀ।
ਹਾਂਜੀ ਹੂੰ ਮਨਜੀਤ ਸਿੰਘ ਨੂੰ ਉਹ ਤਹਿਸੀਲਦਾਰ ਪੁੱਛਦਾ, ਮਨਜੀਤ ਸਿੰਘ ਨੂੰ ਕਹਿੰਦਾ ਕਿ ਮਤਲਬ ਭਾਈ ਤੁਹਾਡਾ ਇਹਦਾ ਆਹ ਕੰਮ ਹੋ ਚੁੱਕਾ ਹੈ, ਇਹ ਤੁਹਾਡੀ ਪ੍ਰਾਪਰਟੀ ਜਿਹੜੀ ਹੈ ਇਹ ਮਹਿਕਮੇ ਨੂੰ ਜਾ ਰਹੀ ਹੈ, ਉਹਦੇ ਨਾਂ ਤੇ ਚੇਂਜ ਹੋ ਚੁੱਕਾ ਹੈ ਇਹਦਾ ਹੂੰ ਇੰਤਕਾਲ। ਉਹ ਫਿਰ ਮਤਲਬ ਜਿਹੜਾ ਮਨਜੀਤ ਸਿੰਘ ਮੈਨੂੰ ਇਨਫੋਰਮੇਸ਼ਨ ਦਿੰਦਾ ਹੈ, ਹੂੰ ਜਿਹਦੇ ਕਰਕੇ ਮਤਲਬ 5 ਦਸੰਬਰ 2011 ਨੂੰ ਮੈਂ ਇੱਥੇ ਇੰਡੀਆ 'ਚ ਆ ਜਾਂਦਾ। ਹੂੰ ਹਾਂਜੀ ਆ ਕੇ ਜਦੋਂ ਮੈਂ ਜਾ ਕੇ ਡੀਸੀ ਆਫਿਸ ਦੇ ਵਿੱਚੋਂ ਪਤਾ ਕਰਦਾ ਤੇ ਉੱਥੇ ਵੀ ਸਾਰਾ ਕੁਝ ਉਹਨਾਂ ਨੇ ਮਤਲਬ ਮਿਲ ਚੁੱਕੇ ਨੇ ਕਿ ਮਤਲਬ ਅਲਾਟਮੈਂਟ ਕਰਨ ਦੀ। ਮੈਂ ਉਹਨਾਂ ਨੂੰ ਸਾਰੇ ਆਪਣੇ ਕਾਗਜ਼ ਪੱਤਰ ਦਿਖਾਉਣਾ ਡੀਸੀ ਸਾਹਿਬ ਨੂੰ। ਹੂੰ ਹਾਂਜੀ ਇਹ ਜਗ੍ਹਾ ਤਾਂ ਤੁਹਾਡੀ ਹੈਗੀ, ਠੀਕ ਹੈ। ਹਾਂਜੀ ਉਸ ਟਾਈਮ ਤੇ ਫਿਰ ਉਹ ਜਦੋਂ ਕਾਗਜ਼ ਪੱਤਰ ਦੇਖ ਕੇ ਹੈਰਾਨ ਹੋ ਜਾਂਦੇ ਨੇ। ਹਾਂਜੀ ਉਧਰੋਂ ਨਾਲ ਮਤਲਬ ਜਿਹੜੀ ਆ ਉਹ ਜਿਹੜੀ ਗਿਵਨ ਡੇਟ ਹੁੰਦੀ ਆ ਡੀਸੀ ਸਾਹਿਬ ਨੇ ਦਿੱਤੀ ਦੂਜੀ ਪਾਰਟੀ ਨੂੰ, ਉਦੋਂ ਇਹਨਾਂ ਨੂੰ ਵੀ ਸੱਦ ਲੈਂਦੇ ਨੇ ਵੀ ਤੁਸੀਂ ਸਾਹਮਣੇ ਆ ਜਾਓ। ਹਾਂਜੀ ਹਾਂਜੀ ਇਹ ਉਦੋਂ ਸਾਹਮਣੇ ਬੈਠੇ ਹੁੰਦੇ ਆ, ਦੂਜੀ ਪਾਰਟੀ ਹੱਕੀ ਬੱਕੀ ਰਹਿ ਜਾਂਦੀ ਹੈ। ਹਾਂਜੀ ਬੜਾ ਰੌਲਾ ਪਾਉਂਦੇ ਨੇ ਹਾਂਜੀ ਕਿ ਨਹੀਂ ਇਹਦਾ ਕੀ ਲੈਣਾ ਦੇਣਾ, ਇਹਨੂੰ ਬਾਹਰ ਕੱਢੋ, ਇਹਦਾ ਕੰਮ ਖਤਮ ਹੋ ਗਿਆ। ਇਹ ਫਿਰ ਡੀਸੀ ਸਾਹਿਬ ਜਿਹੜੇ ਨੇ ਮੌਕੇ ਤੇ ਜਾਂਦੇ ਨੇ ਉੱਥੇ ਬਟਾਲੇ, ਠੀਕ ਹੈ ਜੀ। ਮੌਕੇ ਤੇ ਜਾ ਕੇ ਉਹ ਸਾਰੀ ਉਹਦੀ ਫੋਟੋਗ੍ਰਾਫੀ ਹੁੰਦੀ ਹੈ, ਹੂੰ ਚਾਰ ਦੀਵਾਰੀ ਦੇ ਵਿੱਚ ਬਾਗ ਲੱਗਾ ਹੈ ਸਾਰਾ ਕੁਝ। ਹੂੰ ਉਹ ਪਾਰਟੀ ਕਹਿ ਰਹੀ ਹੈ ਕਿ ਮਤਲਬ ਗਵਰਨਮੈਂਟ ਦੇ ਮਹਿਕਮੇ ਨੇ ਕੁਆਟਰ ਬਣਾਏ ਆ। ਹਾਂਜੀ ਤੋਂ ਡੀਸੀ ਸਾਹਿਬ ਮਤਲਬ ਸਾਰੀ ਇਨਕੁਆਇਰੀ ਕਰਕੇ ਤੇ ਉਹ ਮਤਲਬ ਜਿਹੜਾ ਸੀਗਾ ਉਹ ਹਾਈ ਕੋਰਟ ਨੂੰ ਡੀਸੀ ਚੰਗਾ ਬੰਦਾ ਮਿਲ ਗਿਆ ਤੁਹਾਨੂੰ। ਹਾਂਜੀ ਇਮਾਨਦਾਰ ਹਾਂਜੀ ਡੀਸੀ। ਉਹ ਫਿਰ ਮਤਲਬ ਜਿਹੜਾ ਸੀ ਉਹਨਾਂ ਨੂੰ ਮਤਲਬ ਜਿਹੜਾ ਹਾਈ ਕੋਰਟ ਨੂੰ ਇਨਫੋਰਮ ਕਰ ਦਿੰਦੇ ਨੇ ਵੀ ਇਹ ਨਹੀਂ ਅਲਾਟਮੈਂਟ ਹੋ ਸਕਦੀ, ਕਿ ਮਤਲਬ ਜਿਹੜੀ ਆ ਹੇਰਾ ਫੇਰੀ ਆ। ਉਸ ਤੋਂ ਬਾਅਦ ਫਿਰ ਮੈਂ ਭੱਜਦਾ ਮਤਲਬ ਉਹਨਾਂ ਦੇ ਉੱਤੇ FIR ਦਰਜ ਕਰਾਉਣ ਨੂੰ, ਜਿਹਦੀ ਮਤਲਬ ਜਿਹੜਾ 2000 ਉਧਰੋਂ 2012 ਚੜ ਜਾਂਦਾ। ਅੱਛਾ ਜੀ। ਤੇ ਉਸ ਟਾਈਮ ਦੇ ਉੱਤੇ ਮਤਲਬ ਜਿਹੜੇ ਨੇ ਇਲੈਕਸ਼ਨ ਵਗੈਰਾ ਹੋ ਕੇ DGP ਸਾਹਿਬ ਸੈਣੀ ਸਾਹਿਬ ਵੀ ਆ ਜਾਂਦੇ ਆ। ਹਾਂਜੀ ਤੇ DGP ਸੈਣੀ ਸਾਹਿਬ ਦੇ ਮਤਲਬ ਸਾਂਢੂ ਦੇ ਨਾਂ ਦੇ ਉੱਤੇ ਉਹਦੀ ਪਾਵਰ ਆਫ ਅਟਾਰਨੀ ਸੀਗੀ। ਕਿ ਉਹ ਇਹ ਦੈਟ ਮੀਨਸ ਮਤਲਬ ਕੋਈ ਨਾ ਕੋਈ ਸਾਰੀ ਕੋਈ ਰਲੀ ਮਿਲੀ ਵੱਡੀਆਂ ਸਾਮੀਆਂ ਸੀ ਵਿੱਚ। ਹਾਂਜੀ ਉਹ ਪਰਚਾ ਦਰਜ ਨਹੀਂ, FIR ਦਰਜ ਨਹੀਂ ਹੋਣ ਦਿੰਦੇ। ਮੈਂ ਖੱਜਲ ਖਰਾਬ ਬਹੁਤ ਜ਼ਿਆਦਾ ਹੋਇਆ। ਇਨ ਬੀਟਵਨ ਮੇਰੀ ਉਹ ਭਗੌੜੇ ਕੇਸਾਂ ਦੇ ਵਿੱਚ ਅਰੈਸਟ ਵੀ ਪਾ ਦਿੰਦੇ ਨੇ। ਮੇਰੇ ਭਰਾਵਾਂ ਦੇ ਨੇ ਵੀ ਕਰਾਇਆ ਸੀ ਮੈਨੂੰ ਭਗੌੜਾ, ਤੇ ਇਹਨਾਂ ਨੇ ਵੀ ਕਰਾਇਆ ਸੀਗਾ। ਮੇਰੀਆਂ ਅਰੈਸਟਾਂ ਹੋ ਕੇ ਦੂਰ ਤਾਈਂ ਮਤਲਬ ਪੰਜਾਬ 'ਚ ਵੀ ਹਿਮਾਚਲ 'ਚ ਵੀ, ਤੇ ਮੈਂ ਉਹ ਕਲੀਅਰ ਕਰਦਾ ਉਹਨਾਂ ਮਤਲਬ ਜਿਹੜੀ ਆ ਕਸਟਡੀ ਕੱਟ ਕੇ ਤੇ ਕੇਸ ਗਾਂ ਚੱਲਦੇ ਆ, ਕੇਸ ਚੱਲਦੇ ਰਹਿੰਦੇ ਆ। ਤੇ ਉਸ ਮਤਲਬ ਜਿਹੜਾ ਵਾ ਆਪਣਾ ਅਖੀਰ ਮੇਰੇ ਹੱਥ ਜਿਹੜੀ ਹੈ 2014 ਦੇ ਵਿੱਚ ਇੱਕ DGP ਸਾਹਿਬ ਵੱਲੋਂ ਇੱਕ ਲਿਖਿਆ DO ਲੈਟਰ SSP ਪਠਾਨਕੋਟ, SSP ਗੁਰਦਾਸਪੁਰ, SSP ਬਟਾਲਾ, ਸਾਰੇ ਮਤਲਬ ਜਿਹੜਾ ਸੀਗਾ 5 SSPs ਨੂੰ ਮਤਲਬ ਜਿਹੜਾ ਹੀ ਲੈਟਰ ਜਿਹੜਾ ਇਸ਼ੂ ਕੀਤਾ ਗਿਆ ਸੀ ਕਿ ਮਤਲਬ ਇਹ ਬਲਜਿੰਦਰ ਸਿੰਘ ਜਾਂ ਬਲਜਿੰਦਰ ਸਿੰਘ ਦੇ ਪਰਿਵਾਰ ਵੱਲੋਂ ਦਿਲਬਾਗ ਰਾਏ ਜਾਂ ਇਸ ਦੇ ਪਰਿਵਾਰ ਦੇ ਖਿਲਾਫ ਕੋਈ ਐਪਲੀਕੇਸ਼ਨ, ਕੋਈ ਰਿਪੋਰਟ ਆਉਂਦੀ ਹੈ, ਉੱਤੇ ਕੋਈ ਕਾਰਵਾਈ ਨਾ ਕੀਤੀ ਜਾਏ, ਸਿੱਧੀ ਹੈੱਡਕੁਆਟਰ 'ਚ ਭੇਜੀ ਜਾਏ। ਕੁਛ ਨਹੀਂ ਹੁੰਦੀ। ਮਿਸਯੂਜ਼ ਆਫ ਪਾਵਰਸ। ਯੈਸ, ਯੂਜ਼ ਆਫ ਪਾਵਰ। ਠੀਕ ਹੈ ਜੀ। ਇੱਥੋਂ ਕਨਾਈਵੈਂਸ ਵੀ ਪਤਾ ਲੱਗਦੀ ਹੈ। ਉਹ ਚਿੱਠੀ ਤੇ ਨਹੀਂ ਝੂਠ ਬੋਲ ਸਕਦੀ ਨਾ। ਇਹ ਭਾਜੀ ਝੂਠ ਬੋਲਦੇ ਨੇ, ਮੰਨ ਲਓ ਉਹ ਚਿੱਠੀ ਝੂਠ ਬੋਲੇਗੀ। ਲੋਕ ਮਤਲਬ ਕੀ ਸਮਝਦੇ ਨੇ ਆਪਣੇ ਆਪ ਨੂੰ ਵੀ ਅਸੀਂ ਮਤਲਬ ਕਿਤੇ ਨਾ ਕਿਤੇ ਚੋਰ ਗਲਤੀ ਛੱਡਦਾ, ਚਾਹੇ ਉਹ ਅਫਸਰ ਹੀ ਹੋਣਾ ਹੋਵੇ। ਅਫਸਰ ਕਿਉਂ ਨਾ, ਬਿਲਕੁਲ। ਮਤਲਬ ਈਵਨ ਇੱਥੋਂ ਤੱਕ ਮਤਲਬ ਮੈਂ ਉਦੋਂ ਖੱਜਲ ਖਰਾਬ, ਉਦੋਂ IG ਸੀਗੇ ਮੈਡਮ ਜੀ ਦਿਓਲ ਜੀ, ਤੇ ਉਹਨਾਂ ਤੱਕ ਵੀ ਪਹੁੰਚ ਕੀਤੀ। ਉਹਨਾਂ ਨੇ ਵੀ ਮਤਲਬ ਜਦੋਂ ਵਿੱਚੋਂ ਮਤਲਬ ਜਿਹੜੇ ਸੀ ਉਹਨਾਂ ਨੂੰ ਵੀ ਜਦੋਂ SSP ਸਾਹਿਬ ਗੁਰਦਾਸਪੁਰ ਤੋਂ ਪਤਾ ਲੱਗਦਾ ਸੀ ਵੀ DGP ਸਾਹਿਬ ਦੀ ਵਿੱਚ ਹੈਗੀ ਹੈ, ਤਾਂ ਉਹ ਵੀ ਚੁੱਪ ਕਰਕੇ ਬਹਿ ਜਾਂਦੇ, ਉਹ ਵੀ ਨਹੀਂ ਕੋਈ ਗੱਲ ਕਰਦੇ, ਕੋਈ ਮੇਰੀ ਸੁਣਦਾ ਨਹੀਂ ਸੀ। ਅਖੀਰ ਜਦੋਂ ਮਤਲਬ DGP ਆਪਣਾ SSP ਮੰਡ ਸਾਹਿਬ ਸੀਗੇ ਬਟਾਲਾ 'ਚ, ਜੀ ਉਹਨਾਂ ਨੇ ਮਤਲਬ ਇੱਕ ਦਿਨ ਦੁਪਹਿਰ ਮਤਲਬ ਜਿਹੜਾ ਮੈਨੂੰ ਬੜੇ ਮਤਲਬ ਡਾਂਟ ਕੇ ਬਾਹਰ ਕੱਢਤਾ ਆਫਿਸ ਦੇ ਵਿੱਚੋਂ। ਕਹਿਣ ਲੱਗੇ ਕਿ ਮਤਲਬ ਜਾ ਕੇ ਕੋਰਟਾਂ ਦੇ ਵਿੱਚੋਂ ਇਨਸਾਫ ਲੈ, ਇੱਥੇ ਤੈਨੂੰ ਕੁਝ ਨਹੀਂ ਮਿਲਣਾ। ਹਾਂਜੀ ਜੀ। ਉਸ ਦਿਨ ਫਿਰ ਮੈਨੂੰ ਗੁੱਸਾ ਆਇਆ ਤੇ ਮਤਲਬ ਜਿਹੜਾ DO ਲੈਟਰ ਸੀ ਜਿਹੜਾ ਮੈਂ ਉਹ ਓਪਨ ਕਰ ਦਿੱਤਾ। ਜੀ ਅਖਬਾਰ ਦੇ ਵਿੱਚ ਵੀ ਦਿੱਤਾ, ਜਗਬਾਣੀ ਦੇ ਵਿੱਚ ਵੀ ਆਇਆ ਸੀਗਾ। ਜੀ ਜਗਬਾਣੀ ਦੇ ਵਿੱਚ ਵੀ ਆਇਆ, ਅਜੀਤ ਦੇ ਵਿੱਚ ਵੀ ਆਇਆ। ਸਾਰੇ ਇੱਕ ਕੋਈ ਚੈਨਲ ਸੀਗਾ ਮੈਨੂੰ ਯਾਦ ਨਹੀਂ ਉਸ, ਹਾਂਜੀ ਚੜ੍ਹਦੀ ਕਲਾ ਸੀ ਸ਼ਾਇਦ। ਹਾਂਜੀ ਤੇ ਉਹਦੇ ਵਿੱਚ ਮਤਲਬ ਜਿਹੜਾ ਸੀ ਉਹਦੇ ਵਿੱਚ ਵੀ ਮੇਰੀ ਛੋਟੀ ਜਿਹੀ ਬਾਈਟ ਆਈ, ਜਿਹਦੇ ਤੋਂ ਮਤਲਬ ਜਿਹੜਾ ਸੀ ਕਰਕੇ ਤੇ ਮਤਲਬ ਜਿਹੜਾ ਸੀ ਉਹ ਤੀਸਰੇ ਦਿਨ ਜਿਹੜੀ ਸੀ ਮਤਲਬ ਪਤਾ ਨਹੀਂ ਜਿਹੜੀ ਕੋਈ ਪੁਲਿਸ ਆਫੀਸ਼ਲ ਸੀ ਉਹਨਾਂ ਨੇ ਪਿੱਛੋਂ ਦਬਕਾ ਮਾਰਿਆ ਵੀ ਇਹ ਕੀ ਕਰਨ ਦੇ ਹੋ। ਨਾਲ ਮਤਲਬ ਉਹਨਾਂ ਨੇ ਕੋਈ ਫਾਰਮੈਲਿਟੀ ਪੂਰੀ ਕਰਨ ਵਾਸਤੇ ਕਹਿ ਦਿੱਤਾ ਕਿ ਤੁਸੀਂ FIR ਦਰਜ ਕਰਕੇ ਅਰੈਸਟ ਕੋਈ ਨਾ ਪਾਓ, ਤੇ ਮਤਲਬ ਜਿਹੜਾ ਵਾ ਇਹਨੂੰ ਭੰਬਲ ਭੂਸੇ 'ਚ ਪਾੜੋ। ਠੀਕ ਹੈ। ਤੀਸਰੇ ਦਿਨ ਮੇਰੀ ਉਹ FIR ਦਰਜ ਹੋ ਜਾਂਦੀ ਹੈ।
ਉਹ FIR ਦੇ ਦਰਜ ਹੋਣ ਤੋਂ ਬਾਅਦ 'ਚ ਜਿਹੜਾ ਕੋਈ ਕਾਰਵਾਈ ਨਹੀਂ, ਉਹਨਾਂ ਬੰਦਿਆਂ ਦੀ ਅਰੈਸਟ, ਜਿਹਦੇ ਵਿੱਚ 2 ਤਹਿਸੀਲਦਾਰ ਹੁੰਦੇ ਨੇ, ਇੱਕ ਉਹ ਪ੍ਰਿੰਸੀਪਲ, ਇੱਕ ਇਹ ਦਿਲਬਾਗ ਰਾਏ, ਇੱਕ ਦਿਲਬਾਗ ਰਾਏ ਦੀ ਮਤਲਬ ਜਿਹੜੀ ਔਰਤ ਨਾਲ ਰਹਿੰਦੀ ਸੀ ਅਵਿਨਾਸ਼, ਉਹਦੇ ਖਿਲਾਫ ਸੁੱਚਾ ਸਿੰਘ ਦੇ, DGP ਦੇ ਸਾਂਢੂ ਸੀਗਾ ਆਪਣਾ, ਉਹਦਾ ਨਾਮ ਮੈਨੂੰ ਯਾਦ ਨਹੀਂ ਹੈ ਇਸ ਵਕਤ, ਉਹਦੇ ਨਾਂ ਤੇ 8-9 ਬੰਦਿਆਂ ਦੇ ਉੱਤੇ ਮਤਲਬ ਜਿਹੜੀ ਉਹ FIR ਦਰਜ ਹੁੰਦੀ ਹੈ, ਲੇਕਿਨ ਪੁਲਿਸ ਕਾਰਵਾਈ ਕੋਈ ਨਹੀਂ ਕਰਦੀ। FIR ਦਰਜ ਕਰਕੇ ਰੱਖ ਦਿੰਦੀ ਹੈ ਕਿ ਆ ਜੀ ਹੋ ਗਈ ਹੈ, ਹਾਂਜੀ। ਉਹਦੀ ਕੋਈ ਗਾਂ ਅੱਗੇ ਇਨਕੁਆਇਰੀ ਦੇ ਵਿੱਚ ਪਾ ਪੂ ਕੇ ਮਤਲਬ ਕਰਦੇ ਰਹੇ ਨੇ, ਅੱਜ ਤੱਕ ਕੋਈ ਅਰੈਸਟ ਨਹੀਂ ਪਈ। ਠੀਕ ਹੈ, ਜਿਹਦਾ ਕਿ ਮਤਲਬ ਅੱਜ ਮੈਂ ਉਹ ਇਹਦੇ ਵਿੱਚ ਬਟਾਲਾ ਕੋਰਟ ਦੇ ਵਿੱਚ ਚੱਲ ਰਹੀ ਹੈ ਮੇਰਾ ਕੀ ਕਹਿੰਦੇ ਕੰਪਲੇਂਟ। ਠੀਕ ਹੈ ਬਲਜਿੰਦਰ ਜੀ, ਇਹਦੇ ਵਿੱਚ ਇੱਕ ਚੀਜ਼ ਸਮਝਣਾ ਚਾਹੁੰਦਾ ਤੁਹਾਡੇ ਕੋਲ ਮੈਂ। ਹਾਂਜੀ, ਸਾਰੇ ਮਾਮਲੇ ਦੇ ਵਿੱਚ ਦਿਲਬਾਗ ਰਾਏ ਦੀ ਭੂਮਿਕਾ ਬੜੀ ਅਹਿਮ ਮੰਨੀ ਜਾ ਰਹੀ ਹੈ। ਉਹਦੀ ਮੇਨ ਮਾਸਟਰਮਾਈਂਡ ਉਹ ਹੀ ਸੀਗਾ। ਦਿਲਬਾਗ ਰਾਏ ਦਾ ਕਤਲ ਹੁੰਦਾ ਹੈ ਨਾ, ਹਾਂਜੀ, ਇਲਜ਼ਾਮ ਤੁਹਾਡੇ ਉੱਤੇ ਲੱਗਦਾ, ਇਲਜ਼ਾਮ ਮੇਰੇ ਤੇ ਲੱਗਦਾ। ਹੁਣ ਸਵਾਲ ਬੜਾ ਵੱਡਾ ਹੈ ਕਿ ਤੁਸੀਂ ਵੀ ਇਸ ਗੱਲ ਨੂੰ ਥੋੜਾ ਕਲੀਅਰ ਕਰੋ, ਕਿਉਂਕਿ ਜਿੰਨੇ ਵੀ ਮੈਂ ਵੀ ਤੁਹਾਡੇ ਕੋਲ ਸਮਝਣਾ ਚਾਹੁੰਦਾ। ਹਾਂਜੀ, ਇਹ ਕਤਲ ਦੀ ਵਾਰਦਾਤ ਕਦੋਂ ਵਾਪਰਦੀ ਹੈ ਤੇ ਕਤਲ ਦੇ ਪਿੱਛੇ ਕੌਣ? ਇਹ ਕਤਲ ਦੀ ਵਾਰਦਾਤ ਜਿਹੜੀ ਜੇ ਇਹ ਆਪਣਾ 12-13 ਦਸੰਬਰ 2015 ਦੀ ਰਾਤ, 12-13 ਦਸੰਬਰ 2015 ਦੀ ਰਾਤ, ਹਾਂਜੀ, ਵਾਰਦਾਤ ਇਹ ਵਾਪਰਦੀ ਹੈ। ਇਹਨਾਂ ਦੇ ਪਰਿਵਾਰ ਦੇ ਵਿੱਚ ਮਤਲਬ ਜਿਹੜਾ ਘਰ ਦੇ ਵਿੱਚ ਮਤਲਬ ਜਿਹੜੇ ਆ ਮਾਰਕਟਾਈ ਹੁੰਦੀ ਹੈ, ਹਾਂਜੀ, ਜਿਹਦੇ ਵਿੱਚ ਇਹਨਾਂ ਦੇ ਕਾਫੀ ਸੱਟਾਂ ਲੱਗਦੀਆਂ ਨੇ, ਹਾਂਜੀ, ਜਿਹਦੇ ਵਿੱਚ ਉਹਨਾਂ ਨੂੰ ਮਤਲਬ ਹਸਪੀਟਲ ਲਿਜਾਇਆ ਜਾਂਦਾ। ਹਸਪੀਟਲ ਦੇ ਵਿੱਚੋਂ ਇਹਨਾਂ ਨੂੰ ਮਤਲਬ ਜਿਹੜਾ ਕਹਿੰਦੇ ਨੇ ਕਿ ਮਤਲਬ ਟ੍ਰਾਂਸਫਰ ਕੀਤਾ ਗਿਆ, ਮਤਲਬ ਆਪਣਾ ਅੰਮ੍ਰਿਤਸਰ ਨੂੰ ਹਾਂਜੀ ਰੈਫਰ ਕੀਤਾ ਜਾਂਦਾ। ਉਹਦੇ ਵਿੱਚ ਰਸਤੇ ਜਾਂਦਿਆਂ ਜਿਹੜੀ ਹੈ ਦਿਲਬਾਗ ਰਾਏ ਦੀ ਡੈਥ ਕਹਿੰਦੇ ਨੇ ਹੋ ਜਾਂਦੀ ਹੈ। ਉਸ ਤੋਂ ਬਾਅਦ ਉਹਦੀ ਮਤਲਬ ਜਿਹੜੀ ਆਪਣਾ ਅਵਿਨਾਸ਼, ਉਹਦੀ ਕੋਈ 8-10 ਦਿਨ ਬਾਅਦ ਉਹਦੀ ਹੋ ਜਾਂਦੀ ਹੈ, ਹਾਂਜੀ। ਪਰ ਤੁਹਾਡੇ ਉੱਤੇ ਇਲਜ਼ਾਮ ਨੇ ਕਿ ਬੰਦੇ ਤੁਸੀਂ ਭੇਜੇ ਸੀ ਮਾਰਕੁਟਾਈ? ਹਾਂਜੀ, ਮੇਰੇ ਉੱਤੇ ਮਤਲਬ ਇਲਜ਼ਾਮ ਇਹਨਾਂ ਨੇ ਮਤਲਬ ਰਾਮਾ ਮਦੀਸਾ ਸਿੰਘ, ਜੋ ਕਿ ਮਤਲਬ ਜਿਹੜਾ ਇੱਕ ਵਕੀਲ ਬਣ ਚੁੱਕਾ ਹੈ ਉੱਥੇ ਪਠਾਨਕੋਟ ਦੇ ਵਿੱਚ, ਹਾਂਜੀ, ਠੀਕ ਹੈ ਜੀ। ਉਹਨੇ ਮਤਲਬ ਜਿਹੜਾ FIR ਦੇ ਵਿੱਚ ਜਿਹੜਾ ਵਾ ਇੰਨੀ ਗੱਲ ਮਤਲਬ ਜਿਹੜੀ ਹੈ ਪੁਲਿਸ ਨੂੰ ਲਿਖਾਈ ਹੈ ਕਿ ਮਤਲਬ ਜਿਹੜਾ ਵਾ ਰਾਜ ਵਿਕਰਮ ਰਾਏ ਨੇ ਮੈਨੂੰ ਹੌਲੀ-ਹੌਲੀ ਦੱਸਿਆ ਕਿ ਮਤਲਬ ਬਲਜਿੰਦਰ ਸਿੰਘ ਦੇ ਆਦਮੀ ਇਹ ਕਤਲ ਕਰ ਗਏ, ਆਪਣਾ ਮਤਲਬ ਜਿਹੜਾ ਮਾਰਕਟਾਈ ਕਰਕੇ। 12 ਤੇ 13 ਦਸੰਬਰ ਦੀ ਗੱਲ ਦੱਸੋ? 12-13 ਦਸੰਬਰ 2015 ਦੀ ਗੱਲ ਹੈ ਨਾ? ਹਾਂਜੀ ਹਾਂਜੀ, ਜਦੋਂ ਦਿਲਬਾਗ ਰਾਏ ਹੋਰਾਂ ਦੇ ਘਰ ਦੇ ਉੱਤੇ ਹਮਲਾ ਹੁੰਦਾ, ਹਾਂਜੀ ਹਾਂਜੀ, ਉਸ ਵੇਲੇ ਉਸ ਘਰ ਦੇ ਵਿੱਚ ਕੌਣ-ਕੌਣ ਸੀ ਤੇ ਤੁਸੀਂ ਉਸ ਵੇਲੇ ਕਿੱਥੇ ਸੀ? ਮੈਂ ਉਸ ਟਾਈਮ ਦੇ ਉੱਤੇ ਗੁਰਦਾਸਪੁਰ ਜੇਲ੍ਹ ਦੇ ਵਿੱਚ ਸੀਗਾ। ਉਸ ਗੁਰਦਾਸਪੁਰ ਜੇਲ੍ਹ 'ਚ ਤੁਸੀਂ ਕਿਵੇਂ? ਗੁਰਦਾਸਪੁਰ ਜੇਲ੍ਹ ਦੇ ਵਿੱਚ ਇਹਨਾਂ ਜਿਹੜਾ ਇੱਕ ਮੇਰੇ ਤੇ ਬਟਾਲੇ ਦੇ ਆਪਣਾ ਚੈੱਕ ਦਾ ਕੀਤਾ ਸੀ ਮੇਰੇ ਤੇ ਕੇਸ, ਹਾਂਜੀ, ਉਹਦੇ ਵਿੱਚ ਮੈਨੂੰ 1 ਸਾਲ ਦੀ ਸਜ਼ਾ ਹੋ ਚੁੱਕੀ ਸੀ। ਅੱਛਾ ਜੀ। ਤੇ ਉਹਦੇ ਵਿੱਚ ਮੈਂ ਮਤਲਬ ਜਿਹੜਾ ਇਹ 6 ਜੁਲਾਈ 2015 ਨੂੰ ਮੈਂ ਜੇਲ੍ਹ ਦੇ ਵਿੱਚ ਚਲਾ ਜਾਂਦਾ। ਤੇ ਬਾਹਰ ਕਦੋਂ ਆਉਂਦੇ ਹੋ? ਬਾਹਰ ਤੇ ਆਉਂਦਾ ਹੀ ਨਹੀਂ। ਬਾਹਰ ਤੇ ਮੈਨੂੰ ਮਤਲਬ ਉੱਥੋਂ ਮੁੜ ਕੇ ਆਪਣਾ ਜਾ ਕੇ ਜੇਲ੍ਹ ਦੇ ਵਿੱਚੋਂ ਹੀ ਮਤਲਬ ਟ੍ਰਾਂਸਫਰ ਕਰਕੇ ਤੇ ਮਤਲਬ ਉਧਰ ਆਪਣਾ ਭੇਜ ਦਿੰਦੇ ਨੇ ਧਰਮਸ਼ਾਲਾ। ਅੱਛਾ, ਇਸੇ ਕੇਸ ਵਿੱਚ? ਹਾਂਜੀ। ਅੱਛਾ। ਹੁਣ ਉਹ ਜਿਸ ਦਿਨ ਮਤਲਬ ਇਹਨਾਂ ਦੇ ਘਰ ਦੇ ਵਿੱਚ ਵਾਰਦਾਤ ਹੁੰਦੀ ਹੈ, ਹੁਣ ਜਿਹੜਾ ਸਾਨੂੰ ਜਿਹੜਾ ਪਤਾ ਲੱਗਣ ਡਿਆ ਸੀ ਸਾਰਾ ਇਹਨਾਂ ਦੇ ਬਿਆਨਾਂ ਦੇ ਉੱਤੋਂ ਹੀ ਮਤਲਬ ਸਾਰਾ ਕੋਈ ਇਹਨਾਂ ਦੀ ਜਿੱਥੇ ਜਿੱਥੇ ਜੋ ਕੁਝ ਰਾਮ ਮੁਹੰਮਦ ਈਸਾ ਸਿੰਘ ਨੇ ਤੇ ਉਸ ਦਿਨ ਕਿਸੇ ਨੂੰ ਮਤਲਬ ਇਹਨਾਂ ਆਪਣੇ 4 ਫੈਮਿਲੀ ਮੈਂਬਰਾਂ ਤੋਂ ਇਲਾਵਾ ਕੋਈ ਨਾਂ ਨਹੀਂ ਲਿਖਾਇਆ। ਉਹਨੇ ਕਿਹਾ ਕਿ ਮੈਂ, ਮੇਰਾ ਭਰਾ ਤੇ ਮੇਰੀ ਮਾਂ ਤੇ ਮੇਰਾ ਪਿਓ, ਅਸੀਂ ਇੱਕ ਬਿਲਡਿੰਗ 'ਚ 6 ਜਣੇ ਆ। ਹਾਂਜੀ, 6ਾਂ ਚੋਂ 3 ਨਾਲ ਮਾਰਕੁਟਾਈ ਹੋ ਰਹੀ ਹੈ ਤੇ ਬਾਕੀ 3 ਨੂੰ ਪਤਾ ਵੀ ਨਹੀਂ ਲੱਗ ਰਿਹਾ। ਉਸ ਘਰ ਦੇ ਕੋਈ ਤਾਲੇ ਨਹੀਂ ਟੁੱਟ ਰਹੇ, ਕੋਈ ਕੰਧ ਟੱਪਣ ਦੇ ਸਾਈਨ ਨਹੀਂ ਹੈ, ਕੋਈ ਹਥਿਆਰ ਨਹੀਂ ਹੈ। ਤੁਹਾਨੂੰ ਕਿਵੇਂ ਚੀਜ਼ਾਂ ਇਹ ਪਤਾ? ਜੋ ਸਭਾ ਮਿਸਲ ਤੇ ਆਈਆਂ, ਜੋ ਸਾਡੇ ਕੋਲ ਬਿਆਨਾਂ 'ਚ, ਜੋ ਆਈਓ ਕੋਲੋਂ ਸਵਾਲ ਪੁੱਛੇ ਗਏ, ਜੋ ਜਿਹੜੀ ਵੀ ਕਾਰਵਾਈ ਚੱਲਦੀ ਪਈ ਹੈ ਉਹਦੇ ਵਿੱਚ ਸਾਰੇ ਸਵਾਲ ਆਏ ਨੇ। ਤੇ ਇਹਨਾਂ ਨੇ ਜੇਲ੍ਹ 'ਚ ਬੈਠਿਆਂ ਕਿਵੇਂ ਕਨਸਪੀਰੇਸੀ ਕੀਤੀ ਹੈ, ਉਹ ਚੀਜ਼ਾਂ ਕੋਈ ਸਾਹਮਣੇ ਨਹੀਂ ਆ ਰਹੀਆਂ। ਸਿਰਫ ਇਸ ਕਰਕੇ ਕਿ ਇਹ ਆਪਣਾ ਹੱਕ ਨਾ ਮੰਗਣ, ਇਸ ਕਰਕੇ ਇਹਨਾਂ ਨੂੰ ਫਸਾਉਂਦੇ ਜਾਓ। ਠੀਕ ਹੈ, ਹਾਂਜੀ, ਤੁਸੀਂ ਕੀ ਕਹਿਣਾ ਚਾਹੁੰਦੇ? ਹਾਂਜੀ, ਹੁਣ ਮਤਲਬ ਜਿਹੜਾ ਵਾ ਉਸ ਦਿਨ ਤੇ ਮਤਲਬ ਜਿਹੜਾ ਰਾਮ ਮੁਹੰਮਦ ਈਸਾ ਸਿੰਘ ਤੇ ਆਪਣੇ ਆਪ ਇਹ ਸ਼ੋਅ ਕਰ ਰਿਹਾ ਕਿ ਅਸੀਂ 4 ਹਾਂ, ਹਾਂਜੀ। ਲੇਕਿਨ ਜਿਹੜਾ ਆਪਣਾ 2 ਮਹੀਨੇ ਬਾਅਦ ਜਿਹੜਾ ਰਾਜ ਵਿਕਰਮ ਰਾਏ ਬਿਆਨ ਦੇਣ ਡਿਆ, ਉਹ ਕਹਿਣ ਡਿਆ ਕਿ ਮਤਲਬ ਬਲਦੇਵ ਰਾਜ ਵਕੀਲ ਔਰ ਉਹਦਾ ਜਵਾਈ ਵੀ ਉਸ ਦਿਨ ਘਰ ਦੇ ਵਿੱਚ, ਮਤਲਬ ਕਿ ਜਦੋਂ ਕਤਲ ਦੀ ਵਾਰਦਾਤ ਵਾਪਰਦੀ ਹੈ ਉਸ ਦਿਨ 6 ਘਰ ਦੇ ਵਿੱਚ ਦਿਲਬਾਗ ਰਾਏ ਹੋ ਗਿਆ। ਉਸ ਦੇ ਨਾਲ ਜਿਹੜੀ ਤੁਸੀਂ ਦੱਸ ਰਹੇ ਹੋ ਪਤਨੀ ਅਵਿਨਾਸ਼, ਉਹਦੇ ਅੱਗੇ ਰਾਮ ਮੁਹੰਮਦ ਈਸਾ ਸਿੰਘ, ਇਹਦਾ ਮੁੰਡਾ ਸੀ ਰਾਮ ਮੁਹੰਮਦ,
ਹਾਂਜੀ ਰਾਮ ਮੁਹੰਮਦ ਇਹਦਾ ਅਵਿਨਾਸ਼ ਦਾ ਤੇ ਰਾਜ ਵਿਕਰਮ। ਰਾਜ ਵਿਕਰਮ ਉਹ ਵੀ ਅਵਿਨਾਸ਼ ਦਾ ਮੁੰਡਾ ਸੀਗਾ। ਤੇ ਜਿਹੜਾ ਵਕੀਲ ਬਲਦੇਵ ਰਾਜ ਔਰ ਉਹਦਾ ਸਨ ਇਨ ਲਾ ਜੋ ਆਏ ਸੀ 6 ਬੰਦੇ ਸੀਗੇ। 6 ਬੰਦੇ ਸੀਗੇ। ਠੀਕ ਹੈ। ਹਾਂਜੀ ਜਦੋਂ ਕਤਲ ਹੁੰਦਾ ਜਿੱਦਣ ਮਤਲਬ ਮਾਰਕਟਾਈ ਹੁੰਦੀ ਹੈ। ਹਾਂਜੀ ਠੀਕ ਹੈ। ਮਾਰਕਟਾਈ ਜਿੱਦਣ ਇਹਨਾਂ ਦੀ ਹੁੰਦੀ ਹੈ ਉਦੋਂ ਇਹ ਹਨ। ਠੀਕ ਹੈ। ਹਾਂਜੀ ਮਾਰਕਟਾਈ ਜਦੋਂ ਹੁੰਦੀ ਹੈ ਵਾਪਰਦੀ ਹੈ ਕੀ ਉਸ ਤੋਂ ਬਾਅਦ ਕੀ ਤੁਹਾਡੇ ਉੱਤੇ ਇਲਜ਼ਾਮ ਕਿਉਂ ਲੱਗ ਜਾਂਦਾ ਹੈ ਸਾਰਾ? ਮੇਰੇ ਉੱਤੇ ਇਲਜ਼ਾਮ ਦਾ ਤੁਹਾਡੇ ਸਾਹਮਣੇ 2003 ਤੋਂ ਤੇ ਇਹਨਾਂ ਨਾਲ ਸ਼ੁਰੂ ਹੋ ਗਈ। 2003 ਦੇ ਵਿੱਚ ਇਹਨਾਂ ਦੇ ਸਾਰੇ ਪਰਿਵਾਰ ਦੇ ਉੱਤੇ ਚੈੱਕ ਬੁੱਕ ਚੋਰੀ ਦਾ ਜਿਹੜਾ ਵਾ FIR ਦਰਜ ਹੁੰਦੀ ਹੈ। 2009 ਦੇ ਵਿੱਚ ਇਹਨਾਂ ਦੇ ਉੱਤੇ ਤੇ ਮੇਰੇ ਭਰਾ ਦੇ ਜਿਹੜਾ ਸੀਗਾ ਇਹਨਾਂ ਦੇ ਉੱਤੇ ਮੈਂ ਫਿਰ ਇੱਕ FIR ਕਰਾਉਣਾ ਤੇ ਮੇਰੀ ਮਸ਼ੀਨਰੀ ਸਾਰੀ ਇਹਨਾਂ ਨੇ ਵੇਚ ਲਈ ਹੈ। ਨਹੀਂ ਇਹਦੇ ਚ ਜੋ ਤੁਹਾਡੀ ਕੇਸ ਦੀ ਸਟੱਡੀ ਹੁੰਦੀ ਹੈ ਜਿਵੇਂ ਇੰਨੇ ਕੇਸਾਂ ਦੇ ਵਿੱਚ ਤੁਹਾਨੂੰ ਉਹਨਾਂ ਨੇ ਉਲਝਾਈ ਰੱਖਿਆ ਨਾ, ਹਾਂਜੀ, ਫਿਰ ਬੰਦੇ ਦੇ ਦਿਮਾਗ 'ਚ ਆ ਹੀ ਜਾਂਦਾ ਕਿ ਇਹਨਾਂ ਦਾ ਕਤਲ ਹੀ ਕਰ ਦਈਏ, ਮਸਲੇ ਹੱਲ ਹੋ ਜਾਣ, ਕਿਤੇ ਉਹ ਤਾਂ ਨਹੀਂ ਕਰਦੇ? ਨਾ ਜੀ ਨਾ, ਇਹ ਸਾਨੂੰ ਮਤਲਬ ਜਿਹੜਾ ਅਸੀਂ ਇਹਨੇ ਜੋਗੇ ਹੈਗੇ ਆ। ਨਹੀਂ ਫਿਰ ਵੀ ਕਤਲ ਉਹਨਾਂ ਦਾ ਹੋ ਜਾਂਦਾ ਜਿਨ੍ਹਾਂ ਜੇ ਇੰਨੇ ਜੋਗੇ ਹੁੰਦੇ ਜੇ ਇੰਨੇ ਜੋਗੇ ਹੁੰਦੇ ਤੇ ਮੇਰੀ ਜ਼ਮੀਨ ਨੂੰ ਹਾਥੀ ਕਿਉਂ ਪਾਉਂਦੇ? ਇਹ ਤੇ ਪਹਿਲਾਂ ਹੀ ਕਰ ਚੁੱਕੇ ਹੁੰਦੇ। ਕਿਸੇ ਵੀ ਸ਼ਖਸ ਦੇ ਮੂੰਹ ਤੇ ਤਾਂ ਨਹੀਂ ਲਿਖਿਆ ਹੁੰਦਾ ਨਾ ਬੰਦਾ। ਨਹੀਂ ਮੂੰਹ ਤੇ ਵੇਖੋ ਜੀ ਕੁਝ ਵੀ ਹੈ, ਪੁਲਿਸ ਇਨਵੈਸਟੀਗੇਸ਼ਨ ਪੁਲਿਸ ਕਿਉਂ ਨਹੀਂ ਪੁਲਿਸ ਲੱਭ ਲੈਂਦੀ ਹੈ, ਬੰਦੇ ਦੇ ਮੂੰਹ ਤੇ ਨਹੀਂ ਲਿਖਿਆ। ਲੇਕਿਨ ਜਿਹੜੀ ਹੈ ਇਨਵੈਸਟੀਗੇਸ਼ਨ ਤੇ ਕੁਝ ਨਹੀਂ ਛੱਡਦੀ, ਬੰਦੇ ਨੂੰ ਛਾਣ ਦਿੰਦੀ। ਉਸ ਵਾਹਿਗੁਰੂ ਦੀ ਕਚਹਿਰੀ ਵੀ ਜਾਣਾ ਤੁਸੀਂ? ਬਿਲਕੁਲ। ਮੈਂ ਕੀ ਕਹਿੰਦੇ ਆ 5 ਇਵੈਂਟ ਉਸ ਤੋਂ ਪਹਿਲਾਂ ਵੀ ਤੇ ਹੁੰਦੇ ਆ ਨਾ ਜੀ। ਜੇ ਇਹਨਾਂ ਨੇ ਜਾਨੋਂ ਹੀ ਮਾਰਨਾ ਸੀ ਤੇ ਜਿੱਦਣ ਇਹ ਬਾਹਰ ਸੀ ਉਦੋਂ ਮਾਰ ਸਕਦੇ ਸੀ। ਇਹ ਜੇਲ੍ਹ ਦੇ ਅੰਦਰ ਬਹਿ ਕੇ ਅਗਲੀ ਇੱਕ ਪੰਚਿੰਗ ਲਾਈਨ ਦੇ ਦਿਆਂ, ਉਸ ਜੇਲ੍ਹ ਚੋਂ ਇਹਨਾਂ ਦਾ ਕਿਸੇ ਨਾਲ ਰਾਬਤਾ ਹੀ ਕਾਇਮ ਨਹੀਂ ਹੋਇਆ 5 ਮਹੀਨੇ। ਅੱਛਾ ਜੀ। ਜੇ ਮੈਂ ਕਨਸਪੀਰੇਸੀ ਕਰੂੰਗਾ ਤੇ ਤੁਹਾਡੇ ਨਾਲ ਅੱਜ ਕਰੂੰਗਾ ਵੀ ਆਪਾਂ 2 ਦਿਨ ਬਾਅਦ ਕੀ ਕਰਨਾ। ਨੋਟ ਸਾਲ ਪਹਿਲਾਂ 3 ਬੰਦਿਆਂ ਦੀ ਕਿਹੜੀ ਡੈਥ ਹੁੰਦੀ ਇਹਨਾਂ ਚੋਂ? ਅੱਛਾ ਜੀ, ਇਹ ਮਤਲਬ ਜਿਹੜੇ 3 ਬੰਦਿਆਂ ਦੀ ਤੇ ਮਤਲਬ ਜਿਹੜੇ ਉਸ ਟਾਈਮ ਘਟਨਾਕ੍ਰਮ ਕਿਵੇਂ ਵਾਪਰਦਾ ਹੈ, ਹਮਲਾ ਕਿਵੇਂ ਹੁੰਦਾ ਹੈ, ਕਿਹੜੇ ਹਥਿਆਰ ਵਰਤੇ ਜਾਂਦੇ, ਕੁਝ ਪਤਾ ਲੱਗਿਆ? ਜਿਹੜੀ ਆਪਾਂ ਮਤਲਬ ਚੋਂ ਹੁਣ ਅਸੀਂ ਕਿਹੜੇ ਉੱਥੇ ਸੀਗੇ, ਸਾਨੂੰ ਤਾਂ ਮਤਲਬ ਜਿਹੜਾ ਜੋ ਇਹਨਾਂ ਨੇ ਮਤਲਬ ਪੁਲਿਸ ਦੇ ਬਿਆਨਾਂ ਤੋਂ ਹਸਪਤਾਲ ਹੁੰਦੀ ਹੈ। ਹਾਂਜੀ, ਮੌਕੇ ਤੇ ਮੌਤ ਹੁੰਦੀ ਹੈ? ਮੌਕੇ ਤੇ ਕਿਸੇ ਦੀ ਮੌਤ ਨਹੀਂ ਹੁੰਦੀ। ਇਹਨਾਂ ਦੇ ਮਤਲਬ ਜਿਹੜਾ ਆਪਣਾ ਜਿਹੜੀ ਫਾਈਲ ਦੇ ਮੁਤਾਬਕ ਜਿਹੜੇ ਆ ਜੋ ਕਿ ਸਾਨੂੰ ਪਤਾ ਲੱਗਣ ਡਿਆ ਕਿ ਦਿਲਬਾਗ ਰਾਏ ਦੀ ਜਿਹੜੀ ਆ ਪਠਾਨਕੋਟ ਤੋਂ ਮਤਲਬ ਜਾਂਦੇ ਆ ਆਪਣਾ ਵੇਰਕੇ ਦੇ ਲਾਗੇ ਜਾ ਕੇ ਕਿੰਨੇ ਜਾ ਕੇ ਹੁੰਦੀ ਆ। ਦਿਲਬਾਗ ਰਾਏ ਦਾ ਬਿਆਨ 13 ਤਰੀਕ ਵਾਲੇ ਦਿਨ ਨਹੀਂ ਹੁੰਦਾ, ਉਹਦਾ ਵੀ ਨਹੀਂ ਕੋਈ ਬਿਆਨ ਹੁੰਦਾ। ਠੀਕ ਹੈ। ਦੂਜਾ ਅਵਿਨਾਸ਼ ਜਿਹੜੀ ਆ ਉਹ 10 ਦਿਨ ਬਾਅਦ ਚ ਕਹਿੰਦੇ ਨੇ ਮਰਦੀ ਆ, ਉਹਦਾ ਬਿਆਨ ਦਰਜ? ਉਹਦਾ ਵੀ ਕੋਈ ਨਹੀਂ ਬਿਆਨ। ਕਹਿੰਦੇ ਕਿ ਉਹ ਬਿਆਨ ਦੇਣ ਕਾਬਿਲ ਸੀ, ਗੱਲਾਂ ਬਾਤਾਂ ਕਰਦੀ ਸੀ, ਪਰ ਬਿਆਨ ਉਹਦਾ ਦਰਜ ਨਹੀਂ ਹੁੰਦਾ। ਜਦੋਂ ਕਿ ਨੌਕਰ ਦੱਸ ਰਿਹਾ ਹੈ ਕਿ ਮਤਲਬ ਉਹ ਬਿਲਕੁਲ ਜਿਹੜੇ ਆਪਣਾ ਹੋਸ਼-ਹਵਾਸ਼ ਦੇ ਵਿੱਚ ਹਨ। ਜਦੋਂ ਨੌਕਰ ਆ ਕੇ ਦੇਖਦਾ ਹੈ, ਨੌਕਰ ਦੱਸਦਾ ਕਿ ਉਹ ਮਤਲਬ ਜਿਹੜੇ ਤਿੰਨੇ ਹੋਸ਼-ਹਵਾਸ਼। ਨੌਕਰ ਦਾ ਨਾਮ ਕੀ ਹੈ ਜਿਹਦਾ ਬਿਆਨ ਦਰਜ? ਜੱਸਾ ਹੈ। ਜੱਸਾ ਉਹਦੇ ਬਿਆਨ ਦਰਜ ਹੋਏ ਨੇ? ਉਹਦੇ ਮਤਲਬ ਉਹਦੀ ਸਭ ਕੁ ਗਵਾਹੀ ਹੋ ਚੁੱਕੀ ਹੈ, ਕ੍ਰੋਸਿੰਗ ਹੋ ਚੁੱਕੀ ਹੈ। ਹਾਂਜੀ, ਉਹ ਦੱਸ ਰਿਹਾ। ਅੱਛਾ, ਕਹਿਣ ਦਾ ਮਤਲਬ ਕਿ ਜਿਹੜਾ ਕਤਲ ਦਾ ਇਲਜ਼ਾਮ ਲੱਗਿਆ ਹਾਂਜੀ ਤੁਹਾਡੇ ਉੱਤੇ, ਹਾਂਜੀ ਤੁਸੀਂ ਕਹਿ ਰਹੇ ਹੋ ਦਿਲਬਾਗ ਰਾਏ ਨੇ ਬਿਆਨ ਨਹੀਂ ਦਿੱਤਾ, ਤੁਸੀਂ ਕਹਿ ਰਹੇ ਹੋ ਅਵਿਨਾਸ਼ ਰਾਏ 10 ਦਿਨਾਂ ਬਾਅਦ ਮੌਤ ਹੁੰਦੀ ਹੈ, ਉਹਦਾ ਕੋਈ ਬਿਆਨ ਨਹੀਂ। ਤੁਹਾਡੇ ਉੱਤੇ ਇਲਜ਼ਾਮ ਕਿੰਨੇ ਲਾਇਆ, ਕੌਣ? ਮੇਰੇ ਉੱਤੇ ਇਲਜ਼ਾਮ ਰਾਮ ਮੁਹੰਮਦ ਈਸਾ ਸਿੰਘ ਨੇ ਲਗਾਇਆ। ਰਾਮ ਮੁਹੰਮਦ ਈਸਾ ਸਿੰਘ ਉਸਨੇ ਰਾਜ ਵਿਕਰਮ ਦੇ ਕਹਿਣ ਤੇ ਰਾਮ ਮੁਹੰਮਦ ਈਸਾ ਸਿੰਘ ਕਹਿੰਦਾ ਹੈ ਕਿ ਮਤਲਬ ਮੇਰੇ ਭਰਾ ਰਾਜ ਵਿਕਰਮ ਰਾਏ ਨੇ ਮੈਨੂੰ ਹੌਲੀ ਦੱਸਿਆ ਕਿ ਬਲਜਿੰਦਰ ਸਿੰਘ ਦੇ ਬੰਦੇ ਆ ਕੇ ਸਾਨੂੰ ਮਾਰਕਟਾਈ ਕਰ ਗਏ ਨੇ। ਰਾਜ ਵਿਕਰਮ ਦੀ ਮੌਤ ਕਦੋਂ ਹੁੰਦੀ ਹੈ? ਰਾਜ ਵਿਕਰਮ ਦੀ ਮੇਰਾ ਖਿਆਲ 2019 ਦੇ ਵਿੱਚ ਜਾ ਕੇ 3-4 ਸਾਲਾਂ ਬਾਅਦ। ਕਿਉਂਕਿ 4 ਸਾਲਾਂ ਦੇ ਵਿੱਚ ਬੜਾ ਕੁਝ ਦੱਸਿਆ ਹੋਣਾ ਉਹਨਾਂ ਨੇ, ਫਿਰ ਪੁਲਿਸ ਨੂੰ ਵੀ ਬੜਾ ਕੁਝ ਦੱਸਿਆ ਹੋਣਾ। ਪੁਲਿਸ ਨੂੰ ਉਹਨੇ ਮਤਲਬ ਜਿਹੜਾ ਰਾਮ ਮੁਹੰਮਦ ਈਸਾ ਸਿੰਘ ਨੇ ਉਹਨੂੰ ਮਤਲਬ 2-3 ਵਾਰੀ ਮਤਲਬ ਜਿਹੜਾ ਵਾ ਕੋਰਟ ਨੇ ਬੁਲਾਇਆ ਰਾਜ ਵਿਕਰਮ ਰਾਏ ਨੂੰ ਗਵਾਹੀ ਵਾਸਤੇ, ਲੇਕਿਨ ਰਾਮ ਮੁਹੰਮਦ ਈਸਾ ਸਿੰਘ ਨੇ ਉਹਦੀ ਗਵਾਹੀ ਨਹੀਂ ਹੋਣ ਦਿੱਤੀ। ਕਿਉਂ? ਕਿਉਂਕਿ ਰਾਮ ਮੁਹੰਮਦ ਈਸਾ ਸਿੰਘ ਨੂੰ ਪਤਾ ਸੀ ਕਿ ਇਹਨੇ ਮਰ ਜਾਣਾ। ਕਿਉਂ? ਇੱਕ ਤੇ ਉਹ ਚਿੱਟਾ ਪੀਂਦਾ ਸੀਗਾ ਕਹਿੰਦੇ ਨੇ, ਦੂਸਰਾ ਉਹਨੂੰ ਕੈਂਸਰ ਸੀਗੀ। ਠੀਕ ਹੈ। ਤੇ ਇਹਨਾਂ ਮਾਮਲੇ ਦੇ 2 ਨਾਮ ਹੋਰ ਵੀ, ਉੱਥੇ ਇੱਕ ਵਕੀਲ ਵੀ ਸੀਗਾ ਉਸ ਰਾਤ, ਤੇ ਦੂਜਾ ਇੱਕ ਬੰਦਾ ਹੋਰ ਸੀਗਾ, ਉਹਨਾਂ ਦੀ ਕੀ ਗਵਾਹੀ ਨਹੀਂ ਹੋਈ? ਗਵਾਹੀ ਜਿਹੜੀ ਹੈ ਵਕੀਲ ਬਲਦੇਵ ਰਾਜ ਦੀ ਗਵਾਹੀ ਹੁੰਦੀ ਹੈ। ਬਲਦੇਵ ਰਾਜ ਉਹ ਵੀ ਕਹਿੰਦਾ ਇੰਨੀ ਗੱਲ ਕਿ ਮਤਲਬ ਮੈਨੂੰ ਮਤਲਬ ਜਿਹੜਾ ਵਾ ਹੌਲੀ ਉਹਨੇ ਦੱਸਿਆ ਰਾਜ ਵਿਕਰਮ ਰਾਏ ਨੇ। ਹਾਂਜੀ, ਇਹਨਾਂ ਨੇ ਦੱਸਿਆ ਮੈਨੂੰ ਕੋਈ ਪਤਾ ਨਹੀਂ ਕੀ ਘਟਨਾ ਵਾਪਰੀ ਹੈ। ਉਹਦੇ ਜਵਾਈ ਦੀ ਗਵਾਹੀ ਕੋਈ ਨਹੀਂ ਹੁੰਦੀ। ਅੱਛਾ, ਇਸ ਕਤਲਾਂ ਦੇ ਮਾਮਲੇ ਦੇ ਵਿੱਚ ਤੁਹਾਡੇ ਤੋਂ ਇਲਾਵਾ ਹੋਰ ਕਿੰਨਾ ਉੱਤੇ ਦੋਸ਼ ਲੱਗਦੇ ਨੇ? ਇਹਨਾਂ ਉਹ ਤੋਂ ਬਾਅਦ ਚ ਮਤਲਬ ਜਿਹੜਾ ਵਾ ਫਰਵਰੀ 2009 ਦੇ ਵਿੱਚ ਆਪਣਾ ਫਰਵਰੀ 2016 ਦੇ ਵਿੱਚ ਜਾ ਕੇ ਰਾਜ ਵਿਕਰਮ ਰਾਏ ਜਿਹੜਾ ਫਿਰ ਪੁਲਿਸ ਨੂੰ ਦੁਬਾਰਾ ਬਿਆਨ ਦਿੰਦਾ ਲਗਭਗ 2 ਮਹੀਨੇ 3 ਮਹੀਨੇ ਬਾਅਦ ਵੀ ਲਖਵਿੰਦਰ ਸਿੰਘ ਉਹਦਾ ਲੜਕਾ ਤੇ ਇੱਕ ਸੁਰਜੀਤ ਸਿੰਘ ਜੋ ਕਿ ਮੇਰਾ ਮਤਲਬ ਜਿਹੜਾ ਵਾ
ਮੇਰੇ ਇਨਲਾਜ ਦੇ ਵਿੱਚੋਂ ਮਤਲਬ ਜਿਹੜਾ ਵਾ ਉਹਨਾਂ ਦੇ ਸ਼ਰੀਕੇ ਬਰਾਦਰੀ ਦੇ ਵਿੱਚੋਂ ਸੀ, ਔਰ ਮੇਰਾ ਪਾਵਰ ਆਫ ਅਟਾਰਨੀ ਉਹ ਹੋਲਡਰ ਸੀਗਾ। ਮੇਰੀ ਗੈਰ ਹਾਜ਼ਰੀ ਦੇ ਵਿੱਚ ਮੇਰੇ ਕੋਰਟਾਂ ਦੇ ਕੇਸ ਜਿਹੜਾ ਉਹ ਦੇਖਦਾ ਸੀਗਾ। ਹਾਂਜੀ, ਇਹਨਾਂ ਤਿੰਨਾਂ ਦਾ ਉਹਨਾਂ ਨੇ ਨਾਂ ਲੈ ਕੇ ਤੇ ਮਤਲਬ ਜਿਹੜਾ ਵਾ ਨਾਲ ਜਿਹੜਾ ਸੀਗਾ ਮੇਰੀ ਵਾਈਫ ਦਾ ਨਾਂ ਲਿਆ, ਬੇਟੇ ਦਾ ਮੇਰੇ ਬੇਟੇ ਦਾ, ਮੇਰੇ ਜਵਾਈ ਦਾ। ਹਾਂਜੀ, ਬਟਾਲੇ ਤੋਂ ਕੋਈ ਮਤਲਬ ਦੋ ਹਨ, ਮਧੂਮੀਤ ਕੌਰ, ਜਸਵੰਤ ਸਿੰਘ, ਹੋਰ 2-3 ਬੰਦਿਆਂ ਦੇ, ਮਨਜੀਤ ਸਿੰਘ ਦਾ। ਮਤਲਬ ਹੁਣ ਇਹ ਕੇਸ ਤੁਹਾਡੇ ਉੱਤੇ ਚੱਲ ਰਿਹਾ ਹੈ? ਹਾਂਜੀ, ਤੁਹਾਡੇ ਭਰਾ ਦੇ ਉੱਤੇ ਵੀ ਚੱਲ ਰਿਹਾ, ਤੁਹਾਡੇ ਉੱਤੇ ਹਾਂਜੀ। ਇਹਦੇ ਵਿੱਚ ਮਤਲਬ ਜਿਹੜਾ ਉਹਨਾਂ ਕਿਸੇ ਦਾ ਵੀ, ਸਾਰਿਆਂ ਦੀ ਮਤਲਬ ਕੋਈ ਸ਼ਮੂਲੀਅਤ ਨਹੀਂ ਆਪਣਾ ਪੁਲਿਸ ਨੇ ਦੱਸੀ, ਔਰ ਸਾਡੇ ਉੱਤੇ ਮਤਲਬ ਜਿਹੜਾ ਮੇਰੇ ਉੱਤੇ ਮੈਨੂੰ ਮਤਲਬ ਇਹਨਾਂ ਨੇ ਨਾਲ ਜਿਹੜਾ 120B ਦੇ ਵਿੱਚ ਇਨਵੋਲਵ ਕਰਨ ਵਾਸਤੇ ਉਹਨਾਂ ਦੇ ਉੱਤੇ ਬਿਆਨ ਦੇ ਕੇ ਕਿ ਇਹਨਾਂ ਦੇ ਕੋਲ ਆਹ ਹਥਿਆਰ ਸੀਗੇ। ਹਾਂਜੀ, ਤੇ ਮੈਨੂੰ ਨਾਲ ਮਤਲਬ ਵੀ ਇਹ ਮੈਂ ਇਹ ਭੇਜੇ ਨੇ, ਜਦੋਂ ਕਿ ਮਤਲਬ ਮੇਰੇ ਪਰਿਵਾਰ ਆਪਣਾ ਭਰਾ ਦੇ ਨਾਲ ਕੋਈ ਮਤਲਬ ਕੋਈ ਫੈਮਿਲੀ ਮਤਲਬ ਕੋਈ ਸੰਬੰਧ ਨਹੀਂ ਸਾਡਾ, ਮੇਲ ਵਰਤਨ ਕੋਈ ਨਹੀਂ। ਹਾਂਜੀ, ਠੀਕ ਹੈ। ਮੇਰੀ ਪ੍ਰਾਪਰਟੀ ਸਾਰੀ ਉਹ ਹੜੱਪ ਕੇ ਬੈਠਾ ਹੈ ਸਾਰਾ, ਕਰੋੜਾਂ ਰੁਪਈਆਂ ਦੀ ਪ੍ਰਾਪਰਟੀ। ਨਹੀਂ ਚਲੋ ਠੀਕ, ਹਾਂਜੀ, ਬੰਦੇ ਦੇ ਕਤਲ ਹੁੰਦੇ ਨੇ ਨਾ, ਹਾਂਜੀ। ਹਮਲਾ ਹੁੰਦਾ, ਜੋ ਵੀ ਹੁੰਦਾ, ਚਲੋ ਜਾਂਚ ਦਾ ਵਿਸ਼ਾ ਜ਼ਰੂਰ ਹੈ, ਪਰ ਜੇ ਤੁਸੀਂ ਕਹਿੰਦੇ ਤੁਸੀਂ ਨਹੀਂ ਕਰਵਾਇਆ ਕਤਲ, ਹਾਂਜੀ, ਫਿਰ ਕਾਤਲ ਕੌਣ ਹੈ? ਤੁਹਾਨੂੰ ਕੀ ਲੱਗਦਾ ਹੈ? ਕਾਤਲ ਇਹੋ ਹੀ ਤੇ ਅਸ਼ਮੰਜਸ ਪਈ ਆ ਕਿ ਮਤਲਬ ਉਹਦੇ ਵਿੱਚ ਮਤਲਬ ਜਿਹੜਾ ਇਹ ਕੋਈ ਪਰਿਵਾਰਕ ਹੀ ਮੈਂਬਰ ਹੋ ਸਕਦਾ ਇਹਦੇ ਵਿੱਚ। ਪ੍ਰਾਪਰਟੀ ਕਿੰਨੇ ਹੜੱਪੀ ਆ ਜੀ? ਪ੍ਰਾਪਰਟੀ ਜਿਹੜੀ ਹੈ ਜਿੰਨੀ ਕਿਸੇ ਨੇ ਪ੍ਰਾਪਰਟੀ ਸਾਰੀ ਜਿਹੜੀ ਹੈ ਹੜੱਪੀ ਹੈ। ਦਿਲਬਾਗ ਸਿੰਘ ਦੀ ਪ੍ਰਾਪਰਟੀ, ਦਿਲਬਾਗ ਰਾਏ ਦੀ, ਅਵਿਨਾਸ਼ ਦੀ ਪ੍ਰਾਪਰਟੀ ਅੱਜ ਕਿਤੇ ਕੋਲ ਹੈ। ਦਿਲਬਾਗ ਰਾਏ ਦੀ ਅਸਲੀ ਪਤਨੀ ਵੀ ਜਿੰਦਾ ਹੈ, ਦਿਲਬਾਗ ਰਾਏ ਦੇ ਅਸਲੀ ਬੱਚੇ ਵੀ ਜਿੰਦਾ ਹੈ, ਪਰ ਅੱਜ ਪ੍ਰਾਪਰਟੀ ਸਾਰੀ ਰਾਜ ਮੋਹਨ ਈਸਾ ਸਿੰਘ ਕੋਲ ਹੈ। ਔਰ ਦਿਲਬਾਗ ਰਾਏ ਦੇ ਅਸਲੀ ਵਾਰਸਾਂ ਨੇ ਇਹਦੇ ਖਿਲਾਫ ਕੰਪਲੇਂਟਾਂ ਵੀ ਪਾਈਆਂ। ਪਾਈਆਂ ਜੀ ਕੰਪਲੇਂਟਾਂ? ਹਾਂਜੀ, ਹਾਂਜੀ, ਉਹਦੇ ਮਤਲਬ ਖਿਲਾਫ ਸਾਨੂੰ ਪਤਾ ਲੱਗਾ ਕਿ ਮਤਲਬ ਕਿ ਤੁਹਾਨੂੰ ਇਸ ਬੰਦੇ ਤੇ ਸ਼ੱਕ ਹੁੰਦਾ ਹੈ। ਹਾਂਜੀ, ਠੀਕ ਹੈ। ਸਾਨੂੰ ਮਤਲਬ ਜਿਹੜਾ ਵਾ ਸ਼ੱਕ ਹੀ ਮਤਲਬ ਜਿਹੜਾ ਹੁਣ ਜਿਹੜਾ ਜਦੋਂ ਉਹਦੇ ਹਾਲਾਤ ਇਹ ਬੋਲਦੇ ਦਿਲਬਾਗ ਰਾਏ ਦੇ ਜਿਹੜੇ ਅਸਲੀ ਵਾਰਸ ਨੇ, ਜਦੋਂ ਉਹਨਾਂ ਦਾ ਵੀ ਸਾਨੂੰ ਹੁਣ ਪਤਾ ਲੱਗਣ ਡਿਆ ਕਿ ਉਹਨਾਂ ਨੇ ਵੀ ਕੰਪਲੇਂਟਾਂ ਪਾਈਆਂ ਨੇ, ਤੇ ਫਿਰ ਮਤਲਬ ਉੱਥੇ ਕੀ ਹੁਣ ਕੋਈ ਸ਼ੱਕ ਵਾਲੀ ਕਿਹੜੀ ਗੱਲ? ਇਹ ਮੁੱਕਦੀ ਗੱਲ ਕਰੀਏ ਤਾਂ ਆਪਾਂ ਹੁਣ ਤੁਸੀਂ ਮਤਲਬ ਕਿ ਕਿਹੜੇ ਕੇਸਾਂ 'ਚ ਫਸੇ ਹੋਏ ਇੱਥੇ? ਕਿਹੜੇ ਤੁਹਾਡੇ ਇੱਕ ਤਾਂ ਮਰਡਰ ਵਾਲਾ ਕੇਸ ਤੁਹਾਡੇ ਉੱਤੇ ਹੋ ਗਿਆ? ਇੱਕ ਮਰਡਰ ਵਾਲਾ ਕੇਸ ਹੈ ਜੀ, ਇੱਕ ਰਾਮਾ ਮਦੀਸਾ ਸਿੰਘ ਨੇ ਮਤਲਬ ਉਦਾਂ ਹੀ ਮਤਲਬ ਜਿਹੜਾ ਵਾ ਚੈੱਕ ਵਾਲਾ, ਰਾਮਾ ਮਦੀਸਾ ਸਿੰਘ ਨੇ ਚੈੱਕ ਦਾ ਨਹੀਂ, ਇੱਕ ਮਤਲਬ ਚੈੱਕ ਵਾਲਾ ਜਿਹੜਾ ਸੀ ਉਹਦੇ ਵਿੱਚ ਤਾਂ ਸਜ਼ਾ ਭੁਗਤ ਚੁੱਕੀ ਆ, ਉਹਦਾ ਮੈਂ ਹਾਈ ਕੋਰਟ ਦੇ ਵਿੱਚ ਅਜੇ ਚੱਲ ਰਿਹਾ, ਜੋ ਬਰੀ ਹੋ ਗਏ, ਉਹਦੀ ਮੈਂ ਅਪੀਲ ਪਾਈ ਹੈ, ਚੱਲ ਰਿਹਾ। ਅੱਛਾ ਜੀ। ਦੂਸਰਾ ਜਿਹੜਾ ਹਿਮਾਚਲ ਦੇ ਵਿੱਚ ਇਹਨਾਂ ਨੇ ਪਾਇਆ ਸੀਗਾ, ਹਾਂਜੀ, ਉਹਦੇ ਵਿੱਚੋਂ ਮਤਲਬ ਹਿਮਾਚਲ ਦੀ ਕੋਰਟ ਚੋਂ ਮੈਂ ਬਰੀ ਹੋ ਚੁੱਕਾ। ਹਾਂਜੀ, ਠੀਕ ਹੈ ਜੀ। ਤੇ ਉਹ ਤੋਂ ਇਲਾਵਾ ਰਾਮਾ ਮਦੀਸਾ ਸਿੰਘ ਨੇ ਇੱਕ ਮਤਲਬ ਜਿਹੜਾ ਵਾ ਜੀ ਉਹ ਮੇਰੇ ਤੇ ਮਤਲਬ ਇੱਕ ਵੀ ਇਹਨੇ ਮੈਨੂੰ ਗਾਲਾਂ ਕੱਢੀਆਂ ਨੇ, ਮੈਨੂੰ ਮਾੜੇ ਮੋਟੇ ਧਮਕੀਆਂ ਦਿੱਤੀਆਂ, ਐਵੇਂ ਨਜਾਇਜ਼ ਹੀ ਝੂਠੇ ਹੀ ਮਤਲਬ ਲਿਜਾਉਣ ਵਾਸਤੇ। ਵਿੱਚ ਕੀ ਤੁਸੀਂ ਜੇਲ੍ਹ ਤੋਂ ਬਾਹਰ ਆਏ ਹੋ ਇਸ ਟਾਈਮ ਜ਼ਮਾਨਤ ਤੇ? ਇਸ ਟਾਈਮ ਮੈਂ ਜ਼ਮਾਨਤ ਤੇ ਮਤਲਬ ਜਿਹੜਾ ਵਾ 2000 ਹੁਣ ਤੁਸੀਂ ਵਾਪਸ ਨਹੀਂ ਜਾ ਸਕਦੇ? ਵਾਪਸ ਮੈਂ ਨਹੀਂ ਜਾ ਸਕਦਾ, ਉਹਨਾਂ ਪਰਮਿਸ਼ਨ ਜਾ ਸਕਦੇ ਵਿਦ ਪਰਮਿਸ਼ਨ ਮੈਂ ਜਾ ਸਕਦਾ, ਲੇਕਿਨ ਮਤਲਬ ਮੈਂ ਚਾਹੁੰਦਾ ਕਿ ਮਤਲਬ ਮੈਂ ਆਪਣੇ ਮਤਲਬ ਜਿਹੜੇ ਕੇਸ ਕਲੀਅਰ ਕਰਕੇ ਤੇ ਫਿਰ ਜਾਵਾਂ। ਫਿਰ ਜਾਓ, ਤੁਸੀਂ ਇਨਸਾਫ ਚਾਹੁੰਦੇ ਹੋ? ਹਾਂਜੀ। ਸੁੰਬਲਨ ਸਾਹਿਬ, ਇਸ ਟੋਟਲੀ ਮਾਮਲੇ ਦੇਖਣ ਨੂੰ ਤਾਂ ਇਹ ਮਿਲਿਆ, ਜੋ ਗੱਲ ਸਮਝ ਆਈ ਹੈ ਨਾ, ਹਾਂਜੀ, ਕਿ ਇਹਨਾਂ ਦੀ ਜਾਇਦਾਦ ਹੈਗੀ ਸੀ, ਇਹ ਵੀ ਭਰੋਸਾ ਕਰਦੇ ਕਿ ਅੱਖਾਂ ਮੀਚ ਕੇ ਗਲਤੀਆਂ ਕਿਤੇ ਇਹਨਾਂ ਤੋਂ ਵੀ ਹੋਈਆਂ ਨੇ। ਹਾਂਜੀ, ਗਲਤੀਆਂ। ਅੱਛਾ, ਫਿਰ ਮੇਨ ਜਿਹੜਾ ਜੇ ਵੇਖੋ, ਮੇਨ ਜਿਹੜਾ ਵਾ ਰਾਮਾ ਮਦੀਸਾ ਸਿੰਘ ਵੱਲੋਂ ਜਿਹੜਾ ਮੈਨੂੰ ਜਿਹੜਾ ਵਾ ਇਹਦੇ ਚ ਇਨਵੋਲਵ ਕੀਤਾ ਗਿਆ ਪ੍ਰਾਪਰਟੀ ਹੜੱਪ ਕਰਨ ਵਾਸਤੇ। ਇਹ ਜਿਹੜਾ ਸੀਗਾ ਇੱਕ ਜਿਹੜੀ ਇਹਨਾਂ ਨੇ ਇੱਕ ਸੇਲ ਡੀਡ ਬਣਾਈ ਸੀਗੀ, ਉਹ ਸੇਲ ਡੀਡ ਦੇ ਬਿਹਾਫ ਦੇ ਉੱਤੇ ਇਹਨਾਂ ਨੇ ਕੇਸ ਵੀ ਕੀਤਾ ਸੀਗਾ ਇੱਕ। ਉਹ ਕੇਸ ਜਿਹੜਾ ਸੀਗਾ ਲੋਅਰ ਕੋਰਟ ਦੇ ਵਿੱਚੋਂ ਸਾਡੇ ਹੱਕ ਚ ਹੋ ਚੁੱਕਾ ਸੀਗਾ। ਹਾਂਜੀ, ਫਿਰ ਇਹਨਾਂ ਨੇ ਮਤਲਬ ਜਿਹੜਾ ਸੀ ਅੱਗੇ ਉਹਦੇ ਵਿੱਚ ਸੈਸ਼ਨ ਕੋਰਟ ਵਿੱਚ ਲਾਇਆ ਸੀ। ਠੀਕ ਹੈ ਜੀ। ਸੈਸ਼ਨ ਕੋਰਟ ਦੇ ਵਿੱਚ ਉਹ ਟ੍ਰਾਇਲ ਚੱਲ ਰਿਹਾ ਸੀਗਾ। ਉਹ ਚੱਲਦਿਆਂ ਮਤਲਬ ਨਾਲ ਜਿਹੜਾ ਸੀ ਇਹਨਾਂ ਨੇ ਮੇਰੇ ਤੇ ਮਤਲਬ ਜਿਹੜਾ ਸੀ ਮੈਨੂੰ ਇਧਰ ਜੇਲ੍ਹ ਹੋ ਗਈ। ਜੇਲ੍ਹ ਦੇ ਵਿੱਚ ਰਹਿੰਦੇ ਇਹਨਾਂ ਹੋਰ ਕੇਸ ਪਵਾਤਾ ਵੀ ਇਹ ਜੇਲ੍ਹ ਦੇ ਵਿੱਚ ਰਹੇ ਤੇ ਪੈਰਵਾਈ ਨਾ ਕਰ ਸਕੇ। ਉਹ ਇਹਨਾਂ ਨੇ ਮਤਲਬ ਜਿਹੜਾ ਸੀ ਮਿਲ ਮਿਲਾ ਕੇ ਇਸ ਕੇਸ ਦੇ ਵਿੱਚ ਮੇਰਾ ਉਹ ਵਕੀਲ ਵੀ ਨਹੀਂ ਹਾਜ਼ਰ ਹੋ ਸਕਿਆ ਉਹਦੇ ਵਿੱਚ ਬਹਿਸ ਦੇ ਵਿੱਚ। ਜੱਜ ਨੇ ਥਰਡ ਪਾਰਟ ਆਪਣਾ ਉਹਨਾਂ ਦੇ ਹੱਕ 'ਚ ਕਰ ਛੱਡਿਆ। ਹਾਂਜੀ, ਜਦੋਂ ਮੇਰਾ ਵਕੀਲ ਹੀ ਨਹੀਂ ਹੋਇਆ ਪੇਸ਼ ਤੇ ਉਹਨਾਂ ਦੇ ਹੱਕ 'ਚ ਲਿਖਣਾ ਸੀ। ਅੱਛਾ, ਉਹ ਹੁਣ ਕਰਵਾ ਕੇ ਇਹਨਾਂ ਨੇ ਤੇ ਉਹਨਾਂ ਨੇ ਫਟਾਫਟ ਜੋ ਉਹ ਜਿਹੜੀ ਹੈ ਮੇਰੀ ਬਾਜਵਾ ਪਲਾਈਵੁੱਡ ਇੰਡਸਟਰੀ ਦੀ 10 ਕਨਾਲ 17 ਮਰਲੇ ਜ਼ਮੀਨ ਉਹ ਇਹਨਾਂ ਨੇ ਪਲਾਟ ਕੱਟ ਕੇ ਤੇ ਇਹ ਕੋਈ ਘੱਟੋ ਘੱਟ ਵੀ ਇਹਨਾਂ ਨੇ 5 ਕਰੋੜ ਰੁਪਈਆ ਇਹਨਾਂ ਨੇ ਵੱਟ ਲਿਆ। ਹੁਣ ਤੱਕ ਤੁਸੀਂ ਕਿਹੜੀ ਪ੍ਰਾਪਰਟੀ ਗਵਾ ਚੁੱਕੇ ਹੋ? ਹਾਂਜੀ, ਹੁਣ ਤੱਕ ਇਹ ਬਾਜਵਾ ਪਲਾਈਵੁੱਡ ਇੰਡਸਟਰੀ ਦੀ ਇਹਨਾਂ ਨੇ ਪ੍ਰਾਪਰਟੀ ਜਿਹੜੀ ਸੀ ਉਹਦਾ ਪੈਸਾ ਵੱਟ ਲਿਆ। ਠੀਕ ਹੈ। ਮੇਰੇ ਮਤਲਬ ਜੇਲ੍ਹ ਦੇ ਵਿੱਚ ਜੇਲ੍ਹ ਦਾ ਫਾਇਦਾ ਉਠਾ ਕੇ। ਹੋਰ? ਹਾਂਜੀ, ਇਸ ਤੋਂ ਇਲਾਵਾ
ਇਸ ਤੋਂ ਇਲਾਵਾ ਜਿਹੜਾ ਸੀਗਾ ਮਤਲਬ ਉਹ ਕੇਸਾਂ ਦੇ ਵਿੱਚ ਜਿਹੜਾ ਉਲਝ ਸੰਬਲਨ ਸਾਹਿਬ, ਇਸ ਮਾਮਲੇ ਵਿੱਚ ਕੀ ਸੱਚ ਕੀ ਝੂਠ ਹੈਗਾ, ਇਹ ਤਾਂ ਖੈਰ ਜਾਂਚ ਦਾ ਵਿਸ਼ਾ ਹੈ ਤੇ ਅਦਾਲਤ ਨੂੰ ਫੈਸਲਾ ਕਰਨਾ ਹੈ। ਪਰ ਤੁਸੀਂ ਕੀ ਕਹਿਣਾ ਚਾਹੋਗੇ? ਬਹੁਤ ਸਾਰੇ ਐਨਆਰਆਈ ਵੀ ਸੁਣ ਰਹੇ ਹੋਣਗੇ, ਆਪਾਂ ਨੂੰ ਲੋਕ ਵੀ ਸੁਣ ਰਹੇ ਹੋਣਗੇ, ਪ੍ਰਾਪਰਟੀ ਜਾਇਦਾਦਾਂ ਦੇ ਮਾਮਲੇ ਦੇ ਵਿੱਚ ਇਹ ਕਿਉਂ ਸ਼ਿਕਾਰ ਹੋ ਗਏ, ਕਿਹੜੀਆਂ ਸਾਵਧਾਨੀਆਂ ਰੱਖਣ ਦੀ ਲੋੜ ਹੈ? ਜਦੋਂ ਕਿਸੇ ਭੁੱਖੇ ਨੰਗੇ ਨੂੰ ਜ਼ਿਆਦਾ ਮਿਲ ਜਵੇ, ਭਾਜੀ ਨੇ ਮਿਹਨਤਾਂ ਕੀਤੀਆਂ, ਇੱਥੇ ਬੈਠਿਆਂ ਨੂੰ ਮੁਫਤ 'ਚ ਮਿਲ ਗਿਆ, ਉਹਨਾਂ ਨੇ ਕਿਹਾ ਮੁਰਗੀ ਖਾ ਲਓ, ਔਰ ਮੁਰਗੀ ਖਾਣ ਦਾ ਕਿਦੋਂ ਉਹਨਾਂ ਦੇ ਦਿਮਾਗ 'ਚ ਆ ਗਿਆ ਕਿ ਮੁਰਗੀ ਵੜ ਦੋ, ਜਦੋਂ ਇਹਨਾਂ ਦੀਆਂ ਅੱਖਾਂ ਖੁੱਲੀਆਂ ਸ਼ੁਰੂ ਹੋ ਗਈਆਂ ਕਿ ਮੈਨੂੰ ਲੁੱਟਣ ਲੱਗ ਪਏ ਨੇ, ਉਹ ਸ਼ਾਇਦ ਪਿਆਰ ਨਾਲ ਖਾਂਦੇ ਰਹਿੰਦੇ ਤੇ ਇਹਨਾਂ ਨੇ ਹੁਣ ਤੱਕ ਆਪਣਾ ਆਪ ਦਿੰਦੇ ਰਹਿਣਾ ਸੀ। ਜਦੋਂ ਉਹਨਾਂ ਦੀ ਨੀਤ ਖਰਾਬ ਹੋ ਗਈ, ਕਰਤਾਰ ਪਲਾਈਵੁੱਡ ਪ੍ਰਾਈਵੇਟ ਲਿਮਟਿਡ ਟ੍ਰਾਂਸਫਰਾਂ ਸ਼ੁਰੂ, ਚੈੱਕ ਬੁੱਕਾਂ ਚੋਰੀ ਕਰਨ ਤੋਂ ਬਾਅਦ ਝੂਠੇ ਸ਼ੁਰੂ, ਔਰ ਇਹਨਾਂ ਨੂੰ ਆਕੂਪਾਈ ਕਰਨ ਲਈ ਝੂਠੇ ਕੇਸਾਂ 'ਚ ਇਨਵੋਲਵ ਕਰਤਾ, ਬਚਾ ਖੁਚਾ ਜੇਲ੍ਹ 'ਚ ਭੇਜਤਾ। ਔਰ ਜੇਲ੍ਹ 'ਚ ਜਦੋਂ ਸੀਗੇ, ਮੈਨੂੰ ਪੂਰਾ ਯਕੀਨ ਹੈ ਇਹ ਕੇਸ ਹਲੇ ਮੈਂ ਪੜ੍ਹਨਾ ਹੈ, ਜਿਹੜਾ ਇਹਨਾਂ ਦਾ ਬਾਜਵਾ ਪਲਾਈਵੁੱਡ ਵਾਲਾ ਕੇਸ ਹੈ, ਜਦੋਂ ਸੈਸ਼ਨ ਕੋਰਟ ਨੇ ਉਹਨਾਂ ਦੇ ਹੱਕ 'ਚ ਫੈਸਲਾ ਦਿੱਤਾ ਹੈ, ਔਰ ਉਹਦੇ 'ਚ ਸ਼ਾਇਦ ਇਹ ਚਾਰਜ ਨਾ ਲਿਖੀ ਹੋਵੇ ਕਿ ਇਹ ਉਸ ਵੇਲੇ ਅੰਡਰ ਕਸਟਡੀ ਹੈ, ਔਰ ਅੱਜ ਜੇ ਮੈਂ ਅੱਜ ਇਹਨਾਂ ਨੂੰ ਕਹਿੰਦਾ ਮੈਂ ਫਾਈਲ ਪੜ੍ਹ ਕੇ ਵੀ ਦੱਸ ਦੂੰਗਾ, ਉਹ ਸਾਰੀ ਪ੍ਰਾਪਰਟੀ ਵਾਪਸ ਲੈ ਕੇ ਦੇ ਸਕਦਾ, ਨਹੀਂ ਤਾਂ ਉਹਦੀ ਰਿਕਵਰੀ ਕਰਵਾ ਕੇ ਦੇ ਸਕਦਾ। ਠੀਕ ਹੈ, ਖੈਰ ਇਹ ਤਾਂ ਜਾਂਚ ਦਾ ਵਿਸ਼ਾ ਹੈਗਾ, ਜਾਂਚ ਦਾ ਵਿਸ਼ਾ। ਪਰ ਮੈਂ ਦੂਜੀ ਧਿਰ, ਜਿਹੜੀਆਂ ਵੀ ਧਿਰਾਂ ਇਸ ਮਾਮਲੇ ਦੇ ਵਿੱਚ ਜਿਨ੍ਹਾਂ ਦੇ ਉੱਤੇ ਇਹਨਾਂ ਨੇ ਗੰਭੀਰ ਇਲਜ਼ਾਮ ਲਾਏ ਨੇ, ਉਹਨਾਂ ਨੂੰ ਵੀ ਅਪੀਲ ਜ਼ਰੂਰ ਕਰੂੰਗਾ ਕਿ ਉਹਨਾਂ ਲਈ ਵੀ ਇਹ ਮੰਚ ਖੁੱਲ੍ਹਾ ਹੈਗਾ, ਕਿਉਂਕਿ ਸੱਚ ਕੀ ਹੈ ਝੂਠ ਕੀ ਹੈਗਾ ਇੱਕ ਜਾਂਚ ਦਾ ਵਿਸ਼ਾ ਜ਼ਰੂਰ ਹੈ। ਪਰ ਜਿਹੜੇ ਇਹਨਾਂ ਦੇ ਨਾਲ ਠੱਗੀਆਂ ਵੱਜੀਆਂ ਨੇ, ਜਿਸ ਹਿਸਾਬ ਨਾਲ ਦੱਸ ਰਹੇ ਨੇ ਕਿ ਇਹਨਾਂ ਦੀ ਪ੍ਰਾਪਰਟੀ ਸੀ, ਰਿਸ਼ਤੇਦਾਰਾਂ ਨੇ ਠੱਗੀਆਂ ਮਾਰੀਆਂ ਨੇ ਤੇ ਕਾਗਜ਼ਾਤ ਕਰਕੇ, ਹਾਲੇ ਮਸਲੇ ਅੱਗੇ ਜਾਂਚ ਦੇ ਵਿੱਚ ਚੱਲੀ ਜਾ ਰਹੇ ਨੇ। ਉਮੀਦ ਜ਼ਰੂਰ ਕਰਦੇ ਹਾਂ ਕਿ ਇਸ ਪ੍ਰੋਗਰਾਮ ਤੋਂ ਬਹੁਤ ਸਾਰੇ ਲੋਕ ਸੇਧ ਲੈਂਦੇ ਹੋਣਗੇ। ਅੱਗੇ ਤੋਂ ਪ੍ਰਾਪਰਟੀਆਂ ਜੇ ਕਿਸੇ ਨੂੰ ਦੇਣੀ ਹੈ, ਉਹਦੀ ਪਾਵਰ ਆਫ ਅਟਾਰਨੀ ਦੇਣੀ ਹੈ, ਜਾਂ ਪ੍ਰਾਪਰਟੀਆਂ ਨੂੰ ਅਸੀਂ ਸੁਰੱਖਿਅਤ ਕਿਵੇਂ ਰੱਖ ਸਕਦੇ ਹਾਂ, ਇੱਕ ਬੜੀ ਸਾਵਧਾਨੀ ਵਾਲੀਆਂ ਗੱਲਾਂ ਹੈਗੀਆਂ ਨੇ। ਇੱਥੋਂ ਪ੍ਰੋਗਰਾਮ ਤੋਂ ਬਹੁਤ ਕੁਝ ਤੁਹਾਨੂੰ ਵੀ ਸਿੱਖਣ ਨੂੰ ਮਿਲੇਗਾ। ਉਮੀਦ ਕਰਦੇ ਹਾਂ ਦੂਜੀਆਂ ਧਿਰਾਂ ਵੀ ਹੈਗੀਆਂ ਨੇ, ਉਹ ਵੀ ਅੱਗੇ ਆਉਣਗੀਆਂ ਤੇ ਉਹ ਵੀ ਜੇ ਆਪਣਾ ਬਿਆਨ ਰੱਖਣਾ ਚਾਹੁੰਦੇ ਨੇ, ਉਹਨਾਂ ਲਈ ਵੀ ਸਾਡੇ ਖੁੱਲੇ ਪ੍ਰੋਗਰਾਮ ਦਾ ਚੈਨਲ ਖੁੱਲਾ। ਜੀ ਮਲ ਸਾਹਿਬ, ਮੈਂ ਇੱਕ ਗੱਲ ਬੜੀ ਫੇਰ ਕਹਿਣਾ ਚਾਹੁੰਦਾ, ਜਦੋਂ ਵੀ ਕੋਈ ਤੁਸੀਂ ਲੀਗਲ ਡਾਕੂਮੈਂਟ ਬਣਾਉਣਾ, ਉਹ ਕੁਝ ਵੀ ਹੋ ਸਕਦਾ ਹੈ, ਉਹ ਇੱਕ ਸਿੰਪਲ ਲੈਟਰ ਵੀ ਹੋ ਸਕਦੀ ਹੈ, ਈਵਨ ਖਾਲੀ ਵਰਕੇ ਤੇ ਕੀਤੇ ਸਾਈਨ ਵੀ ਹੋ ਸਕਦੇ ਨੇ। ਜਦੋਂ ਤੁਸੀਂ ਬਿਜ਼ਨਸ ਐਂਟੀਟੀ 'ਚ ਐਂਟਰ ਕਰਦੇ ਹੋ ਤੇ ਵਿਸ਼ਵਾਸ ਵਾਲਾ ਸ਼ਬਦ ਸਾਈਡ ਤੇ ਰੱਖੋ, ਐਜ਼ ਪਰ ਲਾਅ ਚੱਲੋ। ਔਰ ਸਾਡੇ ਭੈਣ ਭਰਾ ਗਲਤੀ ਕੀ ਕਰਦੇ ਆ, ਉਹ ਇੱਕ ਟਾਈਪਿਸਟ ਕੋ ਚਲੇ ਜਾਂਦੇ ਆ, ਟਾਈਪਿਸਟ ਨੇ ਫਾਰਮੈਟ ਬਣਾ ਕੇ ਰੱਖੇ ਆ, ਪਤਾ ਨਹੀਂ ਕਿਦੋਂ ਦੇ ਚੱਲਦੇ ਆ ਰਹੇ ਨੇ, ਉਸੇ ਫਾਰਮੈਟ ਨੂੰ ਉਹ ਪ੍ਰਿੰਟ ਕਰ ਦਿੰਦਾ, ਉਹ ਪਾਰਟੀਆਂ ਵਿਸ਼ਵਾਸ ਸਾਈਨ ਕਰ ਲੈਂਦੀਆਂ ਕਿ ਦਸਤਾਵੇਜ਼ ਦਿਖਾਉਣ ਲਈ ਬਣ ਗਿਆ। ਉਹ ਦਸਤਾਵੇਜ਼ ਦੀ ਕਨਸੀਕੁਐਂਸਿਸ ਤੁਹਾਡੇ ਸਾਹਮਣੇ ਹੈ। ਬਿਲਕੁਲ ਵਿਸ਼ਵਾਸ 'ਚ ਬਣੇ ਦਸਤਾਵੇਜ਼ ਔਰ ਵਿਸ਼ਵਾਸ ਜਿਹੜਾ ਕੀਤਾ, ਉਹਦੀਆਂ ਜਿਹੜੇ ਖਮਿਆਜਾ ਭਾਜੀ ਨੇ ਭੁਗਤਿਆ, ਲਾਈਵ ਐਗਜ਼ਾਮਪਲ ਦਰਸ਼ਕਾਂ ਸਾਹਮਣੇ ਹੈ। ਔਰ ਇਹੋ ਜਿਹੇ ਕਈ ਸਾਡੇ ਭੈਣ ਭਰਾ ਨੇ ਜਿਹੜੇ ਅੱਜ ਦੀ ਡੇਟ 'ਚ ਬਾਹਰ ਬੈਠੇ ਨੇ ਔਰ ਇਸੇ ਡਰ ਤੋਂ ਇੰਡੀਆ ਨਹੀਂ ਆ ਰਹੇ ਕਿ ਮੈਂ ਜਾਣਿਆ ਸਰ ਜੇਲ੍ਹ ਚਲ ਜਾਊਂਗਾ। ਬਿਲਕੁਲ ਸਲੂਟ ਹੈ ਭਾਜੀ ਨੂੰ ਕਿ ਜਿਨ੍ਹਾਂ ਨੇ ਕਿਹਾ ਕਿ ਮੇਰੇ ਤੇ ਜੋ ਹੋਵੇ ਮੈਂ ਇਹਨੂੰ ਫੇਸ ਕਰੂੰਗਾ। ਆਪਣੀ ਜ਼ਿੰਦਗੀ ਤੇ 10-12 ਸਾਲ ਇਸ ਕੰਮ ਨੂੰ ਦੇ ਦੇਣੇ, ਬੱਚੇ ਛੱਡ ਦੇਣੇ, ਫੈਮਿਲੀ ਛੱਡਣੀ, ਸਲੂਟ ਟੂ ਹਿਮ। ਇਹ ਸਿਸਟਮ ਦੇ ਅਗੇਂਸਟ ਲੜਨਾ ਕਿਸੇ ਕਿਸੇ 'ਚ ਜਿਗਰਾ ਹੈ। ਔਰ ਮੈਂ ਫੇਰ ਕਹਾਂਗਾ ਕਿ ਕਿਸੇ ਵੀ ਪ੍ਰੋਫੈਸ਼ਨਲ ਕੋਲ ਬੈਠੋ, ਉਹਦੀਆਂ ਅੱਜ ਤੋਂ 10 ਸਾਲ ਬਾਅਦ, 2 ਸਾਲ ਬਾਅਦ, 20 ਸਾਲ ਬਾਅਦ ਕਨਸੀਕੁਐਂਸਿਸ ਸਮਝੋ। ਔਰ ਜਦ ਤੱਕ ਤੁਸੀਂ ਬੰਦੇ ਦੀ ਬੈਕਗ੍ਰਾਉਂਡ ਨਹੀਂ ਜਾਣਦੇ, ਹੁਣ ਮੈਂ ਇੱਥੇ ਕਹਾਂ ਇਹ ਵੀ ਬੜੀ ਗੱਲ ਕੱਚੀ ਸਾਬਤ ਹੁੰਦੀ ਵੀ ਹੈ, ਸਕੇ ਭਰਾਵਾਂ ਨੇ ਕੀ ਹਾਲ ਕੀਤਾ। ਦਿਲਬਾਗ ਰਾਏ ਤੇ ਫਿਰ ਤੀਜਾ ਬੰਦਾ ਸੀ ਜਿਹਦੇ ਬਾਰੇ ਜਾਣਦੇ ਹੀ ਕੁਝ ਨਹੀਂ ਸੀ, ਜਿਹਦਾ ਇੱਕ ਢਾਬਾ ਸੀ, ਇੱਕ ਲੀਜ਼ ਦੇ ਉੱਤੇ ਉਹਨੇ ਥਾਂ ਲਿੱਤੀ ਸੀ, ਉਹਦੇ ਚੋਂ ਢਾਬਾ ਚਲਾਉਂਦਾ ਸੀ, ਉਹਦੇ 'ਚ ਕਮਰਾ ਸੀ, ਔਰ ਉਹਦੀ ਆਪਣੀ ਵਾਈਫ ਉਹਨੇ ਛੱਡੀ ਸੀ, ਦੂਜੀ ਨਾਲ ਰਹਿ ਰਿਹਾ ਸੀ। ਉਹ ਈਸਾ ਸਿੰਘ ਬੱਚਾ ਕਿਹਦਾ, ਰਾਜ ਵਿਕਰਮ ਕਿਹਦਾ, ਕੀ ਹਿਸਾਬ ਕਿਤਾਬ ਹੈ, ਕੁਝ ਪਤਾ ਹੀ ਨਹੀਂ ਸੀ। ਮੈਂ ਇੱਕ ਹੋਰ ਦੱਸਣਾ ਚਾਹੁੰਦਾ ਆਪਣੇ NRI ਭੈਣ ਭਰਾਵਾਂ ਨੂੰ ਕਿ ਵੀਰ ਜੀ ਨੇ ਆਪਣੇ 20 ਸਾਲ ਦੇ ਤਜਰਬੇ 'ਚ ਜੋ ਸਿੱਖਿਆ, ਉਹਦੇ ਤੋਂ ਇਹਨਾਂ ਨੇ ਇੱਕ ਸੰਸਥਾ ਬਣਾਈ ਹੈ, ਸੁਸਾਇਟੀ ਬਣਾਈ ਹੈ, NRI ਹੈਲਪਿੰਗ ਹੈਂਡਸ। ਉਹਦੀ ਸੁਸਾਇਟੀ ਬਣਾ ਚੁੱਕੇ ਨੇ, ਵੈਬਸਾਈਟ ਬਣ ਰਹੀ ਹੈ। ਔਰ ਭਾਜੀ ਦੀ ਹੁਣ ਅੱਗੋਂ ਫਿਊਚਰ 'ਚ ਇੱਛਾ ਹੈ ਕਿ ਜਿਹੋ ਜਿਹੇ ਵੀ ਮੇਰੇ ਭੈਣ ਭਰਾ ਜਿਹੜੇ ਬਾਹਰ ਬੈਠੇ ਨੇ, ਉਹਨਾਂ ਤੇ ਜਿਹੋ ਜਿਹੀ ਵੀ ਮੁਸੀਬਤਾਂ ਨੇ, ਉਹਨੂੰ ਆਪਾਂ ਇਕੱਠਾ ਕਰਾਂਗੇ ਔਰ ਉਹਨਾਂ ਨੂੰ ਐਡਰੈਸ ਕਰਕੇ ਇੰਡੀਆ 'ਚ, ਔਰ ਉਹਨਾਂ ਨੂੰ ਹੱਕ ਦਿਵਾਉਣ ਵਾਸਤੇ ਜੋ ਉਹਦਾ ਲੀਗਲ ਪ੍ਰੋਸੀਜਰ ਹੈ ਅਡਾਪਟ ਕਰਕੇ ਇਨਸਾਫ ਦੀ ਲੜਾਈ ਲੜੀ ਜਾਏਗੀ। ਔਰ ਉਹਦੇ ਵਾਸਤੇ ਜੋ ਵੀ ਰਿਸੋਰਸਿਸ ਪੈਦਾ ਕਰਨੇ ਪੈਂਦੇ ਆ, ਚਾਹੇ ਉਹ ਲੀਗਲ ਹੈ, ਚਾਹੇ ਉਹ ਦੂਸਰੇ ਹੈ, ਚਾਹੇ ਟੀਮ ਬਣਾਉਣੀ ਪੈਂਦੀ ਹੈ। ਸੋ ਭਾਜੀ ਉਹਦੇ ਤੇ ਵੀ ਇਸ ਵੇਲੇ ਕਾਰਗਰ ਜ਼ੋਰ ਸ਼ੋਰ ਨਾਲ ਲੱਗੇ ਨੇ। ਬਲਜਿੰਦਰ ਜੀ, ਉਮੀਦ ਕਰਦੇ ਹਾਂ ਕਿ ਜੋ ਤੁਸੀਂ ਕਦਮ ਚੁੱਕਿਆ ਇਸ ਮਾਮਲੇ ਦੇ ਵਿੱਚ ਤੁਸੀਂ ਅੱਗੇ ਤੁਰੋਗੇ ਤੇ ਬਹੁਤ ਸਾਰੇ NRIs ਹੈਗੇ ਨੇ
ਜਿਹੜੇ ਹਾਲੇ ਵੀ ਇਨਸਾਫ ਦੀ ਉਡੀਕ ਕਰ ਰਹੇ ਨੇ, ਕਈਆਂ ਦੇ ਕਤਲ ਵੀ ਇੱਥੇ ਹੋ ਗਏ, ਉਹਨਾਂ ਨੂੰ ਵੀ ਜਿਹੜਾ ਇਨਸਾਫ ਹੈ, ਜਾਂਦੇ ਜਾਂਦੇ ਕੁਝ ਕਹਿਣਾ ਚਾਹੋਗੇ ਤੁਸੀਂ? ਮੈਂ ਇਹੀ ਕਰਾਂਗਾ ਮਤਲਬ ਜਾਂਦਿਆਂ ਕਿ ਮੈਂ ਜਿਹੜਾ ਹੁਣ ਇਹ ਕੰਮ ਵਿੱਢਿਆ ਹੈਗਾ NRI's ਹੈਲਪਿੰਗ ਹੈਂਡਸ ਆਰਗੇਨਾਈਜੇਸ਼ਨ ਦਾ, ਮੈਂ ਇਹਦੇ ਵਿੱਚ ਮਤਲਬ ਇੱਥੇ ਬੈਠਾ ਪੰਜਾਬ ਦੇ ਵਿੱਚ ਬਹਿ ਕੇ ਤੇ ਮਤਲਬ ਮੈਂ ਉਹਨਾਂ ਆਪਣੇ ਭੈਣ ਭਰਾਵਾਂ ਵਾਸਤੇ ਪੂਰੇ ਜ਼ੋਰ ਸ਼ੋਰ ਨਾਲ ਕੰਮ ਕਰਨਾ ਚਾਹੁੰਦਾ ਤੇ ਮੈਨੂੰ ਉਹਨਾਂ ਦੀ ਮਤਲਬ ਜਿੰਨੀ ਵੀ ਹੈਲਪ ਹੋ ਸਕਦੀ ਹੈ ਮੈਂ ਕਰਾਂਗਾ, ਜਿਹਦੇ ਵਿੱਚ ਆਪਣੇ ਸਾਡੀ ਇਸ ਆਰਗੇਨਾਈਜੇਸ਼ਨ ਦੇ ਇਹ ਮੱਲਨ ਸਾਹਿਬ ਸਾਡੇ ਵਕੀਲ ਹੋਣਗੇ। ਠੀਕ ਹੈ ਜੀ। ਇਹਨਾਂ ਦੀ ਸਲਾਹ ਦੇ ਨਾਲ ਸਾਰਾ ਕੁਝ ਕਰਾਂਗਾ ਔਰ ਉਹਨਾਂ ਦੀ ਪੂਰੇ ਜ਼ੋਰ ਸ਼ੋਰ ਨਾਲ ਹੈਲਪ ਕਰਾਂਗਾ। ਠੀਕ ਹੈ, ਉਮੀਦ ਕਰਦੇ ਹਾਂ ਬਲਜਿੰਦਰ ਜੀ ਇਸ ਮਾਮਲੇ 'ਚ ਤੁਹਾਨੂੰ ਵੀ ਜਿਹੜੇ ਵੀ ਕੇਸ ਚੱਲ ਰਹੇ ਨੇ ਇਨਸਾਫ ਮਿਲੂਗਾ ਤੇ ਹੋਰ ਵੀ ਜਿਹੜੇ, ਕਿਉਂਕਿ ਜਾਂਚ ਦਾ ਵਿਸ਼ਾ ਜ਼ਰੂਰ ਹੈ, ਇਸ ਕਰਕੇ ਅਸੀਂ ਦੁਬਾਰਾ ਵੀ ਅਪੀਲ ਕਰਦੇ ਹਾਂ ਕਿ ਇਸ ਮਾਮਲੇ ਦੇ ਵਿੱਚ ਬਲਜਿੰਦਰ ਸਿੰਘ ਹੋਰਾਂ ਨੇ ਜਿਹੜੀ ਗੱਲਾਂ ਆਖੀਆਂ ਨੇ ਤੇ ਜੇ ਜਿਨ੍ਹਾਂ ਧਿਰਾਂ ਦੇ ਉੱਤੇ ਇਲਜ਼ਾਮ ਵੀ ਲਾਏ ਨੇ, ਜੇ ਉਹ ਧਿਰਾਂ ਵੀ ਅੱਗੇ ਆ ਕੇ ਇੱਥੇ ਆਪਣਾ ਪੱਖ ਰੱਖਣਾ ਚਾਹੁੰਦੀਆਂ ਨੇ ਤਾਂ ਸਾਡੇ ਚੈਨਲ ਦੇ ਰਾਹੀਂ ਉਹਨਾਂ ਲਈ ਵੀ ਦਰਵਾਜ਼ੇ ਜਿਹੜੇ ਹੈਗੇ ਨੇ ਖੁੱਲੇ ਹੈਗੇ ਨੇ, ਅਸੀਂ ਉਹਨਾਂ ਦੀ ਵੀ ਗੱਲ ਸੁਣਾਂਗੇ ਤੇ ਜਨਤਾ ਦੇ ਅੱਗੇ ਜਾਊਗੀ। ਸੋ ਫਿਲਹਾਲ ਮੈਨੂੰ ਅਮਨ ਮੋਹਨ ਮੋਜਾਲ ਨੂੰ ਦਿਓ ਇਜਾਜ਼ਤ। ਤੁਸੀਂ ਦੇਖਦੇ ਰਹੋ ਲਿਵਿੰਗ ਇੰਡੀਆ ਨਿਊਜ਼। ਸਤਿ ਸ਼੍ਰੀ ਅਕਾਲ।